501 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। रिलायबल मतलब भरोसेमंद ते भरोसेमंद मतलब रिलायबल टायर डिपो। रिलायबल टायर डिपो डील्स इन होलसेल ट्रक टायर्स इन कैलीफोर्निया ते इस तो इलावा ट्रकों का ऑयल चेंज करवाना होवे, ब्रेक्स का काम करवाना होवे, सील्स का, AC का या फिर ट्रक का कोई होर काम करवाना होए, तुसी रिलायबल टायर डिपो ते अखा बंद करके विश्वास कर सकते हो। वी आर ऑल्सो ऑथराइज्ड डीलर ऑफ JK विक्रांत टायर्स ते पक्का है कि प्राइस दे मामले च असी बेस्ट हाँ। सो डू विजिट रिलायबल टायर डिपो 1601 साउथ यूनियन एवेन्यू बेकर्सफील्ड कैलीफोर्निया। ज्यादा जानकारी दे लई सुरजीत सिंह बाजवा ते इंद्रजीत सिंह गिल नू हेठ लिखे नंबरां ते संपर्क करो 6613782373 6613784622। Where there is a will, there is a way, and where there is a way, there is Pandal Brothers. ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ ਵੋਲਵੋ ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। So for efficient transport services, contact Hollister, California's Pandal Brothers. ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਸਿੱਖ ਰਹਿਤ ਮਰਿਆਦਾ ਕਿਉਂ ਨਾ ਲਾਗੂ ਕਰਦੇ ਡੇਰੇ, ਮੰਤਰ ਪਾਠਾਂ ਦੇ ਨਾਮ ਤੇ ਬਿਜ਼ਨਸ ਚਾਰ ਚੁਫੇਰੇ। ਇਹੋ ਜਿਹੀਆਂ ਘੁਸਪੈਠਾਂ ਹਥਿਆਰਾਂ ਤੋਂ ਵੀ ਮਾਰੂ। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਅਕਾਲ ਤਖਤ ਸੁਪਰੀਮ ਏ ਸਾਡਾ ਸਿਰ ਝੁਕਦਾ ਬਾਰ-ਬਾਰ, ਜਥੇਦਾਰ ਕਠਪੁਤਲੀਆਂ ਬਣ ਗਏ ਹੈ ਕੌਣ ਕਰੂ ਇਨਸਾਫ। ਤਲਬ ਕੀਤਾ ਰਣਜੀਤ ਸਿੰਘ, ਫੂਲਾ ਸਿੰਘ ਜੈ ਓਏ ਸ਼ੇਰਾਂ, ਲੀਡਰਾਂ ਦੇ ਤਲਵੇ ਚੱਟਦੇ ਜਥੇਦਾਰ ਸੁੱਟਦੇ ਲੇਰਾਂ। ਬਾਬਾ ਨਾਨਕ ਸੋਚ ਤੇਰੀ ਤੇ ਹੈ ਲੀਡਰ ਪੈ ਗਏ ਭਾਰੂ। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਟਿੱਚ ਨਾ ਜਾਣਨ ਪਾਵਨ ਗੁਰੂ ਦੀ ਬਾਣੀ, ਕੌਮ ਮੇਰੀ ਦੀਆਂ ਜੜਾਂ 'ਚ ਬਹਿ ਗਏ ਹੈ ਰੱਬ ਬਣੇ ਦੇਹਤਾਰੀ। ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ, ਪਰ ਥਾਂ ਥਾਂ ਗੱਦੀਆਂ ਲਾ ਕੇ ਗੁਰੂ ਬਣ ਗਏ ਡੇਰੇਦਾਰ।
ਸਿੱਖ ਕੌਮ ਦੇ ਭਖਦੇ ਮਸਲੇ ਦੱਸ ਕਿਹੜਾ ਵਿਚਾਰੂ ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ ਇਸਲਾਮ ਨਾ ਮੰਨੇ ਤਸਵੀਰਾਂ ਤੇ ਨਾ ਹੀ ਬਾਬੇ ਸ਼ਾਬੇ ਸਿੱਖ ਕੌਮ ਕਿਉਂ ਕਮਲੀ ਸਿਰ ਤੇ ਹੈ ਚੱਕੀ ਫਿਰੇ ਸਿਆਪੇ ਗੁਰੂ ਗ੍ਰੰਥ ਦੇ ਲੜ ਲੱਗ ਕੇ ਤੁਸੀਂ ਝੋਲੀ ਗਿਆਨ ਦੀ ਭਰ ਲਓ ਇੱਕੋ ਹੈ ਭਾਈ ਇੱਕੋ ਹੈ ਥੋੜਾ ਅਕਲ ਤੇ ਹੱਥ ਤੁਸੀਂ ਧਰ ਲਓ ਭਰਮ ਦੀਆਂ ਲੀਰਾਂ ਉੱਡ ਜੂ ਜਦੋਂ ਚੱਲਿਆ ਗਿਆਨ ਦਾ ਝਾੜੂ ਸਿੱਖ ਕੌਮ ਦੇ ਭਖਦੇ ਮਸਲੇ ਰਾਣਿਆ ਕੌਣ ਵਿਚਾਰੂ ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ ਕਿਸ਼ਤੀ ਕਿਹੜਾ ਤਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਭਖਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਐਤਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇਸ ਟਾਈਮ, ਕਿਉਂਕਿ ਪਾਰਟੀਆਂ ਬਹੁਤ ਜ਼ਿਆਦਾ ਹੋ ਗਈਆਂ। ਮੀਡੀਆ ਦੇ ਵਿੱਚ ਹੋਰ ਕੋਈ ਖਬਰ ਹੀ ਨਹੀਂ ਆ ਰਹੀ ਸਿਵਾਏ ਚੋਣਾਂ ਤੋਂ। ਕੌਣ ਕਿਹੜੀ ਪਾਰਟੀ ਛੱਡ ਕੇ ਕਿੱਧਰ ਜਾ ਰਿਹਾ, ਕੌਣ ਕਿਹੜੀ ਜਗ੍ਹਾ ਤੋਂ ਚੋਣ ਲੜ ਰਿਹਾ, ਪਾਰਟੀਆਂ ਹੀ ਪਤਾ ਨਹੀਂ ਕਿੰਨੀਆਂ ਹੋ ਗਈਆਂ। ਆਪਾਂ ਕੱਲ੍ਹ ਵੀ ਗੱਲ ਕਰਦੇ ਸੀ 5-19 ਤਾਂ ਸਾਹਮਣੇ ਦਿਖ ਰਹੀ ਹੈ ਟੱਕਰ, ਪਰ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਮਾਨ ਸਾਹਿਬ ਹੁਣਾਂ ਦਾ ਆ ਅੰਮ੍ਰਿਤਸਰ, ਉਹਨਾਂ ਨੇ ਵੀ ਕਿਹਾ ਵੀ ਸਾਰੀਆਂ ਹੀ ਜਿਹੜੀਆਂ ਸੀਟਾਂ ਆ ਅਸੀਂ ਸਾਰਿਆਂ ਤੋਂ ਆਪਣੇ ਉਮੀਦਵਾਰ ਐਲਾਨਾਂਗੇ, ਅਤੇ 86 ਮੇਰਾ ਖਿਆਲ ਉਹਨਾਂ ਨੇ ਵੀ ਅੱਜ ਅਨਾਊਂਸ ਕਰ ਦਿੱਤੇ ਆ। ਸੋ 5 ਦੀ 6-19 ਬਣ ਗਈ ਆ। ਅਤੇ ਕੱਲ੍ਹ CPI ਨੇ ਵੀ ਅਨਾਊਂਸ ਕੀਤਾ ਕਿ 45 ਤੋਂ 50 ਸੀਟਾਂ 'ਤੇ ਅਸੀਂ ਵੀ ਲੜ ਰਹੇ ਹਾਂ। ਸੋ ਇਹ ਇੱਕ 7ਵੀਂ ਪਾਰਟੀ ਬਣ ਗਈ ਆ। ਅਤੇ ਉਸ ਤੋਂ ਇਲਾਵਾ ਜਿਹੜੀਆਂ ਛੋਟੀਆਂ ਪਾਰਟੀਆਂ ਆ ਉਹ ਤਾਂ ਹੈਗੀਆਂ ਹੀ ਆ, ਤੁਹਾਨੂੰ ਪਤਾ ਪੰਜਾਬ ਦੇ ਵਿੱਚ। ਅੱਜ ਆਪਾਂ ਅਨਾਊਂਸ ਕੀਤਾ ਸੀ ਕਿ ਰਵਨੀਤ ਬਰਾੜ ਜੋ ਮੇਰਾ ਖਿਆਲ ਯੰਗੈਸਟ ਇਸ ਸੰਯੁਕਤ ਸਮਾਜ ਮੋਰਚੇ ਦਾ ਕੈਂਡੀਡੇਟ ਹੋਊਗਾ, ਸ਼ਾਇਦ ਹੋ ਸਕਦਾ ਇਸ ਤੋਂ ਵੀ ਕੋਈ ਯੰਗ ਆ ਜਾਵੇ, ਪਰ ਹਾਲੇ ਜਿੰਨੀ ਕੁ ਲਿਸਟ ਆਈ ਉਹ 'ਚ ਸਭ ਤੋਂ ਯੰਗ ਆ। ਉਹਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਉਹ ਥੋੜ੍ਹੇ ਜਿਹੇ ਬਿਜ਼ੀ, ਉਹਨਾਂ ਦੀ ਮੀਟਿੰਗ ਚੱਲ ਰਹੀ ਆ ਮੇਰਾ ਖਿਆਲ, ਅਤੇ ਥੋੜ੍ਹੀ ਦੇਰ 'ਚ ਆਪਣੇ ਨਾਲ ਲਾਈਵ ਹੋ ਜੂਗੇ। ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀ 15-20 ਮਿੰਟ, ਅੱਧਾ ਘੰਟਾ ਪਹਿਲਾਂ, ਅਤੇ ਉਹਨਾਂ ਦੇ ਮੈਸੇਜ ਆ ਰਹੇ ਆ, ਅਤੇ ਉਹ ਇਸ ਟਾਈਮ ਬਿਜ਼ੀ ਆ। ਉਹਨਾਂ ਦੀ ਕੋਈ ਮੀਟਿੰਗ ਆ, ਮੀਟਿੰਗ ਦੇ ਵਿੱਚ ਆ। ਮੇਰਾ ਖਿਆਲ ਉਹਨਾਂ ਨੇ ਅੱਜ ਕੈਂਡੀਡੇਟ ਵੀ ਅਨਾਊਂਸ ਕਰਨੇ ਸੀ, ਹੋ ਸਕਦਾ ਹੁਣ ਕਰ ਰਹੇ ਹੋਣ ਜਾਂ ਕੀ ਚੱਕਰ ਆ, ਉਹ ਆਪਾਂ ਨੂੰ ਬਾਅਦ 'ਚ ਪਤਾ ਲੱਗ ਜੂਗਾ। ਪਰ ਉਹਨਾਂ ਚਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਅਤੇ ਆਪਾਂ ਕਾਲਾਂ ਹੁਣੀ ਖੋਲ੍ਹ ਦਿੰਦੇ ਹਾਂ ਜੇ ਕਿਸੇ ਨੇ ਕੋਈ ਇਹਦੇ ਬਾਰੇ ਕੋਈ ਗੱਲ ਕਰਨੀ ਹੋਵੇ, ਪੰਜਾਬ ਦੀ ਰਾਜਨੀਤੀ ਬਾਰੇ, ਕਿਉਂਕਿ ਬਹੁਤ ਸਾਰੇ ਸਾਨੂੰ ਮੈਸੇਜ ਆਉਂਦੇ ਆ, ਫੋਨ ਆਉਂਦੇ ਆ, ਜਾਂ ਬਾਹਰ 'ਚ ਲੋਕ ਕਾਮੈਂਟ ਕਰਦੇ ਆ। ਤੁਸੀਂ ਲਾਈਵ ਕਾਮੈਂਟ ਕਿਉਂ ਨਹੀਂ ਕਰਦੇ ਜਾਂ ਲਾਈਵ ਕਾਲ ਕਿਉਂ ਨਹੀਂ ਕਰਦੇ? ਆਪਣੀ ਜਿਹੜੀ ਇਨਪੁਟ ਆ ਤੁਸੀਂ ਕਿਉਂ ਨਹੀਂ ਦਿੰਦੇ ਜਦੋਂ ਪ੍ਰੋਗਰਾਮ ਚੱਲ ਰਿਹਾ ਹੁੰਦਾ, ਤਾਂ ਕਿ ਤੁਹਾਡੀ ਗੱਲ ਸਾਰੀ ਦੁਨੀਆ ਤੱਕ ਪਹੁੰਚ ਸਕੇ। ਸੋ ਬਾਅਦ ਵਿੱਚ ਗੱਲ ਕਰਨੀ ਜਾਂ ਮੈਸੇਜ ਕਰਨਾ ਵੀ ਇੱਦਾਂ ਨਹੀਂ ਇੱਦਾਂ ਆ, ਭਾਵੇਂ ਪੋਜ਼ੀਟਿਵ ਹੋਵੇ ਭਾਵੇਂ ਨੈਗੇਟਿਵ, ਤੁਸੀਂ ਕਾਲ ਕਰਕੇ ਆਪਣੀ ਇਨਪੁਟ ਜ਼ਰੂਰ ਦਿਆ ਕਰੋ ਅਤੇ ਤੁਹਾਡੀ ਇਨਪੁਟ ਅਸੀਂ ਜ਼ਰੂਰ ਸੁਣਾਂਗੇ। ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ, ਅੱਜ 4 ਮਾਘ ਹੈ 553 ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ। ਜੀ ਆਇਆਂ ਜਿਹੜੇ ਦਰਸ਼ਕ ਸਾਨੂੰ ਗੁਰਮਤਿ ਟੀਵੀ, ਸਾਂਝੀ ਸੋਚ, ਪਿਓਰ ਪੰਜਾਬੀ ਤੇ ਦੇਸੀ ਚੈਨਲ ਤੇ ਲਾਈਵ ਦੇਖਦੇ, ਜਿਹੜੇ ਸਾਨੂੰ ਫੇਸਬੁੱਕ ਪੇਜ ਸੱਚ ਦੀ ਖੋਜ, ਗੁਰਮਤਿ ਟੀਵੀ ਫੇਸਬੁੱਕ ਪੇਜ, ਦੇਸੀ ਚੈਨਲ ਫੇਸਬੁੱਕ ਪੇਜ ਤੇ ਲਾਈਵ ਦੇਖਦੇ, ਉਹਨਾਂ ਦਾ ਜੀ ਆ। ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਵੱਖ-ਵੱਖ ਸ਼ਖਸੀਅਤਾਂ ਤੁਹਾਡੇ ਰੂਬਰੂ ਕੀਤੀਆਂ ਜਾਣ। ਗੱਲ ਜਦੋਂ ਭਖਣ ਦੀ ਹੈ ਤਾਂ ਇਸ ਟਾਈਮ ਸਿੱਖਾਂ ਦੇ ਵਿੱਚ ਜਿਹੜਾ ਜਾਂ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਸਭ ਤੋਂ ਭਖਦਾ ਮਸਲਾ ਚੋਣਾਂ ਹੀ ਆ। ਚੋਣ ਮੈਦਾਨ 'ਚ ਹਰ ਬੰਦਾ ਆਪਣੇ ਆਪਣੇ ਕੈਂਡੀਡੇਟ ਉਤਾਰਿਆ ਆ। ਸਾਡਾ ਇੱਥੋਂ ਪ੍ਰੋਗਰਾਮ ਕਰਨ ਦਾ ਮਕਸਦ ਹੁੰਦਾ ਲੋਕਾਂ ਨੂੰ ਜਾਗਰੂਕ ਕਰਨਾ। ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਕਿ ਉਸ ਕੈਂਡੀਡੇਟ ਨੂੰ ਵੋਟ ਪਾਓ ਜਿਹੜਾ ਵਾਕਿਆ ਹੀ ਤੁਹਾਨੂੰ ਲੱਗਦਾ ਆ ਵੀ ਕਾਬਲ ਆ, ਕਰਪਸ਼ਨ ਫਰੀ ਆ, ਤੁਹਾਡੇ ਕਿਤੇ ਲੋੜ ਤੇ ਇਹ ਨਹੀਂ ਵੀ ਤੁਸੀਂ ਹੁਣ ਕੋਈ
ਕਤਲ ਕਰਕੇ ਉਸ ਤੋਂ ਬਾਅਦ ਕਹੋ ਵੀ ਹੁਣ ਸਾਨੂੰ ਐਮਐਲਏ ਸਾਹਿਬ ਬਚਾ ਲਓ ਵੀ ਅਸੀਂ ਕਰਤਾ ਆ। ਕੋਈ ਤੁਹਾਡੇ ਲੋੜ ਜਿਹੜੀ ਆ ਤੁਹਾਡੀ ਸਮਾਜਿਕ ਲੋੜਾਂ ਆ, ਤੁਹਾਡੀਆਂ ਕੋਈ ਪਿੰਡ ਦੇ ਵਿੱਚ ਲੋੜਾਂ ਆ, ਕੋਈ ਸਪੋਰਟਸ ਕਲੱਬ ਆ, ਕੋਈ ਪਿੰਡ ਦੀਆਂ ਸੜਕਾਂ ਆ, ਪਿੰਡ ਦਾ ਵਿਕਾਸ ਆ, ਜੇ ਕੋਈ ਐਮਐਲਏ ਉਸ ਤਰੀਕੇ ਨਾਲ ਤੁਹਾਡੇ ਏਰੀਏ ਦੇ ਵਿੱਚ ਕੰਮ ਕਰ ਰਿਹਾ ਔਰ ਤੁਹਾਨੂੰ ਦਿਸ ਰਿਹਾ ਵੀ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਉਹ ਕੰਮ ਕਰ ਰਿਹਾ, ਉਹਨੂੰ ਜ਼ਰੂਰ ਵੋਟ ਪਾਓ। ਸੋ ਹਮੇਸ਼ਾ ਇੱਕ ਚੰਗੇ ਇਨਸਾਨ ਨੂੰ ਵੋਟ ਪਾਓ, ਚੰਗੀ ਪਰਸਨੈਲਿਟੀ ਨੂੰ ਵੋਟ ਪਾਓ, ਜਿਹੜਾ ਸਮਾਜ ਦੇ ਲਈ ਕੋਈ ਕੰਮ ਕਰ ਰਿਹਾ ਹੈ। ਸਭ ਤੋਂ ਪਹਿਲਾਂ ਆਪਾਂ 10ਮ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਫਤਿਹ ਅਰਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਜਿੱਦਾਂ ਵੀਰ ਬਰਿੰਦਰ ਸਿੰਘ ਨੇ ਦੱਸਿਆ ਆ ਵੀ ਪਾਰਟੀਆਂ, ਕਾਂਗਰਸ ਤੇ ਮੇਨ ਲੜਾਈ ਹੁੰਦੀ ਸੀ ਪੰਜਾਬ ਕਾਂਗਰਸ ਤੇ ਅਕਾਲੀ, ਤੀਜੀ ਪਾਰਟੀ ਦੀ ਕੋਈ ਲੜਾਈ ਹਲੇ ਤੱਕ ਸਾਨੂੰ ਸਮਝ ਨਹੀਂ ਆਈ। ਇੱਕ ਵਾਰ ਅਕਾਲੀ ਦਲ ਮਾਨ ਨੇ ਜਦੋਂ ਪੂਰੇ ਪੰਜਾਬ ਨੇ ਬੀਐਸਪੀ ਨੇ ਉਹਨਾਂ ਨਾਲ ਮਿਲ ਕੇ, ਬੀਐਸਪੀ ਨੇ ਵੀ ਸਪੋਰਟ ਕੀਤੀ, ਅਕਾਲੀ ਦਲ ਮਾਨ ਸਾਹਿਬ ਹੁਣੀ ਜਿੱਤੇ ਸੀ। ਉਸ ਤੋਂ ਬਾਅਦ ਉਹਦੀ ਕਾਰਗੁਜ਼ਾਰੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੁਛ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਤਾਂ ਰੌਲਾ ਹੀ ਪਾਇਆ ਗਿਆ। ਕੋਈ ਇੱਦਾਂ ਦੇ ਕੋਈ ਕੰਮ ਪੰਜਾਬ ਵਾਸਤੇ ਜਿਹੜੇ ਕਰਨੇ ਸੀ ਉਹ ਨਹੀਂ ਕੀਤੇ ਗਏ, ਨਾ ਕੋਈ ਗੌਰਮੈਂਟਾਂ ਨਾਲ ਡਾਇਲੋਗ ਕੀਤਾ ਗਿਆ, ਤੇ ਕਿਰਪਾਨ ਦੀ ਜਿੱਦ ਦੇ ਉੱਪਰ ਹੀ ਉਹ ਪਾਰਟੀ ਜਿਹੜੀ ਆ ਖਤਮ ਹੋ ਗਈ। ਹੁਣ ਆਪਾਂ ਜੋ ਮਰਜ਼ੀ ਕਹੀ ਜਾਈਏ ਬਈ ਮਾਨ ਸਾਹਿਬ ਹੁਣ ਹਰ ਜਗ੍ਹਾ ਬੰਦੇ ਖੜੇ ਕਰ ਰਹੇ ਆ, ਜੋ ਮਰਜ਼ੀ ਕਰੀ ਜਾਣ, ਕਿਉਂਕਿ ਉਹਨਾਂ ਦੀ ਵੋਟ ਬੈਂਕ ਜਿਹੜੀ ਆ ਉਹ ਸਮਾਪਤ ਹੋ ਚੁੱਕੀ ਆ। ਨਾ ਮਾਤਰ ਦੇ ਹਰ ਬੰਦੇ ਦੀ ਜ਼ਮਾਨਤ ਜ਼ਬਤ ਹੁੰਦੀ ਆ ਜਦੋਂ ਮਾਨ ਸਾਹਿਬ ਆਪਣਾ ਬੰਦਾ ਖੜਦੇ ਆ। ਸੋ ਉਸ ਤੋਂ ਬਾਅਦ ਜਿਹਨੂੰ 9 ਮਾਰਚ ਦਾ ਰਿਸ਼ਤਾ ਕਹਿ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਜਪਾ ਨੂੰ, ਜਨਸੰਘ ਨੂੰ ਪੰਜਾਬ ਦੇ ਵਿੱਚ ਲੈ ਕੇ ਆਏ। ਪੰਜਾਬ ਦੇ ਵਿੱਚ ਸਿਰਫ ਸਾਡੇ ਹਿੰਦੂ ਭਰਾਵਾਂ ਨੂੰ ਕਰਨ ਦੀ ਖਾਤਰ ਉਹ ਇਹ ਲੈ ਕੇ ਆਏ। ਹਾਂਜੀ ਰਵਨੀਤ, ਇੱਕ ਮਿੰਟ ਜਗਮੋਹਨ ਸਿੰਘ ਜੀ ਹੋਲਡ ਕਰਿਓ। ਰਵਨੀਤ ਆਪਣੇ ਨਾਲ ਜੁੜ ਗਏ ਆ, ਇਹਨੂੰ ਲੰਬੇ ਨਾ ਕਰ ਲਓ, ਫੋਨ ਨੂੰ ਤੁਹਾਡਾ ਲੌਕ ਹੋਇਆ ਹੋਇਆ। ਰਵਨੀਤ ਲੰਬੇ ਦਾ ਕਰਕੇ ਨਾ ਤੇ ਅਨਲੌਕ ਕਰ ਲਓ। ਹਾਂ ਬਸ ਠੀਕ ਹੈ, ਇੱਥੇ ਠੀਕ ਹੈ। ਹਾਂਜੀ ਜਗਮੋਹਨ ਸਿੰਘ ਜੀ ਤੁਸੀਂ ਕੰਟੀਨਿਊ ਕਰੋ, ਮੈਂ ਇਹਨਾਂ ਦਾ ਫਰੇਮ ਸੈੱਟ ਕਰ ਦੇਣਾ। ਹਾਂਜੀ, ਤੋਂ ਗੱਲ ਇੱਥੇ ਆਉਂਦੀ ਆ ਵੀ ਭਾਜਪਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਦੇਣ ਆ। ਇਹਨਾਂ ਨਾਲ ਗੱਠਜੋੜ ਕਰਕੇ ਉਹਨਾਂ ਨੇ ਆਪਣੀ ਨੂੰਹ ਰਾਣੀ ਜਾਂ ਸਰਦਾਰ ਢੀਂਡਸੇ ਹੋਣਾ ਨੂੰ, ਇਹਨਾਂ ਨੂੰ ਮਿਨਿਸਟਰੀਆਂ ਦਵਾਈਆਂ ਤੇ ਭਾਜਪਾ ਦੇ ਪੈਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਪਸਾਰਨੇ ਸ਼ੁਰੂ ਹੋਏ। ਉਸ ਤੋਂ ਬਾਅਦ ਅੰਨਾ ਹਜ਼ਾਰੇ ਦਾ ਅੰਦੋਲਨ ਹੁੰਦਾ ਆ, ਉਹਦੇ ਵਿੱਚੋਂ ਇੱਕ ਪਾਰਟੀ ਨਿਕਲਦੀ ਆ, ਉਹਨੂੰ ਕਹਿੰਦੇ ਆਪ, ਜਿਹਦਾ ਕਿ ਮੁੱਖ ਕਰਤਾ ਧਰਤਾ ਕੇਜਰੀਵਾਲ ਆ, ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ, ਅਨੇਕਾਂ ਬੰਦੇ ਉਸ ਪਾਰਟੀ ਸ਼ਾਮਲ ਹੋਏ। ਸਾਡੇ ਪੰਜਾਬ ਦੇ ਸੁੱਚਾ ਸਿੰਘ ਛੋਟੇਪੁਰ ਹੁਣੀ ਉਹ ਵੀ ਇਹਦੇ ਪਾਰਟੀ ਸ਼ਾਮਲ ਹੋਏ, ਗੁਰਪ੍ਰੀਤ ਘੁੱਗੀ ਸ਼ਾਮਲ ਹੋਇਆ, ਬਹੁਤ ਤਾਦਾਦ ਵਿੱਚ ਇਹ ਲੋਕ ਸਾਡੇ ਪੰਜਾਬ ਦੇ ਵੀ ਸ਼ਾਮਲ ਹੋਏ ਪਾਰਟੀ 'ਚ, ਔਰ ਪਹਿਲੀਆਂ ਐਮਪੀ ਦੀਆਂ ਸੀਟਾਂ ਵੀ ਆਪ ਨੇ ਪੰਜਾਬ ਵਿੱਚ ਹੀ ਜਿੱਤੀਆਂ। ਹੁਣ ਆਪਾਂ ਗੱਲ ਆ ਜਾਈਏ ਵੀ ਉਸ ਤੋਂ ਬਾਅਦ ਆਪ ਦੀ ਵੀ ਜਿਹੜੀ ਕਾਰਗੁਜ਼ਾਰੀ ਆ, ਜੋ ਸਿਸਟਮ ਇਹਨਾਂ ਦਾ ਦੇਖ ਲਿਆ, ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚੋਂ ਹੁਣ ਜਿਹੜੀ ਪਾਰਟੀ ਬਣ ਰਹੀ ਹੈ ਸੰਯੁਕਤ ਸਮਾਜ ਮੋਰਚਾ। ਸੋ ਇਹ ਤਿੰਨਾਂ ਪਾਰਟੀਆਂ ਨੂੰ ਤੁਸੀਂ ਦੇਖ ਚੁੱਕੇ ਸੀਗੇ। ਹੁਣ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਅੱਜ ਆਪਾਂ ਵੀਰ ਕੋ ਟਾਈਮ ਥੋੜਾ ਆ, ਆਪਾਂ ਵੀਰ ਰਵਨੀਤ ਸਿੰਘ ਹੁਣਾਂ ਤੇ ਸਿੱਧਾ ਜਾਈਏ। ਪਹਿਲਾਂ ਤਾਂ ਜੀ ਆਇਆ ਸਰਦਾਰ ਰਵਨੀਤ ਸਿੰਘ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮਤਲਬ ਤੁਸੀਂ ਮੌਕਾ ਦਿੰਦੇ ਹੋ ਟਾਈਮ ਟੂ ਟਾਈਮ ਸਾਨੂੰ ਦਰਸ਼ਕਾਂ ਦੇ ਰੂਬਰੂ ਹੋਣ ਦਾ, ਤੇ ਜਿਹੜਾ ਇਹ ਅੰਦੋਲਨ ਵੀ ਹੈ ਇਹਦੇ ਵਿੱਚ ਵੀ ਤੁਸੀਂ ਬੜਾ ਵੱਡਾ ਸਾਥ ਦਿੱਤਾ ਸੀ ਸਾਡਾ, ਤੇ ਅਸੀਂ ਇੱਕ ਦੂਸਰਾ ਅੰਦੋਲਨ ਵਿੱਢਿਆ, ਇਹਦੇ ਵਿੱਚ ਵੀ ਤੁਹਾਡੇ ਸਾਥ ਦੀ ਲੋੜ ਪਊਗੀ। ਸੋ ਟਾਈਮ ਟੂ ਟਾਈਮ ਸਾਡਾ ਸਾਥ ਦਿੰਦੇ ਰਹੋ। ਧੰਨਵਾਦ ਵੀਰ ਜੁਆਇਨ ਕਰਾਉਣ ਲਈ। ਪਹਿਲਾ ਸਵਾਲ ਆਪਾਂ ਰਵਨੀਤ ਸਿੰਘ ਜੀ ਤੁਹਾਨੂੰ ਇਹ ਪੁੱਛਦੇ ਆ ਬਈ ਤੁਹਾਡਾ ਬੈਕਗਰਾਉਂਡ ਕੀ ਆ, ਤੁਹਾਡਾ ਨਿੱਜੀ ਜੀਵਨ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਇੱਥੇ ਤੱਕ ਜਿਹੜਾ ਪਹੁੰਚਣ ਦਾ ਸਫ਼ਰ ਆ ਉਹ ਸੰਖੇਪ ਦੇ ਵਿੱਚ ਕਿਸਾਨ ਅੰਦੋਲਨ ਤੋਂ ਲੈ ਕੇ ਇੱਥੇ ਤੱਕ ਦਾ ਪਹੁੰਚਣ ਦਾ ਸਫ਼ਰ ਆ, ਔਰ ਕਿੱਦਾਂ ਤੁਸੀਂ ਕਿਹਾ ਵੀ ਮੈਂ ਲੜਨਾ ਆ। ਸੋ ਇਹਦੇ ਬਾਰੇ ਜ਼ਰੂਰ ਚਾਨਣਾ ਪਾਓ। ਮੈਂ ਦੱਸਣਾ ਚਾਹੂੰਗਾ ਵੀਰ, ਮੇਰਾ ਜਨਮ ਇੱਕ ਮੁਕਤਸਰ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਹੈ ਖੁੰਡੇ ਹਲਾਲ, ਉੱਥੇ ਹੋਇਆ। ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਜਿਹੜੀ ਮੁੱਢਲੀ ਸਿੱਖਿਆ ਜਿਵੇਂ ਪਿੰਡ ਵਾਲੇ ਸਕੂਲ ਤੋਂ ਹੁੰਦੀ ਹੈ, ਫਿਰ ਉਸ ਤੋਂ ਬਾਅਦ ਇੱਕ ਫਰੀਦਕੋਟ ਹੋਸਟਲ ਦੇ ਵਿੱਚ ਮੈਂ ਕੁਝ ਸਾਲ ਬਤੀਤ ਕੀਤੇ। 2001 ਦੇ ਵਿੱਚ ਮੈਂ
ਸਿੱਖਿਆ ਲੈਣ ਲਈ ਚੰਡੀਗੜ੍ਹ ਸ਼ਹਿਰ ਆ ਗਿਆ ਸੀ, ਮੋਹਾਲੀ ਆ ਗਿਆ ਸੀਗਾ ਤੇ ਇੱਥੇ ਮੈਂ ਗ੍ਰੈਜੂਏਸ਼ਨ ਕੀਤੀ। ਫਿਰ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ, ਮੈਂ MBA ਕੀਤੀ MIT ਯੂਨੀਵਰਸਿਟੀ ਮੋਹਾਲੀ ਤੋਂ, ਤੇ ਮੈਂ BSc ਐਗਰੀਕਲਚਰ ਦਾ ਡਿਪਲੋਮਾ ਕੀਤਾ ਕਿਉਂਕਿ ਆਪਣਾ ਕਿੱਤਾ ਬੜਾ ਇੱਕ ਹੁੰਦਾ ਜਿਹਦੇ ਬਾਰੇ ਜਾਣਨਾ ਬੜਾ ਜ਼ਰੂਰੀ ਹੁੰਦਾ। ਉਸ ਤੋਂ ਬਾਅਦ ਮੌਕਾ ਮਿਲਿਆ ਵੀ ਮੈਂ ਕਾਦੀਆਂ ਸਾਹਿਬ ਨੂੰ ਮਿਲਿਆ ਜੀ 2006 ਦੇ ਕਰੀਬ, ਤੇ ਉਹਨਾਂ ਨਾਲ ਚਲੋ ਨਾਲ ਤੁਰਦੇ ਰਹੇ ਪਰ ਯੂਨੀਅਨ ਜੁਆਇਨ ਨਹੀਂ ਕੀਤੀ ਸੀ। 2017 ਦੇ ਵਿੱਚ ਆ ਕੇ ਮੈਨੂੰ ਉਹਨਾਂ ਨੇ ਕਿਹਾ ਵੀ ਸਾਨੂੰ ਲੋੜ ਹੈ ਤੇਰੇ ਵਰਗੇ ਨੌਜਵਾਨਾਂ ਦੀ, ਤੇ ਐਜ਼ ਅ ਸਪੋਕਸਪਰਸਨ ਮੈਂ ਜੁਆਇਨ ਕਰ ਲਿਆ ਸੀਗਾ। ਤਾਂ ਫਿਰ ਅੰਦੋਲਨ ਚੱਲਿਆ ਜੀ, ਅੰਦੋਲਨ ਦੇ ਵਿੱਚ ਮੈਨੂੰ ਮਤਲਬ ਕਿ ਪ੍ਰਮਾਤਮਾ ਨੇ ਸੇਵਾ ਲਾਈ। ਮੈਂ ਐਜ਼ ਅ ਨੈਸ਼ਨਲ ਸਪੋਕਸਪਰਸਨ ਕੰਮ ਕੀਤਾ ਉੱਥੇ, ਤੇ ਮੈਂ ਕਾਫੀ ਡਿਬੇਟਸ ਜਿਹੜੀਆਂ ਕਿ ਆਪਣੀ ਕਹਿੰਦੇ ਹੁੰਦੇ ਮਾਂ ਭਾਸ਼ਾ ਨੂੰ ਵੀ ਯਾਦ ਰੱਖੋ, ਪਰ ਗੁਰੂ ਸਾਹਿਬ ਨੇ ਕਿਹਾ ਵੀ ਦੂਜੀਆਂ ਭਾਸ਼ਾ ਦਾ ਇਲਮ ਵੀ ਤੁਹਾਨੂੰ ਹੋਣਾ ਚਾਹੀਦਾ। ਬਿਲਕੁਲ। ਸੋ ਜਿਵੇਂ ਕਾਫੀ ਡਿਬੇਟਸ ਜਿਹੜੀਆਂ CNN BBC ਜਾਂ ਹੋਰ ਜਿਹੜੇ ਚੈਨਲ ਸੀਗੇ, France 24, ਉਹਦੇ ਉੱਤੇ ਮੈਂ ਕਰਦਾ ਰਿਹਾ। ਤੇ ਉਸ ਤੋਂ ਬਾਅਦ ਫਿਰ ਇੱਕ ਅਸੀਂ SSM ਦਾ ਗਠਨ ਕੀਤਾ, ਸੰਯੁਕਤ ਸਮਾਜ ਮੋਰਚੇ ਦਾ, ਉਹਦੇ ਵਿੱਚ ਵੀ ਮੈਨੂੰ ਐਜ਼ ਅ ਸਪੋਕਸਪਰਸਨ ਲਾਇਆ ਗਿਆ ਜੀ। ਫਿਰ ਜਦੋਂ ਵਾਰੀ ਆਉਂਦੀ ਹੈ ਟਿਕਟਾਂ ਦੀ, ਤਾਂ ਮੇਰਾ ਇੱਕ ਮਨ ਸੀਗਾ ਵੀ ਪੇਂਡੂ ਖੇਤਰ ਵਿੱਚ ਸਾਡੇ ਕੋਲੇ ਬੰਦੇ ਹੈਗੇ ਆ, ਕਿਉਂਕਿ 2001 ਦੇ ਵਿੱਚ ਮੈਂ ਆ ਗਿਆ ਸੀ, ਤਕਰੀਬਨ 20 ਸਾਲ ਹੋ ਗਏ ਮੈਨੂੰ ਮੋਹਾਲੀ ਦੇ ਵਿੱਚ। ਪਿੰਡਾਂ ਦੇ ਵਿੱਚ ਜ਼ਰੂਰ ਸੀਗੇ, ਪਰ ਜਿਹੜੀ ਮੋਹਾਲੀ ਦੀ ਸੀਟ ਹੈ ਬੜੀ, ਇਹਦੇ ਤੇ ਸਾਰੇ ਪੰਜਾਬ ਦੀ ਨਿਗਾਹ ਹੁੰਦੀ ਹੈ ਕਿਉਂਕਿ ਇੱਥੇ ਬੜੇ ਦਿੱਗਜ ਨੇਤਾ ਹੁੰਦੇ ਆ ਤੇ ਇੰਡਸਟਰੀਅਲ ਸੀਟ ਹੈ। ਇੱਥੇ ਕੋਈ ਛੇਤੀ ਕੋਈ ਆਮ ਪਰਿਵਾਰ ਦਾ ਬੰਦਾ ਕੰਟੈਸਟ ਨਹੀਂ ਕਰਦਾ ਕਿਉਂਕਿ ਉਹਨੂੰ ਡਰ ਲੱਗਦਾ। ਪਰ ਮੈਂ ਬੜਾ ਅੱਗੇ ਹੋ ਕੇ ਇੱਕ ਫੈਸਲਾ ਲਿਆ ਤੇ ਮੈਨੂੰ ਕਹਿੰਦੇ ਹੁੰਦੇ ਸਮਰਥਨ ਕੀਤਾ ਮੇਰੇ ਲੀਡਰਾਂ ਨੇ ਵੀ ਆਪਾਂ ਨੂੰ ਇੱਕ ਨੌਜਵਾਨ ਇਸ ਸੀਟ ਤੇ ਦੇਣਾ ਚਾਹੀਦਾ ਹੈ, ਜਿਹੜਾ ਕਿ ਇਸ ਜਿਹੜੀ ਆਪਾਂ ਇੱਕ ਕਹਿੰਦੇ ਹੁੰਦੇ ਪੈਸੇ ਵਾਲੀ ਰਾਜਨੀਤੀ ਆ ਗਈ ਹੈ ਉਹਦਾ ਤੋੜ ਦੇਣਾ ਚਾਹੀਦਾ ਹੈ। ਸੋ ਅਸੀਂ ਪੈਸੇ ਵਾਲੀ ਰਾਜਨੀਤੀ ਦਾ ਤੋੜ ਦੇਣ ਆਏ ਹਾਂ, ਅਸੀਂ ਆਮ ਲੋਕਾਂ ਦੀ ਰਾਜਨੀਤੀ ਕਰਨ ਆਏ ਹਾਂ, ਆਮ ਲੋਕਾਂ ਦੇ ਵਿੱਚ ਵਿਚਰਨ ਵਾਲੇ ਲੋਕ ਹੈ ਤੇ ਉਹ ਰਾਜਨੀਤੀ ਕਰਨ ਆਏ ਆ ਕਿਉਂਕਿ ਇੱਥੇ ਬੜੇ ਸੁਲਝੇ ਹੋਏ ਲੋਕ ਹੈ। ਜਿਹੜਾ ਵੋਟਰ ਹੈ ਮੋਹਾਲੀ ਦਾ ਉਹ ਬੜਾ ਸੁਲਝਿਆ ਹੋਇਆ ਹੈ। ਇਸ ਕਰਕੇ ਸਾਨੂੰ ਲੋਕਾਂ ਨੇ ਬੜਾ ਮੇਰੇ ਕੋਲ ਆਉਂਦੇ ਰਹੇ ਤੇ ਮੈਨੂੰ ਕਹਿੰਦੇ ਰਹੇ ਵੀ ਤੁਸੀਂ ਇਸ ਸੀਟ ਤੋਂ ਜ਼ਰੂਰ ਕੰਟੈਸਟ ਕਰੋ, ਅਸੀਂ ਤੁਹਾਡੇ ਨਾਲ ਹੈ। ਸੋ ਇਸ ਕਰਕੇ ਪ੍ਰਮਾਤਮਾ ਨੇ ਮੌਕਾ ਦਿੱਤਾ। ਬਾਕੀ ਜਿੱਥੋਂ ਤੱਕ ਪ੍ਰਮਾਤਮਾ ਹੁਣ ਲੈ ਕੇ ਆਇਆ ਉਹਦਾ ਸ਼ੁਕਰਾਨ ਕਰਦਾ, ਤੇ ਅੱਗੇ ਵੀ ਜਿੱਥੇ ਲੈ ਕੇ ਜਾਊਗਾ ਉਹ ਉਹਦੀ ਮਰਜ਼ੀ ਹੈ। ਤੁਸੀਂ ਬੜਾ ਸੰਖੇਪ ਵਿੱਚ ਆਪਣੇ ਬਾਰੇ ਦੱਸਦਾ, ਇੱਕ ਆਪਣੀ ਐਜੂਕੇਸ਼ਨ ਬਾਰੇ ਵੀ ਦੱਸ ਦਿਓ ਕਿਉਂਕਿ ਹੁਣ ਤੱਕ ਤਾਂ ਸਾਨੂੰ ਅਨਪੜ੍ਹ ਲੀਡਰ ਹੀ ਮਿਲਦੇ ਰਹੇ ਆ। ਬਹੁਤੇ ਤਾਂ ਇਹੋ ਜਿਹੇ ਆ ਜਿਨ੍ਹਾਂ ਨੇ ਕਦੀ ਸਕੂਲ ਦਾ ਮੂੰਹ ਨਹੀਂ ਦੇਖਿਆ, ਉਹ ਵੀ ਲੀਡਰ ਬਣ ਜਾਂਦੇ ਆ। ਹਾਲੇ ਤੱਕ ਤਾਂ ਰਿਕੁਆਇਰਮੈਂਟ ਇਹ ਸੀ ਵੀ ਤੁਹਾਡੇ ਤੇ ਕੇਸ ਕਿੰਨੇ ਚੱਲਦੇ ਆ। ਸੋ ਆਪਣੀ ਐਜੂਕੇਸ਼ਨ ਬਾਰੇ ਵੀ ਦੱਸ ਦਿਓ ਵੀ ਤੁਹਾਡੀ ਐਜੂਕੇਸ਼ਨ ਕੀ ਆ। ਮੈਂ ਸਰ ਪਹਿਲਾਂ ਗ੍ਰੈਜੂਏਸ਼ਨ ਕੀਤੀ ਹੈ, ਫਿਰ ਮੈਂ MBA ਕੀਤੀ ਹੈ, ਮਾਸਟਰਸ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ, ਡੁਅਲ ਡਿਗਰੀ ਹੈ ਮੇਰੀ HR ਤੇ ਮਾਰਕੀਟਿੰਗ ਦੀ, ਤੇ ਗ੍ਰੇਡ 1 ਦੇ ਵਿੱਚ ਮੈਂ ਕੀਤੀ ਹੈ। ਫਿਰ ਮੈਂ ਸਕੂਲ ਟਾਈਮ ਤੋਂ ਹੀ ਸਪੋਰਟਸਮੈਨ ਰਿਹਾ ਜੀ। ਮੈਂ 4 ਵਾਰੀ ਸਟੇਟ ਵਿਨਰ ਹਾਂ ਫੁੱਟਬਾਲ ਦੇ ਵਿੱਚ, 1 ਵਾਰੀ ਵਾਲੀਬਾਲ ਦੇ ਵਿੱਚ ਸਟੇਟ ਵਿਨਰ ਹਾਂ ਜੀ, ਤੇ 2 ਵਾਰੀ ਮੈਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਚੁੱਕਿਆ ਫੁੱਟਬਾਲ ਦੇ ਵਿੱਚ। ਤਾਂ ਉਸ ਤੋਂ ਬਾਅਦ ਮੈਂ ਜਿਹੜਾ ਕੀ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਵਿਨਰ ਆਏ ਸੀ ਅਸੀਂ 1 ਵਾਰੀ ਫੁੱਟਬਾਲ ਦੇ ਵਿੱਚ, ਉਸ ਟੀਮ ਦਾ ਮੈਂ ਕੈਪਟਨ ਸੀਗਾ। ਤੇ ਫਿਰ ਉਸ ਤੋਂ ਬਾਅਦ ਜਿਵੇਂ ਹੁਣ ਵੀ ਮਤਲਬ ਖੇਡਾਂ ਦਾ ਬੜਾ ਸ਼ੌਂਕ ਹੈ, ਪਰ ਹੁਣ ਕਹਿੰਦੇ ਹੁੰਦੇ ਟਾਈਮ ਘੱਟ ਜਾਂਦਾ ਕਿਉਂਕਿ ਹੋਰ ਬਹੁਤ ਦੁਨਿਆਵੀ ਕੰਮ ਹੋ ਜਾਂਦੇ ਆ। ਫਿਰ ਮੈਂ MBA ਕਰਨ ਤੋਂ ਬਾਅਦ ਜਦੋਂ ਆਪਦੇ ਕੰਮਕਾਰ ਦੇ ਵਿੱਚ ਪਿਆ, ਤੇ ਪਰ ਮੈਨੂੰ ਇੱਕ ਪਤਾ ਲੱਗਿਆ ਵੀ ਮੈਂ ਫਾਰਮਿੰਗ ਤਾਂ ਕਰਨੀ ਹੈ ਕਿਉਂਕਿ ਆਪਣਾ ਮੁੱਖ ਕਿੱਤਾ ਹੈ, ਤੇ ਮੈਂ BSc ਐਗਰੀਕਲਚਰ ਦਾ ਫਿਰ ਡਿਪਲੋਮਾ ਕੀਤਾ। ਡਿਪਲੋਮਾ ਕਰਕੇ ਮੈਂ ਅੱਜ ਵੀ ਐਗਰੀਕਲਚਰ ਨਾਲ ਰਿਲੇਟਡ ਹੈ, ਮੇਰੇ ਪਿਤਾ ਜੀ ਵੀ ਐਗਰੀਕਲਚਰ ਨਾਲ ਰਿਲੇਟਡ ਹੈ, ਤੇ ਠੀਕ ਹੈ ਕੰਮਕਾਰ ਕਰ ਲਈਦੇ ਹੈ, ਪਰ ਜਿਹੜਾ ਮੁੱਖ ਕਿੱਤਾ ਹੈ ਉਹ ਸਾਡਾ ਐਗਰੀਕਲਚਰ ਹੀ ਹੈ ਕਿਉਂਕਿ ਉਹੀ ਹੈ ਕਹਿੰਦੇ ਜਿਹੜਾ ਗੁਰੂ ਜੀ ਨੇ ਸਿਖਾਇਆ ਆਪਾਂ ਨੂੰ ਵੀ 10 ਨੌਆਂ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ, ਉਹ ਇੱਕ ਕਹਿੰਦੇ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੰਨਾ ਕਹਿੰਦੇ ਗੁਰੂ ਨੇ ਜਿਹੜੀ ਸੇਵਾ ਲਾਈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਠੀਕ। ਤੁਸੀਂ ਕਾਫੀ ਸਮਾਂ ਲਾਇਆ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਜਦੋਂ ਇਹ ਅੰਦੋਲਨ ਚੱਲ ਰਿਹਾ ਸੀ, ਤੇ ਕਿਉਂਕਿ ਜਿਹੜੀ ਤੁਹਾਡੀ ਏਜ ਆ ਮੇਰਾ ਖਿਆਲ 25 ਸਾਲ ਹੈ ਤੁਹਾਡੀ ਏਜ ਸ਼ਾਇਦ? ਨਹੀਂ ਸਰ, ਮੇਰੀ ਏਜ ਅਰਾਊਂਡ ਹੈਗੀ 37। 37 ਤੋਂ ਫਿਰ ਵੀ ਯੰਗ ਇਸ ਉਮਰ ਦੇ ਵਿੱਚ ਹੁੰਦਾ ਕਿ ਮੈਂ ਆਪਣੀ ਕੋਈ ਜੌਬ ਕਰ ਲਵਾਂ, ਮੈਂ ਪੈਸਾ ਕਮਾ ਲਵਾਂ। ਕਿਸੇ ਦਾ ਇੰਟਰਸਟ ਨਹੀਂ ਹੁੰਦਾ ਮੈਂ ਆਪਣੀ ਜ਼ਿੰਦਗੀ ਦਾ 1 ਸਾਲ ਜਾ ਕੇ ਖਰਾਬ ਕਰ ਦੇਵਾਂ, ਜਿਹਨੂੰ ਬਹੁਤੇ ਲੋਕੀ ਖਰਾਬ ਕਰਨਾ ਹੀ ਕਹਿੰਦੇ ਆ। ਹਾਲਾਂਕਿ ਸਾਡਾ ਕਲੋਜ਼ ਫਰੈਂਡ ਡਾਕਟਰ ਸਵੈਮਾਨ ਐਡੀ ਵੱਡੀ ਜੌਬ ਛੱਡ ਕੇ ਉੱਥੇ 1 ਸਾਲ ਬੈਠਾ ਰਿਹਾ, ਘਰਦਿਆਂ ਨੇ ਵੀ ਜ਼ੋਰ ਲਾਇਆ, ਬੜੇ ਯਾਰਾਂ ਦੋਸਤਾਂ ਨੇ ਵੀ ਕਿਹਾ ਵੀ ਆ ਜਾਓ ਤੁਸੀਂ
ਟਾਈਮ ਖਰਾਬ ਕਰ ਰਹੇ, ਉੱਥੇ ਕੁਝ ਨਹੀਂ ਹੋਣਾ, ਅਸੀਂ ਕਰਕੇ ਦੇਖ ਲਿਆ। ਤੁਹਾਡੇ ਦਿਮਾਗ 'ਚ ਕਿੱਦਾਂ ਆਇਆ ਵੀ ਮੈਂ ਉੱਥੇ ਜਾ ਕੇ, ਕਿਉਂਕਿ ਅਸੀਂ ਫੋਟੋਆਂ ਤੁਹਾਡੀਆਂ ਦੇਖਦੇ ਰਹੇ ਹਾਂ, ਕਿਤੇ ਸ਼ੂ ਬਦਲ ਰਹੇ ਹਾਂ ਉਹਨਾਂ ਦੇ, ਕਿਤੇ ਕੁਛ, ਕਿਤੇ ਲੰਗਰਾਂ ਦੀ ਸੇਵਾ ਕਰ ਰਹੇ ਹਾਂ, ਤੇ ਉਹ ਕਿਸ ਤਰ੍ਹਾਂ ਦੀਆਂ ਸੇਵਾ ਨਿਭਾਈਆਂ ਉਹਦੇ ਬਾਰੇ ਜ਼ਰੂਰ ਦੱਸੋ। ਜਿਹੜਾ ਬਾਰਡਰ ਦੇ ਉੱਤੇ ਜੋ ਕੁਝ ਤੁਸੀਂ ਕੀਤਾ ਤੇ ਉੱਥੋਂ ਕੀ ਤੁਹਾਨੂੰ ਲੈਸਨ ਮਿਲਿਆ ਜ਼ਿੰਦਗੀ ਦਾ? ਦੇਖੋ, ਮੈਨੂੰ ਮੈਂ ਕਹੂੰਗਾ ਵੀ ਮੇਰੇ ਪ੍ਰਮਾਤਮਾ ਨੇ ਬਹੁਤ ਵੱਡਾ ਮੈਨੂੰ ਇੱਕ ਸੁਭਾਗ ਬਖਸ਼ਿਆ ਕਿ ਮੈਂ ਜਿਹੜੇ ਮੇਰੇ ਬਜ਼ੁਰਗ ਆਏ ਸੀਗੇ, ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਗਿਆ ਤਾਂ ਮੇਰੇ ਆਪਦੇ ਬੂਟ ਜਰਾਬਾਂ ਪਾਏ ਹੋਏ ਸੀਗੇ ਤੇ ਠੰਡ ਦਾ ਮੌਸਮ ਸੀਗਾ, ਤੇ ਮੈਂ ਆਪਦੇ ਬਜ਼ੁਰਗਾਂ ਨੂੰ ਵੇਖਿਆ, ਕਿਉਂਕਿ ਪਾਣੀ ਦੀਆਂ ਬੁਛਾਰਾਂ ਵੱਜੀਆਂ ਸੀ ਕਿਸੇ ਦੇ, ਕਿਉਂਕਿ ਆਮ ਪਿੰਡਾਂ 'ਚ ਆਪਣੇ ਜੁੱਤੀ ਜਾਂ ਚੱਪਲ ਪਾਈ ਹੁੰਦੀ ਹੈ, ਕਿਸੇ ਕੋਲ ਇੱਕ ਜੁੱਤੀ ਸੀ, ਕਿਸੇ ਕੋਲੇ ਚੱਪਲਾਂ ਪਾਈਆਂ ਸੀਗੀਆਂ। ਸੋ ਮਨ ਨੂੰ ਬੜਾ ਇੱਕ ਇਹ ਲੱਗਿਆ ਵੀ ਜੇ ਪ੍ਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੈ ਵੀ ਆਪਾਂ ਕਿਉਂ ਨਾ ਮੈਂ ਇਹਨਾਂ ਲਈ ਬੂਟ ਜਰਾਬਾਂ ਲੈ ਕੇ ਆਵਾਂ। ਸੋ ਪਹਿਲੇ ਦਿਨ ਮੈਂ 200 ਬੂਟ ਜਰਾਬਾਂ ਲੈ ਕੇ ਗਿਆ ਸੀ, ਮੈਂ ਉਹ ਆਪਦੇ ਬਜ਼ੁਰਗਾਂ ਨੂੰ ਵੰਡੀਆਂ। ਉਸ ਤੋਂ ਬਾਅਦ ਮੇਰੇ ਕੋਈ ਸਾਥੀ ਜਿਹੜੇ ਮੇਰੇ ਮਿੱਤਰ ਪਿਆਰੇ ਜੀ ਆਸਟ੍ਰੇਲੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਉਹ ਕਹਿੰਦੇ ਅਸੀਂ ਵੀ ਸੇਵਾ ਕਰਨੀ ਹੈ। ਅਸੀਂ ਰਲ ਕੇ ਫਿਰ 2000 ਬੂਟਾਂ ਦੀ ਸੇਵਾ ਕੀਤੀ। ਜਦੋਂ 2000 ਦੀ ਕੀਤੀ, ਫਿਰ ਹੋਰ ਸੱਜਣ ਜੁੜ ਗਏ, ਫਿਰ ਅਸੀਂ 5000 ਦੀ ਸੇਵਾ ਕੀਤੀ। ਤਕਰੀਬਨ ਅਸੀਂ ਸਾਰੇ ਅੰਦੋਲਨ ਦੇ ਵਿੱਚ ਅਰਾਊਂਡ 7600-7700 ਬੂਟ ਜਰਾਬਾਂ ਜਿਹੜੀਆਂ ਅਸੀਂ ਆਪਦੇ ਬਜ਼ੁਰਗਾਂ ਦੇ, ਤੇ ਪਰ ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਪੁੰਨ ਲਿਆ ਉਹ ਇਹ ਲਿਆ ਵੀ ਆਪਦੇ ਬਜ਼ੁਰਗਾਂ ਨੂੰ ਬਿਠਾਈ ਦਾ ਸੀ ਕੁਰਸੀ ਤੇ। ਉਹਨਾਂ ਦੇ ਪਹਿਲਾਂ ਪੈਰ, ਕਿਉਂਕਿ ਪੈਰਾਂ ਦੇ ਵਿੱਚ ਵਿਆਈਆਂ ਪਈਆਂ ਹੋਈਆਂ ਸੀਗੀਆਂ, ਉਹਨਾਂ ਨੂੰ ਸਾਫ਼ ਕੀਤਾ ਸੀ, ਉਹਦੇ ਜਰਾਬਾਂ ਪਾ ਕੇ ਤੇ ਆਪ ਬੂਟ ਪਵਾਏ ਆ ਹਰ ਬੰਦੇ ਦੇ। ਸੋ ਮੈਂ ਤਾਂ ਕਹੂੰਗਾ ਵੀ ਮੈਨੂੰ ਤਾਂ ਇੱਕ ਬੜੀ ਵੱਡੀ ਸੇਵਾ ਲਾਈ ਸੀ ਗੁਰੂ ਨੇ। ਉਸ ਤੋਂ ਬਾਅਦ ਲੰਗਰਾਂ ਦੀ ਸੇਵਾ, ਜਾਂ ਜਿਵੇਂ ਤੁਸੀਂ ਲਾ ਲਓ ਵੀ ਇਹ ਵੀ ਇੱਕ ਸੇਵਾ ਸੀ ਵੀ ਜਿਹੜੀ ਆਪਾਂ ਜਿਹੜੇ ਚੈਨਲਾਂ ਤੇ ਆਪਦੇ ਆਪ ਨੂੰ ਇੱਕ ਆਪਦੇ ਮੋਰਚੇ ਨੂੰ ਰਿਪਰੈਜ਼ੈਂਟ ਕਰਨਾ, ਕਿਉਂਕਿ ਅਕਸਰ ਕਿਹਾ ਜਾਂਦਾ ਸੀ ਵੀ ਕਿਸਾਨ ਤਾਂ ਅਨਪੜ੍ਹ ਹੈ, ਕਿਸਾਨਾਂ ਨੂੰ ਕੁਛ ਪਤਾ ਹੀ ਨਹੀਂ। ਅਸੀਂ ਮਤਲਬ ਜੇ BBC, CNN ਜਾਂ ਜਿਹੜੇ France 24 ਵਰਗੇ ਚੈਨਲ ਆ, ਜੇ ਉਹਨਾਂ ਤੇ ਜਾ ਕੇ ਆਪਾਂ ਡਿਬੇਟ ਕਰਕੇ ਆਪਦੇ ਮੋਰਚੇ ਨੂੰ ਡਿਫੈਂਡ ਕੀਤਾ ਤਾਂ ਕਿਤੇ ਨਾ ਕਿਤੇ ਇਹਨੂੰ ਵਰਲਡ ਵਾਈਡ ਲੈ ਕੇ ਗਏ। ਸੋ ਇੱਕ ਜਿਹੜੀ ਸੇਵਾ ਭਾਵਨਾ ਸੀ, ਉਹ ਮੈਂ ਤਾਂ ਕਹਿੰਦਾ ਮੇਰੇ ਤੋਂ ਤਾਂ ਗੁਰੂ ਨੇ ਸੇਵਾ ਕਰਾਈ ਤੇ ਅੱਗੇ ਵੀ ਇਹੀ ਸੇਵਾ ਕਰਾਉਂਦਾ ਰਹੇ। ਮੈਂ ਸ਼ੁਕਰਾਨ ਕਰਦਾ ਆਪਣੇ ਪ੍ਰਮਾਤਮਾ ਦਾ ਇਸ ਲਈ। ਮੈਂ ਨਾ ਇੱਥੇ ਇੱਕ ਗੱਲ ਜ਼ਰੂਰ ਐਡ ਕਰਨੀ ਚਾਹੁੰਦਾ ਹਾਂ ਕਿ ਬਹੁਤ ਸਾਰੇ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਆ, ਉਹਨਾਂ ਦੀਆਂ ਵੀ ਇਹੋ ਜਿਹੀਆਂ ਫੋਟੋਆਂ ਹੁੰਦੀਆਂ ਆ ਜਿੱਥੇ ਕਿਸੇ ਦੀ ਜੁੱਤੀ ਝਾੜ ਰਹੇ ਹੁੰਦੇ ਆ, ਜੁੱਤੀ ਪਾ ਰਹੇ ਹੁੰਦੇ ਆ, ਪਰ ਉਹ ਲੀਡਰ ਬਣਨ ਤੋਂ ਬਾਅਦ ਦੀਆਂ ਹੁੰਦੀਆਂ, ਰਾਜਨੀਤੀ 'ਚ ਆਉਣ ਤੋਂ ਬਾਅਦ ਦੀਆਂ ਹੁੰਦੀਆਂ ਸਾਰੀਆਂ ਫੋਟੋਆਂ, ਤੇ ਉਹ ਦਿਖਾਵੇ ਦੀਆਂ ਹੁੰਦੀਆਂ। ਹੁਣ ਬੜੀਆਂ ਫੋਟੋਆਂ ਵਾਇਰਲ ਹੁੰਦੀਆਂ ਆ, ਆਪਣੇ ਕੈਪਟਨ ਸਾਹਿਬ ਕਿਤੇ ਲੰਗਰ ਬਣਾ ਰਹੇ ਆ, ਕਿਤੇ ਸੁਖਬੀਰ ਬਾਦਲ ਲੰਗਰ ਬਣਾ ਰਿਹਾ, ਕਿਤੇ ਕੇਜਰੀਵਾਲ ਹੁਣ ਲੰਗਰ ਬਣਾਉਣ ਲੱਗ ਪਿਆ ਉਹਨਾਂ ਨਾਲ ਦੇਖ ਕੇ, ਪਰ ਉਹ ਬਾਅਦ 'ਚ ਹੁੰਦੀਆਂ ਆ। ਜਦੋਂ ਤੁਸੀਂ ਇਹ ਸੇਵਾ ਕਰ ਰਹੇ ਸੀ, ਉਦੋਂ ਤੁਹਾਡੇ ਦਿਮਾਗ 'ਚ ਸੀ ਕਦੇ ਵੀ ਮੈਂ ਵੀ ਇਲੈਕਸ਼ਨ ਲੜਨੀ ਆ ਤੇ ਮੈਂ ਖੜਨਾ ਆ ਤੇ ਮੈਂ ਇਹਨੂੰ ਵਰਤਣਾ ਆ ਉਦੋਂ ਜਾ ਕੇ ਇਸ ਕੰਮ ਲਈ? ਨਹੀਂ ਸਰ, ਮੈਂ ਤਾਂ ਇੱਕ ਦੇਖੋ ਆਮ ਪਰਿਵਾਰ ਚੋਂ ਆ, ਆਮ ਇੱਕ ਕਹਿੰਦੇ ਹੁੰਦੇ ਆ ਕਿਸਾਨੀ ਪਰਿਵਾਰ ਚੋਂ ਆ, ਤੇ ਮੈਂ ਤਾਂ ਇੱਕ ਆਪਦੇ ਪਰਿਵਾਰ ਦਾ ਥੈਂਕਸ ਕਰਦਾ ਵੀ ਮੈਨੂੰ ਇਸ ਕਾਬਲ ਕੀਤਾ ਵੀ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਜਿਹੜੇ ਕਿੱਤਾ ਆਪਣਾ ਮੁੱਖ ਕਿੱਤਾ, ਜਿਹੜਾ 80% ਆਫ ਦੀ ਪੋਪੂਲੇਸ਼ਨ ਆਪਣੀ ਡਿਪੈਂਡੈਂਟ ਹੈ ਪੰਜਾਬ ਦੀ ਕਿਸਾਨੀ ਤੇ, ਆਪਾਂ ਬੈਕਬੋਨ ਹੈ ਜਿਹੜੀ ਇਕੋਨਮੀ ਆਫ ਪੰਜਾਬ, ਤਾਂ ਮੈਂ ਤਾਂ ਇਹ ਕਹਿੰਦਾ ਸ਼ੁਕਰਾਨ ਕਰਦਾ ਵੀ ਮੈਨੂੰ ਇਸ ਕਾਬਲ ਕੀਤਾ, ਮੈਂ ਕਿਤੇ ਨਾ ਕਿਤੇ ਰਿਪਰੈਜ਼ੈਂਟ ਕੀਤਾ ਤੇ ਮੈਂ ਉਹਦੀ ਸੇਵਾ ਕੀਤੀ। ਨਾ ਹੀ ਮੈਂ ਕਦੇ ਸੋਚਿਆ ਸੀ ਸਰ, ਮੈਂ ਤਾਂ ਜਿੱਥੇ ਅੱਜ ਵੀ ਬੈਠਾ, ਮੈਨੂੰ ਤਾਂ ਇਹ ਕਹਿੰਦੇ ਹੁੰਦੇ, ਮੈਨੂੰ ਤਾਂ ਬੜਾ ਲੋਕ ਡਰਾਉਂਦੇ ਵੀ, ਅੱਜ ਵੀ ਡਰਾਉਂਦੇ ਰਹੇ ਲੋਕ ਵੀ ਜਿੱਥੇ ਤੂੰ ਪੰਗਾ ਲਿਆ ਉੱਥੇ ਕਹਿੰਦੇ ਬੜੇ ਦਿੱਗਜ ਨੇਤਾ ਹੈ। ਫਿਰ ਇੱਕ ਗੱਲ ਸੋਚੀ ਦੀ ਹੈ ਵੀ ਜਦੋਂ ਅਸੀਂ ਦਿੱਲੀ ਜਾ ਕੇ ਪੰਗਾ ਲਿਆ ਸੀਗਾ, ਉਦੋਂ ਇਸ ਤੋਂ ਵੀ ਦਿੱਗਜ ਨੇਤਾ ਸੀਗੇ। ਜੇ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ, ਇੱਥੇ ਵੀ ਸਭ ਕੁਝ ਪ੍ਰਮਾਤਮਾ ਹੀ ਕਰੂਗਾ, ਲੋਕ ਹੀ ਕਰਨਗੇ, ਕਿਉਂਕਿ ਜਿਵੇਂ ਆਪਾਂ ਉਹ ਅੰਦੋਲਨ ਲੋਕਾਂ ਨੇ ਜਿੱਤਿਆ, ਇਹ ਵੀ ਦੂਜਾ ਅੰਦੋਲਨ ਹੈ, ਇਹ ਵੀ ਲੋਕ ਹੀ ਜਿੱਤਣਗੇ। ਨਾ ਕਦੇ ਪਹਿਲਾਂ ਸੋਚਿਆ ਸੀ ਸਰ, ਮੈਂ ਤਾਂ ਮੇਰੇ ਪਰਿਵਾਰ 'ਚ ਤਾਂ ਕੋਈ ਕਹਿੰਦੇ ਹੁੰਦੇ ਆ ਵੀ ਮੈਂਬਰ ਪੰਚਾਇਤ ਵੀ ਨਹੀਂ ਬਣਿਆ ਜੀ। ਦੂਸਰੀ ਗੱਲ ਤਾਂ ਸਰਪੰਚ ਬਣਨਾ ਤਾਂ ਬਹੁਤ ਵੱਡੀ ਗੱਲ ਹੈ। ਇੱਕ ਆਮ ਪਰਿਵਾਰ ਦੇ ਵਿੱਚ ਉੱਠ ਕੇ ਇੱਕ ਆਮ ਜੀਵਨ ਬਤੀਤ ਕਰਨ ਵਾਲੇ ਜੀ ਮੇਰੇ ਮਾਤਾ ਪਿਤਾ ਵੀ ਤੇ ਅਸੀਂ ਵੀ, ਤੇ ਇਸ ਜੇ ਕਹਿੰਦੇ ਹੁੰਦੇ ਬਹੁਤ ਵੱਡੀ ਗੱਲ ਹੈ ਸਾਡੇ ਲਈ। ਤਾਂ ਇੱਕ ਕਹਿੰਦੇ ਹੁੰਦੇ ਆ ਟਿਕਟ ਮਿਲਣੀ ਵੀ ਇੱਕ ਸਾਡੇ ਦਾ ਰਿਸ਼ਤੇਦਾਰਾਂ ਤੱਕ ਬਹੁਤ ਵੱਡੀ ਗੱਲ ਬਣ ਗਈ ਵੀ ਪਤਾ ਨਹੀਂ ਇਹ ਕਿਵੇਂ ਟਿਕਟ ਮਿਲ ਗਈ, ਕੀ ਹੋ ਗਿਆ, ਕੀ ਹੋ ਗਿਆ ਵੀ ਸਾਡੇ ਤਾਂ ਖੁਸ਼ੀ ਦਾ ਕੋਈ ਜ਼ਾਹਿਰ ਹੀ ਨਹੀਂ ਕਰ ਰਹੇ, ਅਸੀਂ ਕਿਵੇਂ ਉਹਨੂੰ ਕਰੀਏ। ਸੋ ਉਸ ਦਾ ਇੱਕ ਸ਼ੁਕਰਾਨ ਕਰ ਸਕਦੇ ਹਾਂ ਪ੍ਰਮਾਤਮਾ ਦਾ ਜੀ ਇਹ ਸਾਰੇ ਕਾਸੇ ਲਈ। ਠੀਕ, ਹਾਂਜੀ ਜੁਗਮਨ ਸਿੰਘ ਭਾਜੀ, ਅਗਲੀ ਗੱਲ ਆਪਾਂ ਕਰਦੇ ਹਾਂ। ਇੱਕ ਤੁਸੀਂ ਬਹੁਤ ਵਧੀਆ ਸ਼ਬਦ ਇਸਤੇਮਾਲ ਕੀਤਾ ਆਪਣੀ ਗੱਲ ਦੇ ਵਿੱਚ ਕਿ ਅਸੀਂ ਬਿਨਾਂ ਪੈਸੇ ਤੋਂ ਰਾਜਨੀਤੀ ਕਰਨੀ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਜੀ, ਕਿਉਂਕਿ ਇਹ ਬੇਸਿਕ ਸਵਾਲ ਆ ਹਰ ਇੱਕ ਬੰਦੇ ਦਾ ਵੀ ਯਾਰ ਜਦੋਂ ਅਸੀਂ ਕਿਤੇ ਇੱਥੇ ਖੜੀਦਾ ਆ ਗਰੁੱਪ ਦੇ ਵਿੱਚ, ਇੱਥੇ ਪਾਰਟੀਆਂ ਹੁੰਦੀਆਂ ਸਾਡੇ ਜਾਂ
ਅਸੀਂ ਗੁਰਦੁਆਰੇ ਜਾ ਕੇ ਖੜਦੇ ਹਾਂ, ਉੱਥੇ ਆ ਵੀ ਜੇ ਇਹਨਾਂ ਨੂੰ ਪੈਸੇ ਨਹੀਂ ਜਾਣਗੇ ਜਾਂ ਪੈਸੇ ਨਹੀਂ ਮਿਲਣਗੇ, ਲੜਾਈ ਕਿੱਦਾਂ, ਚੋਣ ਕਿੱਦਾਂ ਲੜਨਗੇ। ਸੋ ਇੱਕ ਤਾਂ ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰੋ, ਪੈਸੇ ਤੋਂ ਬਿਨਾਂ ਕਿੱਦਾਂ ਚੋਣ ਲੜੀ ਜਾਂਦੀ ਆ, ਜਿਹੜਾ ਦਰਸ਼ਕਾਂ ਨੂੰ ਇਹ ਪਤਾ ਲੱਗ ਸਕੇ, ਸਰੋਤਿਆਂ ਨੂੰ ਇਹ ਪਤਾ ਲੱਗ ਸਕੇ। ਦੇਖੋ, ਆਪਾਂ ਇਹ ਆਪਣੇ ਲਈ ਨਾ ਇਹਨਾਂ ਨੇ ਰਾਜਨੀਤੀ ਨੂੰ ਗੰਧਲਾ ਕਰ ਦਿੱਤਾ ਸੀਗਾ, ਕਿਉਂਕਿ ਪਹਿਲਾਂ ਇਹ ਆਪਾਂ ਨੂੰ ਇਹ ਖਰੀਦਦੇ ਸੀ, ਇੱਕ ਹਿਸਾਬ ਦਾ ਆਪਣੇ ਲੋਕਾਂ ਨੂੰ ਖਰੀਦਦੇ ਸੀ, ਕਿਉਂਕਿ ਆਪਾਂ ਬੜੇ ਭੋਲੇ ਲੋਕ ਹੁੰਦੇ ਆ। ਆਪਾਂ ਨੂੰ ਕਹਿ ਦਿੰਦੇ ਸੀ ਅਸੀਂ ਆਹ ਚੀਜ਼ਾਂ ਦੇਵਾਂਗੇ, ਉਹ ਦੇਵਾਂਗੇ, ਮੋਟਰਸਾਈਕਲ, ਸਕੂਟਰ ਤੱਕ ਇਲੈਕਸ਼ਨਾਂ ਹੀ ਦੇ ਦਿੰਦੇ ਸੀ। ਪਰ ਇੱਕ ਵੱਖਰਾ ਢੰਗ ਅਸੀਂ ਇਸ ਲਈ ਅਪਣਾਇਆ, ਕਿਉਂਕਿ ਜੇ ਆਪਾਂ ਹੁਣ ਵੀ ਨਾ ਅਪਣਾਇਆ ਸਰ, ਤਾਂ ਆਪਾਂ ਬਹੁਤ ਮਤਲਬ ਕਿ ਲੇਟ ਹੋ ਜਾਾਂਗੇ। ਪੰਜਾਬ ਨੂੰ ਫਿਰ ਕਹਿੰਦੇ ਹੁੰਦੇ ਸਿੱਧੇ ਰਾਹ ਤੇ ਪਾਉਣ ਵਾਲਾ ਅਗਲੀ ਪੀੜ੍ਹੀ ਦੇ ਵੱਸ ਨਹੀਂ ਰਹਿਣਾ, ਕਿਉਂਕਿ ਅਗਲੀ ਪੀੜ੍ਹੀ ਸਾਰੀ ਆਪਣੀ ਅਦਰ ਕੰਟਰੀਜ਼ 'ਚ ਜਾ ਰਹੀ ਹੈ, ਕਿਉਂਕਿ ਉਹ ਅੱਕ ਚੁੱਕੀ ਹੈ। ਸੋ ਜੇ ਹੁਣ ਅਸੀਂ ਨਾ ਪਹਿਲ ਕਰਦੇ ਤਾਂ ਕਿਸੇ ਹੋਰ ਨੇ ਕਰਨੀ ਨਹੀਂ ਸੀ। ਇਲੈਕਸ਼ਨ ਲੜਨ ਲਈ ਕੀ ਚਾਹੀਦਾ ਹੁੰਦਾ ਜੀ? ਜਿਵੇਂ ਆਪਾਂ ਅੰਦੋਲਨ ਲੜਿਆ, ਅੰਦੋਲਨ ਕਾਹਦੇ ਸਿਰ ਤੇ ਲੜਿਆ? ਲੋਕਾਂ ਨੇ ਸਿਰਫ ਆਪਾਂ ਉੱਥੇ 3 ਟਾਈਮ ਦੀ ਅਸੀਂ ਲੰਗਰ ਛਕਦੇ ਹੁੰਦੇ ਸੀਗੇ ਤੇ ਕੰਮ ਲਈ ਤੁਰੇ ਫਿਰਦੇ ਹੁੰਦੇ ਸੀਗੇ। ਕੀ ਸਾਨੂੰ ਵੋਟਾਂ ਖਰੀਦਣ ਲਈ ਪੈਸੇ ਚਾਹੀਦੇ ਹੁੰਦੇ ਆ, ਜਾਂ ਕੋਈ ਆਪਾਂ ਨਸ਼ਾ ਵੰਡਾਂਗੇ ਉਹਦੇ ਲਈ ਪੈਸੇ ਚਾਹੀਦੇ ਹੁੰਦੇ ਆ? ਦੂਸਰਾ, ਆਪਣਾ ਜੇ ਕਿਸੇ ਪਰਿਵਾਰ ਕੋਲੇ ਵੀ ਜਾਂਦੇ, ਮੈਂ ਤਾਂ ਉਹੋ ਜਿਹਾ ਬੰਦਾ ਜੀ, ਮੈਂ ਤਾਂ ਸਕੂਟਰ ਮੋਟਰਸਾਈਕਲ ਤੇ ਵੀ ਜਾ ਵੜੂੰਗਾ, ਜੇ ਕਾਰ ਮਿਲ ਜੇ ਕਾਰ ਤੇ ਵੀ ਜਾ ਵੜੀ, ਜੇ ਸਾਈਕਲ ਮਿਲਦੇ ਸਾਈਕਲ ਤੇ ਵੀ ਜਾ ਵੜੀਦਾ। ਵੀ ਤੁਰਨ ਫਿਰਨ ਵਾਲੇ ਬੰਦੇ ਆ, ਆਟੋ ਮਿਲ ਜੇ ਆਟੋ ਚੜ੍ਹ ਜਾਈਦਾ। ਅੰਦੋਲਨ 'ਚ ਵੀ ਐਂ ਕਰੀਦਾ ਸੀ। ਸੋ ਉਵੇਂ ਇਹ ਅੰਦੋਲਨ ਹੈ, ਇਹ ਸਾਡੇ ਲਈ, ਅਸੀਂ ਇਹਨੂੰ ਐਸੇ ਅੰਦੋਲਨ ਲੈ ਕੇ ਚੱਲੇ ਹਾਂ, ਐਸਾ ਮੋਰਚਾ ਲੈ ਕੇ ਚੱਲੇ ਹਾਂ ਵੀ ਕੋਈ ਚੀਜ਼, ਕਿਸੇ ਚੀਜ਼ ਦਾ ਅੱਜ ਤੱਕ ਵੀ ਕੋਈ ਵੀ ਇਹ ਕਹਿ ਦੇ ਵੀ ਕਿਸੇ ਤੋਂ ਜੇ ਤੁਹਾਨੂੰ ਕੋਈ ਚੀਜ਼ ਦਿੰਦਾ ਤਾਂ ਉਦੋਂ ਲੈ ਲਓ, ਪਰ ਜਦੋਂ ਤੁਸੀਂ ਵੋਟ ਪਾਉਣੀ ਹੈ ਉਦੋਂ ਇਹ ਸੋਚ ਕੇ ਪਾਇਓ ਵੀ ਅਸੀਂ ਆਪਦੇ ਫਿਊਚਰ ਲਈ ਵੋਟ ਕਰ ਰਹੇ ਹਾਂ, ਕਿਉਂਕਿ ਅਸੀਂ ਇਹਨਾਂ ਨੂੰ ਕੰਪੀਟ ਨਹੀਂ ਕਰ ਸਕਦੇ ਸਰ ਪੈਸੇ 'ਚ। ਹੁਣ ਵੀ ਮੋਹਾਲੀ ਦੇ ਪਿੰਡਾਂ ਤੱਕ ਸੂਟ, ਬੂਟ, ਸ਼ਾਲ, ਬੜਾ ਕੁਝ ਪਹੁੰਚ ਚੁੱਕਿਆ, ਜਿਹੜਾ ਮੈਨੂੰ ਲੱਗਦਾ ਅਸੀਂ ਤਾਂ ਪਹੁੰਚਾ ਨਹੀਂ ਸਕਦੇ। ਅਸੀਂ ਤਾਂ ਇਕੱਲੇ ਅੰਦੋਲਨ ਦੇ ਵਿੱਚ ਆਪਦੇ ਬਜ਼ੁਰਗਾਂ ਦੀ ਸੇਵਾ ਕੀਤੀ ਸੀ, ਉਹ ਵੀ ਰਲ ਮਿਲ ਕੇ ਕੀਤੀ ਸੀ। ਸੋ ਇਹ ਇੱਕ ਚੇਂਜ ਲਿਆਉਣੀ ਜ਼ਰੂਰੀ ਸੀ। ਜੇ ਆਪਾਂ ਚੇਂਜ ਲਈ ਨਾ ਅੱਗੇ ਇੱਕ ਕਦਮ ਲੈਣਾ ਬਹੁਤ ਜ਼ਰੂਰੀ ਹੁੰਦਾ, ਜਿਵੇਂ ਸਰਦਾਰ ਊਧਮ ਸਿੰਘ ਜੀ ਨੇ ਲਿਆ ਸੀ, ਜਿਵੇਂ ਸਰਦਾਰ ਭਗਤ ਸਿੰਘ ਜੀ ਨੇ ਲਿਆ ਸੀਗਾ। ਇੱਕ ਐਫਰਟ ਕਰਨਾ ਬਹੁਤ ਜ਼ਰੂਰੀ ਹੁੰਦਾ। ਲੋਕ ਤੁਹਾਡਾ ਸਾਥ ਜ਼ਰੂਰ ਦਿੰਦੇ ਆ। ਇਸ ਗੱਲ ਦਾ ਆਪਾਂ ਕਹਿੰਦੇ ਹੁੰਦੇ ਆਪਣੇ ਸਾਹਮਣੇ ਜਿਹੜੇ ਐਗਜ਼ਾਮਪਲ ਬਹੁਤ ਵੱਡੀ ਹੈ, ਉਹ ਕਿਸਾਨੀ ਅੰਦੋਲਨ ਹੈ। ਜੇ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਸਟੈਪ ਲਿਆ ਸੀ ਤੇ ਲੋਕਾਂ ਨੇ ਸਾਥ ਦਿੱਤਾ ਸੀਗਾ, ਉਹਨੂੰ ਅਸੀਂ ਇੱਕ ਕਹਿੰਦੇ ਹੁੰਦੇ ਆ ਉਹਨੂੰ ਬਣਾ ਕੇ, ਬੈਂਚਮਾਰਕ ਬਣਾ ਕੇ ਇਹ ਅੰਦੋਲਨ ਲੜ ਰਹੇ ਆ। ਸੋ ਮੈਨੂੰ ਨਹੀਂ ਲੱਗਦਾ ਸਾਨੂੰ ਕਿਸੇ ਪੈਸੇ ਦੀ ਲੋੜ ਆ ਜਾਂ ਕਿਸੇ NRI ਵੀਰ ਤੋਂ ਫੰਡ ਦੀ ਲੋੜ ਆ। ਮੈਂ ਤਾਂ ਤੁਹਾਡੇ ਚੈਨਲ ਥਰੂ ਗੁਜ਼ਾਰਿਸ਼ ਕਰੂੰਗਾ ਵੀ ਨਾ ਹੀ ਕੋਈ NRI ਵੀਰ ਸਾਨੂੰ ਕੋਈ ਕਿਸੇ ਤਰ੍ਹਾਂ ਦੇ ਫੰਡ ਦੀ ਲੋੜ ਨਹੀਂ, ਕਿਸੇ ਦੀ ਲੋੜ ਨਹੀਂ। ਪਰ ਇੱਕ ਚੀਜ਼ ਜ਼ਰੂਰ ਕਰਿਓ, ਆਪਦੇ ਪਿੰਡ ਦੇ ਵਿੱਚ 50 ਜਾਂ 100 ਕਿੱਲੇ ਡਾਈਵਰਸੀਫਿਕੇਸ਼ਨ ਲਈ ਅਡਾਪਟ ਕਰ ਲਓ, ਜਿੰਨੇ ਵੀ ਮੇਰੇ NRI ਵੀਰ ਮੈਨੂੰ ਸੁਣ ਰਹੇ ਆ, ਤਾਂ ਕਿ ਆਪਾਂ 50-50 ਕਿੱਲਿਆਂ ਤੋਂ ਸਟਾਰਟ ਕਰਕੇ, ਜੇ ਜਿੰਨੀ ਫਾਰਮਰ ਦੀ ਇਨਕਮ ਘਟਦੀ ਹੈ। ਮੈਂ ਇੱਕ ਪ੍ਰੋਜੈਕਟ ਲੈ ਕੇ ਆਇਆ ਸਰ, ਵੈਰੀ ਸੂਨ ਮੈਂ ਲਾਂਚ ਕਰਨ ਲੱਗਿਆ। ਪੰਜਾਬ ਦਾ ਪਹਿਲਾ ਪ੍ਰੋਜੈਕਟ ਹੋਊਗਾ। ਆਸਟ੍ਰੇਲੀਆ ਦੇ ਵਿੱਚ ਮੇਰੇ NRI ਵੀਰ ਹੈ ਤੇ PAU ਤੋਂ ਅਸੀਂ ਉਹਦੀ ਗਾਈਡੈਂਸ ਲੈ ਕੇ, ਜਿੱਥੇ ਵਾਟਰ ਟੇਬਲ ਡਿਪਲੀਟ ਹੋ ਰਿਹਾ, ਉੱਥੇ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਦਾ ਪ੍ਰੋਜੈਕਟ ਲੈ ਕੇ ਆਏ ਹਾਂ। ਮੈਂ ਉਹਦਾ ਮੈਂਬਰ ਹਾਂ ਜੀ। ਤੇ ਕਿਸਾਨ ਨੂੰ ਅਸੀਂ ਇਹ ਕਹਿਣਾ ਵੀ 100 ਕਿੱਲਾ ਅਸੀਂ ਪਿੰਡ ਦਾ ਅਡਾਪਟ ਕਰਨਾ ਪਹਿਲਾਂ, ਜਿੰਨਾ ਉਹਨਾਂ ਦਾ ਨੁਕਸਾਨ ਹੋਊਗਾ 5 ਸਾਲ ਲਈ। ਮੰਨ ਕੇ ਚਲੋ, ਜੇ ਝੋਨਾ 60,000 ਦਾ ਨਿਕਲਦਾ ਸੀਗਾ, ਜੇ ਕੋਈ ਹੋਰ ਅਸੀਂ ਡਾਈਵਰਸੀਫਿਕੇਸ਼ਨ 'ਚ ਫਸਲ ਦਿੰਦੇ, ਉਹ 40,000 ਦੀ ਨਿਕਲਦੀ ਸੀ। 20,000 ਰੁਪਇਆ ਉਹਨਾਂ ਨੂੰ ਪਰ ਏਕੜ, ਉਹ ਮੇਰੇ NRI ਵੀਰ ਸਿੱਧਾ ਉਹਨਾਂ ਨਾਲ ਕੰਟਰੈਕਟ ਕਰਨਗੇ, ਉਹਨਾਂ ਨੂੰ ਭਰਪਾਈ ਕਰਨਗੇ। ਮੇਰੀ ਵਿੱਚ ਗਰੰਟੀ ਹੈ, ਜੇ ਉਹ NRI ਵੀਰ ਪਾਸੇ ਤਾਂ ਕਦੇ ਅੱਜ ਤੱਕ ਹੋਏ ਨਹੀਂ, ਪਰ ਫਿਰ ਵੀ ਇੱਕ ਲੋਕਲ ਗਰੰਟਰ ਉਹਨਾਂ ਨੂੰ, ਜਿਵੇਂ ਕਹਿੰਦੇ ਹੁੰਦੇ, ਚਾਹੀਦਾ ਹੁੰਦਾ, ਉਹ ਮੈਂ ਬਣੂਗਾ ਕਿਸਾਨ ਯੂਨੀਅਨ ਵੱਲੋਂ। ਸੋ ਇੱਕ ਅਸੀਂ ਨਵੇਕਲਾ ਸਟੈਪ ਕਰਨਾ ਚਾਹੁੰਦੇ ਹਾਂ। ਮੈਂ ਜਿੰਨੇ ਮੇਰੇ NRI ਵੀਰ ਸੁਣ ਰਹੇ ਆ, ਮੈਂ ਉਹਨਾਂ ਨੂੰ ਵੀ ਕਹੂੰਗਾ, ਆਪਦੇ ਪਿੰਡਾਂ ਵਿੱਚ ਇਹ ਸਟੈਪ ਕਰੋ। ਨਾ ਹੀ ਆਪਾਂ ਨੂੰ ਕਿਸੇ ਫੰਡ ਦੀ ਲੋੜ ਆ, ਨਾ ਕੁਛ ਦੀ। ਸਿਰਫ ਇੱਕ ਕੰਮ ਕਰਨ, ਜਿੰਨੇ ਮੇਰੇ NRI ਵੀਰ ਸੁਣ ਰਹੇ ਆ, ਆਪਦੇ ਪਿੰਡਾਂ 'ਚ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕਰਨ, ਸੋਸ਼ਲ ਮੀਡੀਆ ਦੇ ਸਾਡਾ ਸਾਥ ਦੇਣ। ਜ਼ਰੂਰ ਆਪਾਂ ਰਲ ਮਿਲ ਕੇ ਜੰਗ ਜਿੱਤਾਂਗੇ। ਹਾਂਜੀ, ਇਸੇ ਗੱਲ ਦੇ ਵਿੱਚੋਂ ਗੱਲ ਚੱਲਦੀ, ਰਵਨੀਤ ਸਿੰਘ ਜੀ, ਇੱਕ ਤਾਂ ਥੋੜ੍ਹੀ ਜਿਹੀ ਸੰਖੇਪ ਦੇ ਵਿੱਚ ਦੱਸੋ ਵੀ ਹੋਰ ਆਪਣੇ ਕਿੰਨੀਆਂ ਕੁ ਸੀਟਾਂ, ਕਿਉਂਕਿ ਤੁਹਾਨੂੰ ਜਾਣਕਾਰੀ ਹੋਣੀ, ਕਿੰਨੀਆਂ ਕੁ ਸੀਟਾਂ ਹੋਰ ਅਨਾਊਂਸ ਹੋਣ ਵਾਲੀਆਂ, ਕਿਉਂਕਿ ਹਲੇ ਤਾਂ ਆਪਾਂ 9 ਸੁਣਦੇ, 9 ਸੀਟਾਂ ਅਨਾਊਂਸ ਹੋਈਆਂ ਆ। ਕੋਈ ਕਾਂਗਰਸ ਨੇ ਵੀ ਆਪਣਾ ਸਾਰਾ ਜਿਹੜਾ 73 ਉਹਨਾਂ ਨੇ ਸੀਟਾਂ ਕੱਲ ਪਰਸੋਂ ਸੂਚੀ ਜਾਰੀ ਕਰ ਦਿੱਤੀ ਆ। ਉਹੋ ਹੀ ਸੇਮ ਜਿਹੜੇ ਲੀਡਰ ਆ, ਜਿਹਨਾਂ ਦੇ ਕਰਪਸ਼ਨ ਚਾਰਜਸ ਆ, ਜਾਂ ਸਾਨੂੰ ਪਤਾ ਹੈ ਵੀ ਜੋ ਪੈਸਾ ਲੈ ਕੇ ਕੰਮ ਕਰਦੇ, ਆਲਮੋਸਟ ਹਰ ਇੱਕ ਬੰਦੇ ਦੇ ਜਵਾਨੀ ਹੁੰਦਾ ਆ। ਹਲਕੇ ਦੇ ਵਿੱਚ ਹਰ ਇੱਕ ਨੂੰ ਆਪਣੇ MLA ਬਾਰੇ ਪਤਾ ਹੁੰਦਾ, ਉਹਦੀ ਗਤੀਵਿਧੀਆਂ ਬਾਰੇ ਪਤਾ ਹੁੰਦਾ। ਸੋ ਹੋਰ ਕਿੰਨੇ ਕੁ ਬੰਦੇ ਆਪਣੇ ਜਿਹੜੇ ਆ ਤੁਸੀਂ ਅਨਾਊਂਸ ਕਰਨ ਵਾਲੇ ਆ, ਕਿੰਨੀ ਛੇਤੀ ਅਨਾਊਂਸ ਕਰਨ ਵਾਲੇ ਆ, ਇਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸਿਓ।
ਦੇਖੋ ਸਾਡੇ ਕੋਲੇ ਤਕਰੀਬਨ 1272 ਫਾਈਲਾਂ ਕਿ 73 ਫਾਈਲਾਂ ਆਈਆਂ ਜੀ। ਉਹਦੀ ਸਕਰੀਨਿੰਗ ਚੱਲ ਰਹੀ ਹੈ, ਅੱਜ ਸਾਰਾ ਦਿਨ ਵੀ ਚੱਲੀ ਗਈ, ਪਿਛਲੇ 2 ਦਿਨ ਵੀ ਚੱਲੀ ਗਈ। ਵਿੱਚ SKM ਦੀ ਮੀਟਿੰਗ ਆਉਣ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ, ਪਰ ਵੈਰੀ ਸੂਨ ਹੋ ਸਕਦਾ ਵੀ ਕੱਲ ਕੋਈ ਸੀਟਾਂ 40 ਤੋਂ 45 ਸੀਟਾਂ ਅਸੀਂ ਅਨਾਉਂਸ ਕਰ ਦਈਏ। ਉਸ ਤੋਂ ਬਾਅਦ ਅਗਲੀ ਸੂਚੀ ਵੀ ਹੋ ਜਾਏ, ਕਿਉਂਕਿ ਇਸ ਤੋਂ ਬਾਅਦ ਮੈਨੀਫੈਸਟੋ ਦੀ ਵਾਰੀ ਹੈ। ਉਸ ਤੋਂ ਬਾਅਦ ਇਲੈਕਸ਼ਨ ਵੀ ਲੜਨਾ, ਕਿਉਂਕਿ ਬੜਾ ਇੱਕ ਨਵੇਕਲਾ ਇਲੈਕਸ਼ਨ ਹੋਊਗਾ। ਸਾਡੇ ਤੇ ਅੱਜ ਟਿਕਟ ਕੀ ਲਾ ਕੇ ਸਾਰੀਆਂ ਪਾਰਟੀਆਂ ਬੈਠੀਆਂ, ਕਿਉਂਕਿ ਸਾਡੇ ਤੇ ਅੱਜ ਜੇ ਬਲੇਮ ਲਾਉਣ ਲੱਗ ਗਈ, ਸਾਰੀਆਂ ਪਾਰਟੀਆਂ ਲਾਉਣ ਲੱਗ ਗਈਆਂ, ਸੰਯੁਕਤ ਮੋਰਚਾ ਐਂ ਕਰਦਾ ਉਹ ਮੈਂ ਕਹਿੰਦਾ ਵੀ ਇੱਕ ਬੜੀ ਵਧੀਆ ਗੱਲ ਹੈ ਵੀ ਸਾਡੇ ਤੋਂ ਇੱਕ ਜਿਹੜਾ ਭੈ ਉਹਨਾਂ ਨੂੰ ਪੈਣ ਲੱਗ ਗਿਆ। ਕਿਉਂਕਿ ਨਾ ਹੀ ਤਾਂ ਅਸੀਂ ਪਿੰਡਾਂ ਵਿੱਚ ਪੋਸਟਰ ਲਾਏ ਆ ਜੀ, ਨਾ ਹੀ ਸਾਡੇ ਕੋਲੇ ਇੰਨਾ ਫੰਡਿੰਗ ਹੈ ਵੀ ਅਸੀਂ ਕੋਈ ਪ੍ਰਚਾਰ ਕਰ ਲਈਏ, ਨਾ ਸਾਡੇ ਕੋਲੇ ਕੋਈ ਮੀਡੀਆ ਟੀਮ ਹੈ ਜਿਹਦੇ ਨਾਲ ਅਸੀਂ ਉਹ ਕਰ ਲਈਏ। ਸਾਡਾ ਤਾਂ ਸਾਰਾ ਕੁਝ ਲੋਕ ਹੀ ਹੈ। ਅਸੀਂ ਤਾਂ ਇੱਕ WhatsApp ਤੇ ਮੈਸੇਜ ਪਾਉਂਦੇ ਹਾਂ, ਜਾਂ ਜਿਹੜੇ ਤੁਹਾਡੇ ਵਰਗੇ ਚੈਨਲ ਆ ਜਿਹੜੇ ਸਾਨੂੰ ਲੋਕਾਂ ਦੇ ਰੂਬਰੂ ਕਰਦੇ ਆ, ਉਹਨਾਂ ਥਰੂ ਅਸੀਂ ਲੋਕਾਂ ਤੱਕ ਪਹੁੰਚ ਕਰਦੇ ਹਾਂ ਤੇ ਲੋਕ ਆਪ ਸਾਡੇ ਨਾਲ ਜੁੜ ਰਹੇ ਆ। ਸੋ ਇੱਕ ਲੋਕ ਲਹਿਰ ਬਣ ਕੇ ਦੁਬਾਰਾ ਉੱਭਰੂਗੀ ਤੇ ਪੰਜਾਬ ਦਾ ਇੱਕ ਕਹਿੰਦੇ ਹੁੰਦੇ ਆ ਨਵੇਕਲਾ ਪੰਜਾਬ, ਜਿਹੜਾ ਕਹਿੰਦੇ ਹੁੰਦੇ ਨਵਾਂ ਪੰਜਾਬ, ਜਿਹਦੇ ਵਿੱਚ ਆਪਾਂ ਕਹਿੰਦੇ ਹੁੰਦੇ ਕਾਫੀ ਕੁਛ ਜਿਹੜਾ ਪੰਜਾਬੀਆਂ ਦਾ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਜਿਹਦੇ ਵਿੱਚ ਸਾਰੇ ਫੈਸਲੇ ਪੰਜਾਬ ਵਿੱਚੋਂ ਲਏ ਜਾਣ, ਤਾਂ ਕਿ ਆਪਾਂ ਸਭ ਤੋਂ ਵੱਧ ਜਿਹੜਾ ਆਪਣਾ ਪੰਜਾਬ 5 ਦਰਿਆਵਾਂ ਤੇ ਇਹਦਾ ਨਾਮ ਪਿਆ ਸੀਗਾ, ਤੇ ਅੱਜ ਸਭ ਤੋਂ ਮਾੜੀ ਗੱਲ ਇਹ ਹੈ ਵੀ ਆਪਣਾ ਪਾਣੀ ਵੀ ਗੰਦਲਾ ਹੋ ਚੁੱਕਿਆ ਹੈ। ਪਾਣੀ ਪਹਿਲਾਂ ਗੰਦਲਾ ਕੀਤਾ ਜਾਂਦਾ, ਫਿਰ ਉਹਨੂੰ ਬੋਤਲਾਂ 'ਚ ਪੈਕ ਕਰਕੇ 20 ਰੁਪਏ ਵਿੱਚ ਆਪਾਂ ਨੂੰ ਵੇਚਿਆ ਜਾਂਦਾ ਹੈ। ਸੋ ਬੜੇ ਗੰਭੀਰ ਮੁੱਦੇ ਹੈ ਜਿਹੜੇ ਕੋਈ ਗੱਲ ਵੀ ਨਹੀਂ ਕਰਦੀ ਕੋਈ ਪੋਲੀਟੀਕਲ ਪਾਰਟੀ, ਕਿਉਂਕਿ ਜੇ ਗੱਲ ਕਰੂਗੀ ਤਾਂ ਉਹਨਾਂ ਦਾ ਜਿਹੜਾ ਕਹਿੰਦੇ ਹੁੰਦੇ ਸ਼ੇਅਰ ਹੁੰਦਾ ਉਹ ਕੱਟਿਆ ਜਾਂਦਾ। ਸੋ ਪ੍ਰਮਾਤਮਾ ਮਿਹਰ ਕਰੇ, ਬੜਾ ਕੁਛ ਲੈਣ ਦੀ ਸੋਚਿਆ ਮਨ ਦੇ ਵਿੱਚ, ਜੇ ਲੋਕਾਂ ਨੇ ਸਾਥ ਦਿੱਤਾ ਤਾਂ ਜ਼ਰੂਰ ਕੁਛ ਨਵਾਂ ਕਰਕੇ ਵਿਖਾਵਾਂਗੇ ਪੰਜਾਬ ਲਈ। ਬਹੁਤ ਵਧੀਆ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਮੈਂ ਉਹਦੇ ਨਾਲ ਰਿਲੇਟ ਕਰ ਸਕਦਾ ਕਿ ਪਹਿਲੀ ਵਾਰੀ ਇੱਦਾਂ ਹੋਇਆ ਆ, NRI ਨੂੰ ਵੀ ਸ਼ੌਕ ਲੱਗਾ ਹੋਣਾ ਵੀ ਪਹਿਲੀ ਵਾਰੀ ਕੋਈ ਪਾਰਟੀ ਆ ਜਿਹੜੀ ਕਹਿ ਰਹੀ ਪੈਸੇ ਨਾ ਭੇਜੋ, ਕਿਉਂਕਿ ਪਿਛਲੀ ਵਾਰੀ ਜਦੋਂ ਸਾਨੂੰ ਉਮੀਦ ਜਾਗੀ ਸੀ ਵੀ ਚੇਂਜ ਆ ਰਹੀ ਆ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਧੜਾ ਬੰਦੇ ਭੱਜਣੇ ਸ਼ੁਰੂ ਕਰਤੇ ਸੀ ਇੱਥੇ। ਉਹ ਭਾਵੇਂ ਸੰਜੇ ਹੋਵੇ, ਭਾਵੇਂ ਦੁਰਗੇਸ਼ ਹੋਵੇ, ਭਾਵੇਂ ਬਾਅਦ 'ਚ ਖਹਿਰਾ ਸਾਹਿਬ ਹੋਣ, ਗੁਰਪ੍ਰੀਤ ਘੁੱਗੀ ਹੋਵੇ, ਉਹ ਸਾਰੇ ਵਾਰੀ ਆਏ ਤੇ ਪੂਰੀ ਉੱਨ ਵੀ ਲਵਾਈ। ਅਸੀਂ ਮੰਨਣ 'ਚ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਪੂਰੀ ਉੱਨ ਲਵਾਈ ਉਹਨਾਂ ਕੋਲੋਂ, ਕਿਉਂਕਿ ਸਾਨੂੰ ਅੰਦਰ ਪੀੜ ਸੀ ਕਿ ਕੁਛ ਨਾ ਕੁਛ ਬਦਲ ਜਾਵੇ ਪੰਜਾਬ ਦਾ। ਉੱਥੋਂ ਆਏ ਆ, ਉੱਥੇ ਜੁੜੇ ਹੋਏ ਆ ਉਸ ਮਿੱਟੀ ਨਾਲ, ਵੀ ਉਹ ਕਿਸੇ ਜਦੋਂ ਅਸੀਂ ਵਾਪਸ ਜਾਈਏ ਸਾਨੂੰ ਜਿੱਦਾਂ ਦਾ ਇੱਥੇ ਮਾਹੌਲ ਆ ਉੱਦਾਂ ਦਾ ਮਿਲੇ। ਪਰ ਜਿਹੜਾ ਕਿਸਾਨੀ ਅੰਦੋਲਨ ਵੀ ਹੋਇਆ ਨਾ, ਉਹਦੇ ਵਿੱਚ ਸਾਡਾ ਤਾਂ ਖੁਦ ਦਾ ਪਰਸਨਲ ਐਕਸਪੀਰੀਅੰਸ ਆ ਕਿ ਹਰ ਰੋਜ਼ ਕਾਲ ਕਰਦੇ ਰਹੇ ਆ, ਕਦੀ ਬਲਵੀਰ ਸਿੰਘ ਰਾਜੇਵਾਲ ਹੋਣਾ ਨੂੰ, ਕਦੀ ਜੋਗਿੰਦਰ ਸਿੰਘ ਉਗਰਾਹਾਂ ਹੋਣਾ ਨੂੰ, ਵੀ ਦੱਸੋ ਤੁਹਾਨੂੰ ਫੰਡ ਕਿੱਥੇ ਚਾਹੀਦਾ। ਉਹ ਕਹਿੰਦੇ ਸਾਨੂੰ ਕੋਈ ਫੰਡ ਨਹੀਂ ਚਾਹੀਦਾ। ਸੋ ਅਸੀਂ ਜਿਹੜਾ ਇੱਥੇ ਫੰਡ ਵੀ ਇਕੱਠਾ ਕੀਤਾ ਫਿਰੋਜ਼ਨੋਂ ਅਮੋਲਕ ਸਿੰਘ ਦੇ ਘਰੇ, ਉਹ ਵੀ ਜਦੋਂ ਸਪਰੈਡ ਕੀਤਾ ਤੇ ਉਹ ਸਾਡਾ ਥੋੜਾ ਜਿਹਾ ਫੰਡ ਸੀ $1.25 ਲੱਖ ਦਾ, ਤੇ ਉਹ ਸਾਰਾ ਸਾਲ ਚੱਲਦਾ ਰਿਹਾ, ਹਾਲੇ ਵੀ ਪੈਸੇ ਬਚ ਗਏ ਸੀ। ਡਾਕਟਰ ਸੋਹਿਆਮਾਨ ਉਹਨਾਂ ਨੇ ਇੰਨੇ ਘਰ ਬਣਾਏ, ਇੰਨਾ ਆਪਣਾ ਜੋਗਿੰਦਰ ਸਿੰਘ ਉਹਨਾਂ ਦਾ ਸ਼ੈੱਡ ਬਣਾਇਆ, ਫਿਰ ਭਾਈ ਸਰਬਜੀਤ ਸਿੰਘ ਧੁੰਦੇ ਉਹਨਾਂ ਦੇ ਕੋਲੋਂ ਪੱਖੇ ਇਹ ਉਹ ਜੋ ਕੁਛ ਚੱਲਦਾ ਰਿਹਾ, ਤੇ ਬਾਅਦ 'ਚ ਐਂਡ 'ਚ ਵੀ ਭਾਈ ਸਰਬਜੀਤ ਸਿੰਘ ਉਹਨਾਂ ਦੀ ਕਾਲ ਆਈ ਵੀ ਸਾਡੇ ਕੋਲ ਹਾਲੇ ਵੀ ਫੰਡ ਬਚਿਆ ਪਿਆ ਆ। ਸੋ ਜੇ ਸਹੀ ਤਰੀਕੇ ਨਾਲ ਫੰਡ ਯੂਜ਼ ਕੀਤਾ ਜਾਵੇ, ਫੰਡ ਤਾਂ ਬਹੁਤ ਥੋੜਾ, ਜੇ ਆਪਾਂ ਆਮ ਆਦਮੀ ਨਾਲ ਕੰਪੇਅਰ ਕਰੀਏ ਤਾਂ ਉਹਦਾ 1-2% ਵੀ ਨਹੀਂ ਸੀ ਉਹ ਜਿਹੜਾ ਫੰਡ ਅਸੀਂ ਇਕੱਠਾ ਕੀਤਾ ਜਿੰਨਾ ਅਸੀਂ ਉਹਨਾਂ ਨੂੰ ਦੇ ਚੁੱਕੇ ਆ। ਸੋ ਇਹ ਵੀ ਇੱਕ ਨਵੀਂ ਰਾਜਨੀਤੀ ਹੋਊਗੀ। ਮੇਰਾ ਸਵਾਲ ਤੁਹਾਡੇ ਲਈ ਇਹ ਆ, ਆਮ ਲੋਕੀ ਕਹਿੰਦੇ ਆ ਰਾਜਨੀਤੀ ਗੰਦੀ ਆ, ਇਹ ਬਹੁਤ ਗੰਦੀ ਖੇਡ ਆ, ਔਰ ਪਤਾ ਵੀ ਹੈ ਸਾਰਿਆਂ ਨੂੰ ਬਹੁਤ ਗੰਦੀ ਆ। ਤੁਸੀਂ ਸਾਫ਼ ਸੁਥਰੇ ਬੰਦੇ ਇਸ ਗੰਦ ਵਿੱਚ ਕਿਵੇਂ ਉਤਰੋਗੇ? ਆਪਣੇ ਆਪ ਨੂੰ ਤੁਸੀਂ ਪ੍ਰਪੇਅਰ ਕਰ ਲਿਆ ਆ? ਕਿਉਂਕਿ ਆਲਰੇਡੀ ਤੁਹਾਡੇ ਤੇ ਬਹੁਤ ਬਲੇਮ ਲੱਗ ਰਿਹਾ, ਰਾਜੇਵਾਲ ਇੰਨੇ ਕਰੋੜ ਖਾ ਗਿਆ, ਉਹਦੀ ਇੱਥੇ ਕੋਠੀ ਬਣ ਗਈ, ਆਹ ਹੋ ਗਿਆ, ਤੁਹਾਡੇ ਤੇ ਵੀ ਲੱਗਣੇ ਆ ਬਲੇਮ। ਇਹ ਤੁਸੀਂ ਰੈਡੀ ਆ ਉਹਦੇ ਵਾਸਤੇ ਸਾਰਾ ਕੁਝ ਝੱਲਣ ਲਈ, ਤੇ ਇਹ ਗੰਦਗੀ ਨੂੰ ਕਿਵੇਂ ਦੂਰ ਕਰੋਗੇ ਤੇ ਤੁਹਾਡਾ ਰੋਡ ਮੈਪ ਕੀ ਹੈ ਅੱਗੋਂ? ਦੇਖੋ, ਜਦੋਂ ਸਰ ਆਪਾਂ ਕੋਈ ਕਿਸੇ ਲੋਕਾਂ ਲਈ ਲੜਨਾ ਹੋਵੇ ਨਾ, ਉਦੋਂ ਆਪਣੇ ਤੇ ਇਲਜ਼ਾਮ ਲੱਗਦੇ ਹੀ ਹੁੰਦੇ ਆ। ਸੋ ਇੱਕ ਲੋਕਾਂ ਦੀ ਲੜਾਈ ਲੈ ਕੇ ਚੱਲੇ ਆ ਜੀ, ਇਲਜ਼ਾਮ ਜ਼ਰੂਰ ਲੱਗਣਗੇ, ਪਰ ਇੱਕ ਗੱਲ ਕਹਿਣਾ ਚਾਹੂੰਗਾ ਵੀ ਸਾਡੇ ਤੁਸੀਂ ਅੰਦਰ ਦੇਖ ਕੇ ਵੇਖ ਲਿਓ, ਸਾਡੇ ਕਿਸੇ ਵੀ ਲੀਡਰ ਦੇ, ਮਤਲਬ ਅਸੀਂ ਤਾਂ 3 ਟਾਈਮ ਦੀ ਜਿਹੜੀ ਰੋਟੀ ਮਿਲ ਜੇ ਪ੍ਰਮਾਤਮਾ ਨਾਲ, ਉਹ ਵੀ 2 ਵਾਰੀ ਉਹਦਾ ਸ਼ੁਕਰਾਨ ਕਰਦੇ ਆ, ਤੇ ਇੱਕ ਨਾਲ ਅਰਦਾਸ ਵੀ ਕਰਦੇ ਆ ਵੀ ਇਹ ਸਭ ਨੂੰ ਦੇਈ, ਇਕੱਲੇ ਸਾਨੂੰ ਨਾ ਦੇ। ਦੂਸਰੀ ਗੱਲ, ਜੇ ਦੇਖੋ ਬੜਾ ਔਖਾ ਸਾਨੂੰ ਇਲੈਕਸ਼ਨ ਲੜਨਾ, ਸਾਨੂੰ ਵੀ ਪਤਾ ਵੀ ਇੱਕ ਗੰਦਲੀ ਰਾਜਨੀਤੀ ਬਣਾ ਚੁੱਕੀ ਹੈ, ਪਰ ਜੇ ਆਪਾਂ ਗੰਦ ਨੂੰ ਸਾਫ਼ ਕਰਨਾ, ਉਹਦੇ ਵਿੱਚ ਕੁੱਦਣਾ ਪੈਂਦਾ। ਉਹ ਅਸੀਂ ਕੁੱਦ ਪਏ ਆ, ਜ਼ਰੂਰ ਸਾਡੇ ਦੇ ਵੀ ਛਿੱਟੇ ਪੈਣਗੇ, ਸਾਰਾ ਕੁਝ ਹੋਊਗਾ, ਪਰ ਇੱਕ ਵਾਅਦਾ ਕਰਦੇ ਆ ਵੀ ਇਹਨੂੰ ਕਿਵੇਂ ਨਾ ਕਿਵੇਂ ਅਸੀਂ ਜ਼ਰੂਰ ਸਾਫ਼ ਕਰਕੇ ਬਾਹਰ ਨਿਕਲਾਂਗੇ, ਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ।
ਸਾਨੂੰ ਤੁਹਾਡੇ ਸਾਥ, ਸਾਨੂੰ ਜਿਵੇਂ ਪਹਿਲਾਂ ਵੀ ਕਿਹਾ ਵੀ ਫੰਡ ਵਾਲਾ ਸਾਥ ਨਹੀਂ ਚਾਹੀਦਾ, ਸਾਨੂੰ ਤੁਹਾਡੇ ਸੋਸ਼ਲ ਮੀਡੀਆ ਵਾਲਾ ਸਾਥ ਚਾਹੀਦਾ, ਸਾਨੂੰ ਤੁਹਾਡੇ ਪਿੰਡਾਂ ਵਿੱਚ ਕਾਲਾਂ ਕਰਨ ਵਾਲਾ ਸਾਥ ਚਾਹੀਦਾ, ਸਾਨੂੰ ਤੁਹਾਡਾ ਲੋਕਾਂ ਨੂੰ ਉਜਾਗਰ ਕਰਨ ਵਾਲਾ ਸਾਥ ਚਾਹੀਦਾ। ਬਿਲਕੁਲ ਸਾਫ਼ ਹੋਊਗਾ ਜੀ ਜੇ ਆਪਣੇ ਜਦੋਂ ਕਹਿੰਦੇ ਹੁੰਦੇ ਆ ਵੀ ਛੋਟੇ ਸਾਹਿਬਜ਼ਾਦੇ ਜਦੋਂ ਉਹਨਾਂ ਨੂੰ ਉੱਥੇ ਲੈ ਗਏ ਸੀਗੇ ਠੰਡੇ ਬੁਰਜ ਦੇ ਵਿੱਚ, ਤਾਂ ਉਹ ਵੀ ਕਿਤੇ ਕਹਿੰਦੇ ਹੁੰਦੇ ਉਹਨਾਂ ਨੂੰ ਬੜੇ ਲੁਭਾਇਆ ਗਿਆ, ਬੜਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਆਪਦੇ ਫੈਸਲੇ ਦੇ ਦ੍ਰਿੜ ਰਹੇ। ਸਭ ਕੁਝ ਹੋ ਜਾਊਗਾ, ਕੁਰਬਾਨ ਹੋ ਗਏ ਸੀ ਸਾਹਿਬਜ਼ਾਦੇ, ਪਰ ਉਹ ਫੈਸਲੇ ਦੇ ਦ੍ਰਿੜ ਰਹੇ, ਉਵੇਂ ਹੀ ਰਹੂਗਾ, ਸਭ ਕੁਝ ਹੋ ਜਾਊਗਾ। ਪਰ ਜਿਹੜਾ ਅਸੀਂ ਡਿਸਾਈਡ ਕੀਤਾ ਪੰਜਾਬ ਨੂੰ ਬਚਾਉਣ ਦਾ, ਸਾਡਾ ਫੈਸਲਾ ਉਹੀ ਰਹੂਗਾ, ਲਾਸਟ ਦਮ ਤੱਕ ਉਹ ਰਹੂਗਾ ਸਰ। ਬੜਾ ਛੋੜ ਇੱਕ ਮਿੰਟ ਜਗਮੋਹਨ ਸਿੰਘ ਜੀ, ਮੈਂ ਇੱਕ ਟਿੱਪਣੀ ਜ਼ਰੂਰ ਕਰਦਾ ਫਿਰ ਤੁਹਾਨੂੰ ਦਿੰਦਾ। ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਇਹ ਵਾਕਿਆ ਹੀ ਨੋਟ ਕਰਨ ਵਾਲੀ ਆ। ਕਈ ਵੀਰ ਕਹਿੰਦੇ ਇਹਨਾਂ ਦਾ ਕੋਈ ਐਕਸਪੀਰੀਅੰਸ ਨਹੀਂ ਆ। ਮੈਨੂੰ ਕੱਲ੍ਹ ਹੀ ਇੱਕ ਵੀਰ ਦੀ ਕਾਲ ਆਈ, ਅਸੀਂ ਤਾਂ ਜੀ ਆਮ ਨੂੰ ਅੱਗੇ ਲੈ ਕੇ ਆਓ, ਤੁਸੀਂ ਕਿਉਂ ਸਪੋਰਟ ਕਰ ਰਹੇ ਹੋ? ਮੈਂ ਕਿਹਾ ਕਾਰਨ ਦੱਸੋ ਜੀ। ਆਮ ਨੂੰ ਤਾਂ ਆਪਾਂ ਕਰ ਚੁੱਕੇ ਹਾਂ, ਆਪਾਂ ਦੇਖ ਲਿਆ ਆ ਵੀ ਕੁਛ ਨਹੀਂ ਉਹਨਾਂ ਨੇ ਕਰਨਾ, ਅਤੇ ਆਹ ਸਾਹਮਣੇ ਜਿਹੜੇ ਪ੍ਰੂਫ ਆ ਰਹੇ ਆ ਉਹ ਤੁਹਾਡੇ ਸਾਹਮਣੇ ਹੀ ਆ। ਅਤੇ ਮੈਂ ਉਹਨਾਂ ਨੂੰ ਭੁੱਲਰ ਸਾਹਿਬ ਵਾਲੀ ਗੱਲ ਕੀਤੀ, ਉਹ ਕਹਿੰਦੇ ਚਲੋ ਬਾਕੀਆਂ ਨਾਲੋਂ ਚੰਗੇ ਆ, ਪਰ ਇਹਨਾਂ ਦਾ ਐਕਸਪੀਰੀਅੰਸ ਨਹੀਂ ਹੈ। ਉੱਦਾਂ ਅਸੀਂ ਨਾਲ ਆ ਪਰ ਐਕਸਪੀਰੀਅੰਸ ਨਹੀਂ। ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਕਿਹਾ ਸੀ ਜਿਹੜਾ ਮੈਂ ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ। ਮੈਂ ਕਿਹਾ ਵੀ ਜਿੱਦਣ ਇਹ ਦਿੱਲੀ ਗਏ ਸੀ ਨਵੰਬਰ 'ਚ, ਇਹਨਾਂ ਦਾ ਕੋਈ ਐਕਸਪੀਰੀਅੰਸ ਸੀਗਾ? ਕਹਿੰਦੇ ਨਹੀਂ। ਮੈਂ ਕਿਹਾ ਜਿੱਤ ਕੇ ਆਇਆ ਨਾ, ਅਤੇ ਫਿਰ ਇਹ ਮੌਕਾ ਹੁਣ ਕਿਉਂ ਨਹੀਂ ਦੇ ਸਕਦੇ? ਇਹ ਤਾਂ ਤੁਹਾਡੇ ਸਾਹਮਣੇ ਆ ਵੀ ਕਿੱਦਾਂ ਜਿੱਤੇ ਆ, ਉਹ ਵੀ ਮੋਦੀ ਤੋਂ, ਜਿਹਨੂੰ ਕਹਿੰਦੇ ਸੀ ਕਦੀ ਬੈਕ 'ਤੇ ਨਹੀਂ ਜਾਂਦਾ। ਹਾਂਜੀ ਜਗਮੋਹਨ ਸਿੰਘ ਜੀ। ਬਿਲਕੁਲ ਜੀ, ਗੱਲ ਜਿਹੜੀ ਐਕਸਪੀਰੀਅੰਸ ਦੀ ਗੱਲ ਕਰਦੇ ਬਈ ਇਹਨਾਂ ਨੂੰ ਐਕਸਪੀਰੀਅੰਸ ਨਹੀਂ ਆ, ਉਹ ਐਕਸਪੀਰੀਅੰਸ ਮੈਂ ਕਹਿੰਦਾ ਅਕਾਲ ਪੁਰਖ ਕਿਸੇ ਨੂੰ ਦਬਾਵੇ ਬਣਾ। ਜਿਹੜਾ ਐਕਸਪੀਰੀਅੰਸ ਸਾਡੇ ਪੁਰਾਣੇ ਲੀਡਰਾਂ ਨੂੰ ਆ ਵੀ ਆਪ ਹੀ ਬੰਦਾ ਚੁਕਾਤਾ ਕਾਲ ਕਰਕੇ, ਚੱਕ ਲਓ ਪਿੰਡ ਚੋਂ, ਤਾਂ ਆਪ ਹੀ ਛੁਡਾ ਦਿੱਤਾ। ਇੱਕ ਤਾਂ ਇਹ ਐਕਸਪੀਰੀਅੰਸ ਨਹੀਂ ਚਾਹੀਦਾ। ਇੱਕ ਸਾਨੂੰ ਉਹ ਐਕਸਪੀਰੀਅੰਸ ਨਹੀਂ ਚਾਹੀਦਾ ਵੀ ਤੁਹਾਡੇ ਪਿੰਡ ਫਲਾਨੀ ਗਲੀ ਪੱਕੀ ਕਰ ਦੇਣੀ ਆ, ਵੋਟਾਂ ਮੈਨੂੰ ਪਾ ਦਿਓ। ਇੱਕ ਇਹ ਐਕਸਪੀਰੀਅੰਸ ਨਹੀਂ ਚਾਹੀਦਾ ਵੀ ਜਿਹੜੇ ਪਿੰਡ 'ਚ ਤੁਹਾਡੀ ਲੱਗਦੀ ਆ ਕਿਹੜੇ ਕਿਹੜੇ ਬੰਦੇ ਚੁਕਾਉਣੇ ਆ, ਕਿਹਨਾਂ ਤੇ ਜਿੱਤਣ ਤੋਂ ਬਾਅਦ ਅਸੀਂ ਪਰਚੇ ਕਰਾਵਾਂਗੇ, ਉਹ ਲਿਸਟ, ਉਹ ਐਕਸਪੀਰੀਅੰਸ ਨਹੀਂ ਚਾਹੀਦਾ। ਤੋਂ ਵਾਕਿਆ ਉਸ ਵੀਰ ਦਾ ਕਹਿਣੀ ਸਹੀ ਆ ਵੀ ਇਹਨਾਂ ਨੂੰ ਉਹ ਗੱਲਾਂ ਦਾ ਐਕਸਪੀਰੀਅੰਸ ਨਹੀਂ ਆ, ਉਹ ਨਹੀਂ ਆ, ਤੇ ਅਕਾਲ ਪੁਰਖ ਦੀ ਮਿਹਰ ਆ, ਹੋਣਾ ਵੀ ਨਹੀਂ ਚਾਹੀਦਾ। ਗੱਲ ਤੁਸੀਂ ਪਾਣੀ ਦੇ ਸਾਫ਼ ਸੁਥਰੇ ਦੀ ਗੱਲ ਕੀਤੀ ਆ ਸਰਦਾਰ ਰਵਨੀਤ ਸਿੰਘ ਜੀ, ਮੈਂ ਕਾਫੀ ਵੀਡੀਓ ਜਿਹੜੇ ਕਿ ਕੈਬਨਿਟ ਮੰਤਰੀ ਆ ਰਾਣਾ ਗੁਰਜੀਤ ਸਿੰਘ, ਉਹਨਾਂ ਦੇ ਏਰੀਏ ਦੇ ਵਿੱਚ ਉੱਥੇ ਸ਼ੂਗਰ ਮਿਲ ਆ, ਸ਼ੂਗਰ ਮਿਲ ਦਾ ਸਿੱਧਾ ਪਾਣੀ ਜਿਹੜਾ ਬੋਰ ਕਰਕੇ ਉਹ ਸਾਰਾ ਥੱਲੇ ਪੈਂਦਾ ਆ। ਤੁਸੀਂ ਕਦੀ ਸੋਸ਼ਲ ਮੀਡੀਆ ਤੇ ਛੱਡੋ, ਸੋਸ਼ਲ ਮੀਡੀਆ ਤੇ ਤਾਂ ਮੈਂ ਦੇਖਿਆ, ਕਦੀ ਮੈਂ ਅੱਜ ਤੱਕ ਕੋਈ ਟੀਵੀ ਚੈਨਲ ਇਦਾਂ ਦਾ ਨਹੀਂ ਦੇਖਿਆ ਜਿਹੜੇ ਜਾ ਕੇ ਤੇ ਸ਼ੂਟ ਕਰਕੇ ਲੋਕਾਂ ਨੂੰ ਦੱਸ ਰਹੇ ਹੋਣ। ਜਿੰਨੇ ਵੀ ਪੰਜਾਬ 'ਚ ਚੈਨਲ ਚੱਲਦੇ ਆ, GTV ਹੋ ਗਿਆ, ਜਿੰਨੇ ਵੀ ਆਪਾਂ ਕਹਿ ਦਈਏ, ਕਿਸੇ ਨੇ ਅੱਜ ਤਾਈਂ ਨਹੀਂ। ਉਸ ਪਿੰਡ 'ਚ ਇੱਕ ਪੱਤਰਕਾਰੀ ਕਰਨ ਗਿਆ, ਉਹਦੇ ਉੱਪਰ ਵੀ ਕੇਸ ਕਰ ਦਿੱਤਾ। ਉੱਥੇ ਜਿਹੜੇ ਆ ਮਿੱਟੀ ਜਿੱਦਾਂ ਖਲਾਰੀ ਹੋਈ ਆ, ਮਿੱਟੀ ਦੇ ਢੇਰ ਬੜਬੜੇ ਲਾਏ ਆ, ਵਿੱਚ ਸਾਰਾ ਗੰਦਾ ਪਾਣੀ ਪੈ ਰਿਹਾ, ਲਾਗੇ ਜਿੰਨੇ ਆਲੇ ਦੁਆਲੇ ਘਰ ਆ, ਪਿੰਡ ਲਾਗੇ ਆ, ਉੱਥੇ ਪਾਣੀ ਦਾ ਜਿਹੜਾ ਰੰਗ ਆ ਉਹ ਲਾਲ ਹੋ ਚੁੱਕਾ। ਇਹ ਮੇਰੇ ਖਿਆਲ ਤੁਹਾਡੇ ਨੌਲੇਜ ਦੇ ਵਿੱਚ ਵੀ ਗੱਲ ਹੋਊਗੀ, ਕਿਉਂਕਿ ਜੇ ਉਹ ਕੈਬਨਿਟ ਮੰਤਰੀ ਨਾ ਹੋਵੇ, ਹੁਣ ਨੂੰ ਕਿਸੇ ਹੋਰ ਆਪੋਜੀਟ ਪਾਰਟੀ ਦਾ ਮੰਤਰੀ ਦਾ ਹੁਣ ਨੂੰ ਮੇਰੇ ਖਿਆਲ ਅੰਦਰ ਵੀ ਦਿੱਤਾ ਹੁੰਦਾ ਸ਼ਾਇਦ। ਹਾਂਜੀ ਭਾਜੀ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਮੈਂ ਉਹੀ ਕਹਿਣਾ ਚਾਹੁੰਦਾ ਜੀ ਵੀ ਦੇਖੋ, ਆਪਣੀਆਂ ਜਿਹੜੀਆਂ ਮੁੱਢਲੀਆਂ ਜਿਹੜੀ ਆਪਣੇ ਰਿਸੋਰਸਿਸ ਆ, ਨੈਚੁਰਲ ਰਿਸੋਰਸਿਸ ਆ, ਉਹਨਾਂ ਨੂੰ ਪਹਿਲਾਂ ਗੰਦਲਾ ਕੀਤਾ ਜਾਂਦਾ, ਫਿਰ ਆਪਾਂ ਨੂੰ ਉਹੀ ਘੁਮਾ ਕੇ ਵੇਚਿਆ ਜਾਂਦਾ। ਜਿਹੜਾ ਅੱਜ ਪਾਣੀ ਦੇ ਹਾਲਾਤ ਆ ਜੀ, ਅੱਜ ਤੁਸੀਂ ਸੋਚੋਗੇ ਵੀ ਆਪਣੇ ਬਠਿੰਡੇ ਤੋਂ ਇੱਕ ਟ੍ਰੇਨ ਚੱਲਦੀ ਜਿਹਨੂੰ ਕੈਂਸਰ ਟ੍ਰੇਨ ਦਾ ਨਾਮ ਲਿਆ ਜਾਂਦਾ, ਉਹ ਕਿਉਂ? ਮਤਲਬ ਇਹ ਚੀਜ਼ਾਂ ਤੇ ਕਿਸੇ ਦਾ, ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਪੁੱਛ ਲਓ, ਇਹ ਮੁੱਦਾ ਹੀ ਨਹੀਂ ਹੋਣਾ ਉਹਨਾਂ ਦਾ ਪਾਣੀਆਂ ਦਾ, ਕਿਉਂਕਿ ਉਹ ਕੰਸਰਨ ਨਹੀਂ, ਕਿਉਂਕਿ ਆਪ ਤਾਂ ਉਹਨਾਂ ਨੇ ਬੋਤਲ ਵਾਲਾ ਪੀ ਲੈਣਾ, ਗਰੀਬ ਜਿਵੇਂ ਮਰਜ਼ੀ ਰੁਲਦਾ ਫਿਰੇ। ਅੱਜ ਮੋਹਾਲੀ ਦੇ ਪਿੰਡਾਂ ਦੇ ਵਿੱਚ ਕਿਤੇ ਵੀ RO ਸਿਸਟਮ ਜਾਂ ਮੋਹਾਲੀ ਦੇ ਵਿੱਚ ਨਹੀਂ ਲੱਗੇ ਵੀ ਜਿੱਥੋਂ ਗਰੀਬ ਬੰਦਾ ਪਾਣੀ ਲੈ ਲੇ, ਕਿਉਂਕਿ ਉਹ ਸਾਹਮਣੇ ਜਿਹੜਾ 20 ਰੁਪਏ ਵਾਲੀ ਬੋਤਲ ਆ ਉਹ ਮਿਲਣੀ ਹੈ। ਜੇ ਇਹੀ ਲਾ ਦੇਣ ਤਾਂ ਰੁਪਈਆ ਲੀਟਰ ਪਵੇ ਉਹਨਾਂ ਨੂੰ, 20 ਰੁਪਏ ਤਾਂ ਉਹਨਾਂ ਦਾ 20 ਲੀਟਰ ਵਾਲਾ ਡਰਮ ਭਰ ਦੇ। ਇਹੋ ਜਿਹਾ ਕੁਛ ਨਹੀਂ ਕਰ ਰਹੇ ਆਪਣੇ। ਇਹ ਦੇਖੋ, ਆਪਾਂ ਨੀ, ਮੈਂ ਸੋਚੂਗਾ ਵੀ ਆਪਣੀ ਵੀ ਕਿਤੇ ਨਾ ਕਿਤੇ ਗਲਤੀ ਆ, ਆਪਾਂ ਨੁਮਾਇੰਦੇ ਗਲਤ ਚੁਣੇ। ਆਪਾਂ ਇੱਕ ਅੱਜ ਦੇ ਨੁਮਾਇੰਦੇ ਤੁਸੀਂ ਦੇਖੋ, ਕਦੇ ਤਾਂ ਉਹ ਕਾਂਗਰਸ 'ਚ ਹੁੰਦੇ ਆ, ਅਗਲੀ ਵਾਰ ਅਕਾਲੀ ਦਲ 'ਚ, ਤੀਜੀ ਵਾਰ BJP, ਚੌਥੀ ਵਾਰ ਆਪ 'ਚ। ਆਪ ਜਿਹੜੇ ਕੈਂਡੀਡੇਟ ਆਏ ਉਹ ਅਦਰ ਪਾਰਟੀਜ਼ 'ਚੋਂ ਆਏ ਆ। ਜਿਹੜੇ ਨੌਜਵਾਨਾਂ ਨੇ ਮਿਹਨਤ ਕੀਤੀ ਸੀ, ਜਿਨ੍ਹਾਂ ਨੇ 5 ਸਾਲ ਜਿਹੜੇ ਲਾਏ ਸੀਗੇ ਆਪਦੇ ਜ਼ਿੰਦਗੀ ਦੇ, ਜਿਨ੍ਹਾਂ ਨੂੰ ਐਂ ਲੱਗਿਆ ਸੀ ਇੱਕ ਬਦਲਾਅ ਲਿਆਵਾਂਗੇ, ਉਹਨਾਂ ਤੋਂ 2 ਦਿਨ ਪਹਿਲਾਂ ਬੰਦਾ ਜੁਆਇਨ ਕਰਦਾ ਤੇ ਨਵੇਂ ਕੈਂਡੀਡੇਟ ਨੂੰ ਉੱਥੇ ਟਿਕਟ ਦਿੱਤੀ ਜਾਂਦੀ ਹੈ। ਕੀ ਇਹ ਮੰਨ ਨਹੀਂ ਸਕਦਾ? ਤਾਂ ਹੀ ਇਹਨਾਂ ਚੀਜ਼ਾਂ ਤੋਂ ਅੱਕ ਕੇ ਇੱਕ ਨਵਾਂ ਫਰੰਟ ਬਣਾਇਆ ਵੀ ਤਾਂ ਕਿ ਆਪਾਂ
ਇੱਕ ਗੱਲ ਹੋਰ ਸੋਚੋ, ਕੋਈ ਪੰਜਾਬ ਦੇ ਵਿੱਚ ਕੋਈ ਐਸਾ ਹਸਪੀਟਲ ਬਣਿਆ ਪਿਛਲੇ 5 ਜਾਂ 10 ਸਾਲਾਂ 'ਚ ਜਿੱਥੇ ਗਰੀਬ ਬੰਦਾ ਇਲਾਜ ਕਰਾ ਸਕੇ? ਨਹੀਂ ਜੀ। ਕੋਈ ਸਰਕਾਰੀ ਹਸਪੀਟਲ ਇਸ ਲੈਵਲ ਦਾ ਹੋਵੇ? ਕੋਈ ਇਹੋ ਜਿਹੀ ਯੂਨੀਵਰਸਿਟੀ ਬਣੀ ਹੈ ਜਿੱਥੇ ਗਰੀਬ ਬੰਦੇ ਦਾ ਬੱਚਾ ਪੜ੍ਹ ਸਕੇ? ਜਿਹੜੀ, ਕਿਉਂਕਿ ਪ੍ਰਾਈਵੇਟਾਈਜੇਸ਼ਨ ਨੂੰ ਆਪਾਂ ਬਹੁਤ ਜ਼ਿਆਦਾ ਪਹਿਲ ਦੇ ਰਹੇ ਹਾਂ, ਜਿਹਦੇ ਕਰਕੇ ਵੀ ਆਮ ਵਰਗ ਤਾਂ ਦੱਬਿਆ ਜਾਂਦਾ ਡੇ ਬਾਏ ਡੇ। ਉਹਦੇ ਖਰਚੇ ਇੰਨੇ ਵੱਧ ਰਹੇ ਆ ਕਿ ਉਹ ਤਾਂ ਕੁਚਲਿਆ ਜਾ ਰਿਹਾ। ਅੱਜ ਤੁਸੀਂ ਡੀਜ਼ਲ ਕਿੱਥੋਂ ਮੁੜ ਕੇ ਆਇਆ? ਕਿਸੇ ਨੇ ਕੋਈ ਧਰਨਾ ਲਾਇਆ? ਸਿਰਫ ਕਿਸਾਨਾਂ ਨੇ ਲਾਇਆ। ਸਿਲੰਡਰ ਦਾ ਜੋ ਰੇਟ ਹੋਇਆ, ਕਿਸੇ ਨੇ ਧਰਨਾ ਲਾਇਆ? ਕਿਸਾਨਾਂ ਨੇ ਲਾਇਆ। ਮਤਲਬ ਇਹ ਮੁੱਦੇ ਵਿਚਾਰਨ ਵਾਲੇ ਹੈ, ਕਿਉਂਕਿ ਉਹਨਾਂ ਦੀ ਆਪ ਦੀ ਕਿਚਨ ਤੇ ਤਾਂ ਭਾਰੂ ਨਹੀਂ ਪੈਂਦੇ, ਪਰ ਆਪਣੇ ਆਮ ਲੋਕਾਂ ਦੀ ਕਿਚਨ ਤੇ ਭਾਰੂ ਪੈਂਦੇ। ਅਸੀਂ ਆਮ ਲੋਕਾਂ ਲਈ ਲੜਨ ਲਈ ਆਏ ਹਾਂ, ਆਮ ਲੋਕਾਂ ਦੀ ਆਵਾਜ਼ ਬਣ ਕੇ ਆਏ ਹਾਂ, ਤੇ ਉਹ ਅਸੀਂ ਆਵਾਜ਼ ਬਣ ਕੇ ਰਵਾਂਗੇ। ਮੈਨੂੰ ਪਤਾ ਰਵਨੀਤ ਸਿੰਘ ਜੀ ਤੁਹਾਡੇ ਕੋਲ ਸਮਾਂ ਘੱਟ ਆ, ਉੱਧਰ ਵੀ ਤੁਹਾਡੀਆਂ ਮੀਟਿੰਗਾਂ ਵੀ ਚੱਲ ਰਹੀਆਂ ਆ, ਤੁਸੀਂ ਪ੍ਰੋਗਰਾਮ ਤੋਂ ਕੁਝ ਸਕਿੰਟ ਪਹਿਲਾਂ ਤੱਕ ਫੋਨ ਤੇ ਸੀ, ਮੈਨੂੰ ਇਹ ਵੀ ਪਤਾ ਆ। ਗੱਲਾਂ ਤਾਂ ਆਪਣੇ ਕੋਲ ਬਹੁਤ ਹੈ ਕਰਨ ਵਾਲੀਆਂ, ਫਿਰ ਕਿਸੇ ਦਿਨ ਮੌਕਾ ਮਿਲਿਆ ਆਪਾਂ ਤੁਹਾਡੇ ਕੋਲ ਹੋਰ ਵੀ ਗੱਲਾਂ ਪੁੱਛਾਂਗੇ। ਪਰ ਇੱਕ ਗੱਲ ਮੈਂ ਜ਼ਰੂਰ ਪੁੱਛਣੀ ਚਾਹੁੰਦਾ ਆ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਪਾਰਟੀਆਂ 'ਚ ਦਲ ਬਦਲੂ ਕਲਚਰ, ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਇੰਨਾ ਹੋ ਗਿਆ ਆ ਵੀ ਕੋਈ ਸਮਝ ਹੀ ਨਹੀਂ ਆ ਰਹੀ ਕਿਹੜਾ ਕਿਹਦੇ 'ਚ ਆ। ਭਰਾ ਦੇ ਨਾਲ ਅਗੇਂਸਟ ਲੜ ਰਿਹਾ ਆ। ਤੁਸੀਂ ਉਹ ਮਜੀਠੇ ਵਾਲੀ ਸੀਟ ਦੇਖ ਲਓ, ਉੱਥੇ ਉਹ ਲਾਲੀ ਮਜੀਠੀਆ ਤੇ ਉਹ ਦੂਸਰਾ ਉਹਦਾ ਭਰਾ, ਉਹ ਆਮਣੇ ਸਾਹਮਣੇ ਖੜਾਤੇ ਆ ਉਹਨਾਂ ਨੇ। ਇੱਦਾਂ ਹੀ ਰਿਸ਼ਤੇਦਾਰ ਦੇ ਅਗੇਂਸਟ ਰਿਸ਼ਤੇਦਾਰ ਖੜਾਤੇ ਆ ਇਹਨਾਂ ਪਾਰਟੀਆਂ ਨੇ। ਇਹਨਾਂ ਪਾਰਟੀਆਂ ਨੂੰ ਸਿਰਫ ਇਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਵੀ ਚਿਹਰੇ ਦੀ ਰਾਜਨੀਤੀ ਕਰਨੀ। ਕੋਈ ਇਹੋ ਜਿਹਾ ਚਿਹਰਾ ਮੋਹਰੇ ਲਿਆਂਦਾ ਜਾਵੇ ਜਿਹਦੇ ਨਾਲ ਲੋਕਾਂ ਦੀਆਂ ਗਰਜਾਂ ਜੁੜੀਆਂ ਹੋਣ। ਸਿਰਫ ਗਰਜਾਂ ਦੀ ਰਾਜਨੀਤੀ, ਕਿਸੇ ਦਾ ਕੋਈ ਕੇਸ ਕਢਾਇਆ ਹੋਵੇ, ਕਿਸੇ ਨੂੰ ਕੋਈ ਉੱਦਾਂ ਹੈਲਪ ਕੀਤੀ ਹੋਵੇ, ਕੁਛ ਉਹ ਹੋਵੇ, ਉਹ ਖੜੇ ਕਰਦੇ। ਜਿਹੜੀ ਪਾਰਟੀ ਨੂੰ ਬਹੁਤ ਇਮਾਨਦਾਰ ਪਾਰਟੀ ਕਿਹਾ ਜਾਂਦਾ ਸੀ ਵੀ ਇਹ ਇਹਨਾਂ ਨੂੰ ਜਿਤਾਓ ਜੀ, ਇਹ ਬਹੁਤ ਇਮਾਨਦਾਰ ਆ, ਆਮ ਆਦਮੀ ਵਾਲੇ, ਉਹਨਾਂ ਦੀ ਅਸਲੀਅਤ ਸਾਹਮਣੇ ਆ ਚੁੱਕੀ ਆ। ਮੇਰਾ ਖਿਆਲ 40 ਤੋਂ 50 ਦੇ ਵਿੱਚ ਕੈਂਡੀਡੇਟ ਜਿਹੜੇ ਉਹਨਾਂ ਦੇ ਆਏ ਆ, ਉਹ ਸ਼ਰੇਆਮ ਆ ਗਏ ਆ ਵੀ ਦੂਸਰੀਆਂ ਪਾਰਟੀਆਂ 'ਚੋਂ ਆਏ ਆ। ਅਤੇ ਜਿਹੜੇ ਉੱਥੇ ਕਰ ਰਹੇ ਸੀਗੇ ਆਮ, ਜਿਹਨੂੰ ਆਮ ਪਾਰਟੀ ਕਿਹਾ ਜਾਂਦਾ ਸੀ, ਉਹ ਪੰਜਾਬ ਦੇ ਵਿੱਚ ਤਾਂ ਖਾਸ ਪਾਰਟੀ ਬਣ ਚੁੱਕੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਸਿਰਫ ਚਿਹਰਿਆਂ ਦੀ ਰਾਜਨੀਤੀ ਕਰ ਰਹੀ ਆ। ਤੁਹਾਡੇ ਜਿੰਨੇ ਵੀ ਉਮੀਦਵਾਰ ਖੜੇ ਆ, 2-4 ਨੂੰ ਛੱਡ ਕੇ ਲੋਕੀ ਜਾਣਦੇ ਹੀ ਨਹੀਂ ਵੀ ਇਹ ਕੌਣ ਆ, ਇਹ ਰਵਨੀਤ ਬਰਾੜ ਕੌਣ ਆ। ਹਾਂ, ਕਿਸੇ ਨੇ ਸਾਡੇ ਵਰਗੇ ਜਿਹੜੇ ਜੁੜੇ ਉਹਨਾਂ ਨੇ ਫੋਟੋ ਦੇਖੀ ਹੋਣੀ ਆ ਕਿਤੇ ਉੱਥੇ ਕਿਸਾਨੀ ਅੰਦੋਲਨ 'ਤੇ, ਪਰ ਕੋਈ ਪਤਾ ਨਹੀਂ। ਸੋ ਇਹ ਵੀ ਇੱਕ ਵੱਡਾ ਚੈਲੰਜ ਆ, ਅਤੇ ਟਾਈਮ ਹੈਗਾ ਸਾਰਾ ਆਪਣੇ ਕੋਲ 3 ਹਫ਼ਤਿਆਂ ਦਾ, ਅਤੇ ਉਹਦੇ ਵਿੱਚ ਹਾਲੇ ਆਪਾਂ ਕੈਂਡੀਡੇਟ ਨਹੀਂ ਅਨਾਊਂਸ ਕੀਤੇ। ਕਿਸੇ ਨੂੰ ਇਹ ਵੀ ਨਹੀਂ ਪਤਾ। ਤੁਹਾਨੂੰ ਤਾਂ ਚਲੋ ਲੱਕੀ ਰਹੇ, ਤੁਹਾਨੂੰ ਹਫ਼ਤਾ ਪਹਿਲਾਂ ਪਤਾ ਲੱਗ ਗਿਆ। ਤੁਸੀਂ ਆਲਰੇਡੀ, ਮੈਂ ਸੰਗਤ ਰਾਹੀਂ ਵੀ ਸਾਂਝਾ ਕਰਦਾ ਵੀ ਇਹਨਾਂ ਵੀਰ ਹੋਣਾ ਦਾ ਕੋਈ ਫੇਸਬੁੱਕ ਪੇਜ ਵੀ ਨਹੀਂ ਸੀ, ਮੇਰਾ ਖਿਆਲ ਹੁਣੀ ਤਾਜ਼ਾ ਬਣਿਆ ਹੈ, ਜਿਹਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਐਡਵਰਟਾਈਜ਼ਮੈਂਟ ਕਰ ਰਹੇ ਆ। ਸੋ ਬਹੁਤ ਸਾਰੇ ਇਹੋ ਜਿਹੇ ਹੋਣੇ ਆ ਜਿਨ੍ਹਾਂ ਦਾ ਪਤਾ ਹੀ ਨਹੀਂ। ਤੁਹਾਡੇ ਕੁਝ ਕੈਂਡੀਡੇਟ ਇੱਦਾਂ ਦੇ, ਮੈਂ ਉਹਨਾਂ ਦੀ ਫੋਟੋ ਲੱਭਣ ਲੱਗਾ, ਮੈਨੂੰ ਫੋਟੋ ਹੀ ਨਹੀਂ ਲੱਭੀ। ਗੂਗਲ ਸਾਰੀ ਸਰਚ ਕਰ ਮਾਰੀ ਵੀ ਉਹਨਾਂ ਦੀ ਮੈਨੂੰ ਫੋਟੋ ਤੱਕ ਨਹੀਂ ਲੱਭੀ ਵੀ ਇਹ ਕੌਣ ਬੰਦੇ ਆ। ਸੋ ਇਹ ਕਿੱਦਾਂ ਆਪਾਂ ਕਰਾਂਗੇ, ਇਹ ਲੋਕਾਂ ਦਾ ਬਹੁਤ ਸਵਾਲ ਆ। ਔਰ ਮੈਂ ਤਾਂ ਉਹਨਾਂ ਨੂੰ ਇਹੀ ਜਵਾਬ ਦਿੰਦਾ ਹੁੰਦਾ ਵੀ ਕਦੇ ਨਾ ਕਦੇ ਸਾਨੂੰ ਸ਼ੁਰੂਆਤ ਕਰਨੀ ਪੈਂਦੀ ਹੁੰਦੀ ਆ। ਸੋ ਇਹ ਸ਼ੁਰੂਆਤ ਆ। ਜੇ ਐਤਕੀ ਸਾਨੂੰ ਵਧੀਆ ਹੁੰਗਾਰਾ ਮਿਲਦਾ ਆ, ਜਿੰਨੀਆਂ ਵੀ ਅਸੀਂ ਸੀਟਾਂ ਜਿੱਤਾਂਗੇ, ਰੱਬ ਕਰੇ ਅਸੀਂ ਸਾਰੀਆਂ ਜਿੱਤੀਏ, ਇਹੋ ਜਿਹੀ ਲਹਿਰ ਬਣੇ, ਔਰ ਬਣਨ ਦੇ ਪੂਰੇ ਚਾਂਸ ਆ ਲਹਿਰ ਬਣਨ ਦੇ। ਪਰ ਜਦੋਂ ਕੋਈ ਵੀ ਲਹਿਰ ਉੱਠਦੀ ਹੁੰਦੀ ਆ, ਉਹ ਪੈਂਦੀ ਸੱਟੇ ਕਦੇ ਵੀ ਨਹੀਂ ਜਿੱਤਦੀ ਹੁੰਦੀ ਕਿ ਕੋਈ ਲਹਿਰ, ਉਹ ਨਾ ਹੀ ਉਹਦੇ 'ਤੇ ਬਣਦੀ ਹੁੰਦੀ ਆ। ਪਰ ਹੁਣ ਲੋਕਾਂ ਦੇ ਵਿੱਚ ਇੰਨਾ ਕੁ ਰੋਸ ਆ ਇਹਨਾਂ ਸਾਰੀਆਂ ਪਾਰਟੀਆਂ ਦੇ ਅਗੇਂਸਟ। ਸੋ ਮੈਂ ਕਹਿੰਦਾ ਜੇ 10-15 ਦਿਨ ਦੀ ਵੀ ਤੁਹਾਡੀ ਲਹਿਰ ਬਣ ਜਾਂਦੀ ਹੈ ਨਾ, ਐਂਡ ਦੇ ਵਿੱਚ ਲੋਕਾਂ ਨੇ ਚਿਹਰੇ ਚੂਰੇ ਨਹੀਂ ਦੇਖਣੇ। ਉਹਨਾਂ ਨੇ ਸਿਰਫ ਇਹ ਦੇਖਣਾ ਜਦੋਂ ਤੁਹਾਨੂੰ ਨਿਸ਼ਾਨ ਮਿਲ ਜਾਂਦਾ ਆ ਕੋਈ ਵੀ ਇੱਥੇ ਜਾ ਕੇ ਮੋਹਰ ਲਾਉਣੀ ਆ। ਜਿਹੜਾ ਵੀ ਨਿਸ਼ਾਨ ਮਿਲਦਾ, ਉਹ ਤਾਂ ਹਾਲੇ ਨਿਸ਼ਾਨ ਵੀ ਨਹੀਂ ਮਿਲਿਆ। ਅਤੇ ਪਾਰਟੀਆਂ ਵਾਲੇ ਆਲਰੇਡੀ ਇਲਜ਼ਾਮ ਲਾਉਣ ਲੱਗ ਪਏ ਜੀ ਇਹ ਬੀਜੇਪੀ ਦੇ ਬੰਦੇ ਆ ਜੀ, ਇਹਨਾਂ ਨੇ ਤਾਂ ਦੇਖ ਲਓ ਇਹਨਾਂ ਦੀ ਪਾਰਟੀ ਰਜਿਸਟਰਡ ਹੋ ਗਈ ਆ, ਅਤੇ ਇਹ ਬੀਜੇਪੀ ਦੇ ਖਾਸ ਬੰਦੇ ਆ। ਜਿਹੜੇ ਪਾਰਟੀ ਤੁਹਾਡੇ ਨਾਲ ਜਿਹੜੇ ਬੰਦੇ ਅਲਾਇੰਸ ਕਰਨ ਨੂੰ ਫਿਰਦੇ ਸੀ, ਵੀ ਜਦੋਂ ਅਲਾਇੰਸ ਕਰਦੇ ਸੀ ਉਦੋਂ ਨਹੀਂ ਸੀ ਤੁਹਾਨੂੰ ਪਤਾ ਬੀਜੇਪੀ ਦੇ ਬੰਦੇ ਆ। ਸੋ ਐਂਡ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਵੀ ਮੈਸੇਜ ਦੇਣਾ ਚਾਹੋ, ਕੋਈ ਵੀ ਗੱਲ ਕਰਨੀ ਚਾਹੋ, ਕੋਈ ਵੀ ਟਿੱਪਣੀ ਕਰਨੀ ਚਾਹੋ, ਤੁਹਾਡੇ ਕੋਲ ਖੁੱਲ੍ਹਾ ਸਮਾਂ। ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਕੋਲ ਇਜਾਜ਼ਤ ਲੈ ਲਾਂਗੇ। ਮੈਂ ਤਾਂ ਇੱਕ ਹੀ ਗੱਲ ਕਹੂੰਗਾ ਜੀ, ਦੇਖੋ ਚਿਹਰੇ ਅਸੀਂ ਬੇਸ਼ੱਕ ਨਹੀਂ, ਮੈਨੂੰ ਇੱਥੇ ਮੋਹਾਲੀ 'ਚ ਵੀ ਨਹੀਂ ਹਰ ਬੰਦਾ ਜਾਣਦਾ ਹੋਣਾ, ਕਿਉਂਕਿ ਆਮ ਪਰਿਵਾਰ ਦੇ ਮੁੰਡਿਆਂ ਨੂੰ ਕਿੱਥੇ ਜਾਣਦੇ ਹੁੰਦੇ ਜੀ, ਹੈ ਨਾ। ਕਿਉਂਕਿ ਇੱਕ ਪੀੜ੍ਹੀ ਦਰ ਪੀੜ੍ਹੀ ਰਾਜਨੀਤੀ ਚੱਲਦੀ ਹੈ, ਨਾ ਹੀ ਆਪਾਂ ਰਾਜਨੀਤੀ ਕੀਤੀ ਹੈ, ਨਾ ਹੀ ਕਰਨੀ ਹੈ ਜੀ। ਆਪਾਂ ਤਾਂ ਲੋਕਾਂ ਦਾ ਕਹਿੰਦੇ ਹੁੰਦੇ ਇੱਕ ਬਦਲਾਵ ਲੈ ਕੇ ਆਏ ਹਾਂ, ਅਤੇ ਉਹਦੇ 'ਤੇ ਲੜਦੇ ਰਵਾਂਗੇ। ਲੋਕਾਂ ਦੇ ਹੱਕਾਂ ਲਈ ਲੜਦੇ ਆਏ, ਉਹਨਾਂ ਲਈ ਲੜਦੇ ਰਵਾਂਗੇ। ਆਵਾਜ਼ ਉਠਾਈ ਸੀ, ਆਵਾਜ਼ ਉਠਾਉਂਦੇ ਰਵਾਂਗੇ। ਪਰ ਚਿਹਰੇ ਕੌਣ ਬਣਾਉਂਦਾ ਹੈ? ਉਹ ਜਿਹੜੇ ਬਣਦੇ ਆ,
ਉਹ ਆਮ ਲੋਕ ਹੀ ਬਣਾਉਂਦੇ ਜਾਂ ਉਹ ਵਾਹਿਗੁਰੂ ਮਿਹਰ ਕਰਦਾ। ਹੂੰ। ਸੋ ਮੈਂ ਤਾਂ ਇੱਕ ਹੀ ਗੁਜ਼ਾਰਿਸ਼ ਕਰੂੰਗਾ, ਜਿਹੜੇ ਮੇਰੇ ਵੀਰ ਉੱਥੇ ਮੇਰੇ NRI ਵੀਰ ਬੈਠੇ ਆ, ਵੀ ਇਹ ਭਰਾ ਸਮਝ ਲਓ, ਬੱਚਾ ਸਮਝ ਲਓ, ਕੋਈ ਪੁੱਤ ਸਮਝ ਲਓ, ਵੀ ਸਾਡੇ ਵਰਗੇ ਆਮ ਬੱਚਿਆਂ ਨੂੰ ਤੁਸੀਂ ਚਿਹਰੇ ਬਣਾਉਣ ਵਾਲੇ ਆ। ਤੁਸੀਂ ਸਾਨੂੰ ਸੋਸ਼ਲ ਮੀਡੀਆ ਤੇ ਇੰਨਾ ਕਰ ਦਿਓ ਵੀ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਬਹੁਤ ਵੱਡੇ ਚਿਹਰੇ ਆ, ਉਹਨਾਂ ਦੇ ਚਿਹਰੇ ਸਾਡੇ ਅੱਗੇ ਦਬ ਜਾਣ। ਕਿਉਂਕਿ ਅਸੀਂ ਇੱਕ ਬਦਲਾਵ ਜੇ ਲਿਆਉਣਾ ਤਾਂ ਆਪਾਂ ਆਪਣੇ ਕੋਲੇ ਬਹੁਤ ਵੱਡਾ ਪਲੇਟਫਾਰਮ ਹੈ ਜਿਹੜਾ ਅੱਜ ਦੀ ਡੇਟ ਜਿਹੜਾ ਪਹਿਲਾਂ ਨਹੀਂ ਮਿਲਦਾ ਸੀ ਆਪਾਂ ਨੂੰ, ਉਹ ਸੋਸ਼ਲ ਮੀਡੀਆ ਹੈ। ਜੇ ਆਪਾਂ ਅੱਜ ਇਹਨੂੰ ਪ੍ਰੋਪਰ ਯੂਟੀਲਾਈਜ਼ ਕਰ ਲਿਆ, NRI ਵੀਰਾਂ ਨੇ ਪ੍ਰੋਪਰ ਯੂਟੀਲਾਈਜ਼ ਕਰ ਲਿਆ, ਕਿਉਂਕਿ ਮੈਨੂੰ ਪਤਾ ਜਦੋਂ ਨੂੰ ਮੈਂ ਸੌਣਾ ਉਦੋਂ ਨੂੰ NRI ਵੀਰਾਂ ਨੇ ਉੱਠ ਕੇ ਇਹਦੇ ਇੰਨੇ ਸ਼ੇਅਰ ਕਰ ਦੇਣੇ ਆ ਵੀ ਅਰਬਾਂ ਖਰਬਾਂ ਤੱਕ ਲੋਕਾਂ ਤੱਕ ਪਹੁੰਚ ਸਕਦੇ ਆ। ਉਹੀ ਗੁਜ਼ਾਰਿਸ਼ ਹੈ ਵੀ ਜੇ ਸਾਡੇ ਵਰਗਾ ਕੋਈ ਆਮ ਬੱਚਾ ਆਉਂਦਾ ਜਾਂ ਉਹਦਾ ਪੇਜ ਆਉਂਦਾ, ਉਹਨੂੰ ਲਾਈਕ ਕਰ ਦਿਆ ਕਰੋ, ਉਹਨੂੰ ਸ਼ੇਅਰ ਕਰ ਦਿਆ ਕਰੋ। ਸਾਡੇ ਲਈ ਤਾਂ ਉਹ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਜਿਵੇਂ ਤੁਸੀਂ ਅੰਦੋਲਨ 'ਚ ਪਾਇਆ ਸੀ। ਸੋ ਇਹੀ ਕਹਿਣਾ ਚਾਹੂੰਗਾ ਜੀ, ਬਸ ਤੁਹਾਡੇ ਸਾਥ ਦੀ ਲੋੜ ਹੈ। ਸਾਥ ਇਹੀ ਹੈ ਵੀ ਜਿਹੜਾ ਤੁਸੀਂ ਫੋਨ ਕਰੋ ਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਪੋਸਟ ਹੈ ਉਹਨਾਂ ਨੂੰ ਸ਼ੇਅਰ ਕਰੋ। ਸੋ ਇੱਕ ਵਾਅਦਾ ਤੁਹਾਡੇ ਨਾਲ ਜ਼ਰੂਰ ਕਰਕੇ ਜਾਣਾ ਵੀ ਹਮੇਸ਼ਾ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਾਂਗੇ, ਜਿਹੜੀ ਪਹਿਲਾਂ ਕੀਤੀ ਹੈ, ਤੇ ਪੰਜਾਬ ਦੀ ਸੇਵਾ ਕਰਾਂਗੇ। ਕਦੇ ਵੀ ਇਹ ਨਹੀਂ ਹੋਊਗਾ ਵੀ ਰਵਨੀਤ ਬਰਾੜ ਕਿਸੇ ਇਹੋ ਜਿਹੇ ਧਿਰਾਂ ਨਾਲ ਜੁੜ ਗਿਆ ਵੀ ਜਿਹੜੀਆਂ ਪੰਜਾਬ ਹਿਤੈਸ਼ੀ ਨਹੀਂ ਹੈਗੀਆਂ। ਹਮੇਸ਼ਾ ਪੰਜਾਬ ਦੇ ਨਾਲ ਰਹੂੰਗਾ, ਬੇਸ਼ੱਕ ਇਕੱਲਾ ਰਹਿ ਜਾ, ਪੰਜਾਬ ਲਈ ਲੜੂੰਗਾ। ਰਵਨੀਤ ਬਰਾੜ ਹਮੇਸ਼ਾ ਮੁਹੱਲੀ ਲਈ, ਪੰਜਾਬ ਲਈ ਖੜਾ ਰਹੂਗਾ। ਵੈਰੀ ਗੁੱਡ। ਲਾਸਟ ਵਿੱਚ ਰਵਨੀਤ ਭਾਜੀ ਇੱਕ ਗੱਲ ਲਾਸਟ ਹੋਰ ਕਰਨੀ ਸੀਗੀ, ਇਜਾਜ਼ਤ ਹੈ ਤੁਹਾਨੂੰ। ਕੱਲ ਪਰਸੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਰਾਘਵ ਚੱਡਾ ਦੇ ਪਿੱਛੇ ਮੇਰਾ ਖਿਆਲ ਮੁਹਾਲੀ ਏਰੀਆ ਜਾਂ ਚੰਡੀਗੜ੍ਹ ਏਰੀਆ, ਜਿੱਥੇ ਆਮ ਆਦਮੀ ਵਾਲੇ ਹੀ ਉਹਦੀ ਗੱਡੀ ਤੇ ਲੜਾਈ ਚੱਲ ਰਹੀ ਆ ਕਾਫੀ ਜ਼ਿਆਦਾ। ਉਹ ਕਿਹੜੀ ਜਗ੍ਹਾ ਦੀ ਘਟਨਾ ਆ? ਮੈਂ ਕਾਫੀ ਕੱਲ ਹੀ ਦੇਖੀ ਆ। ਮੈਂ ਉਹ ਜਲੰਧਰ ਦੀ ਸੀ, ਮੈਨੂੰ ਲੱਗਦਾ ਜਲੰਧਰ ਹੋਇਆ ਸੀ ਜੀ ਉਹ। ਜਲੰਧਰ, ਅੱਛਾ ਹੋਇਆ, ਠੀਕ ਹੈ ਜੀ, ਠੀਕ ਜੀ। ਮੈਂ ਨਾ ਇੱਕ ਗੱਲ ਜ਼ਰੂਰ ਭਾਜੀ ਨੂੰ ਆਪਾਂ ਇਜਾਜ਼ਤ ਦੇ ਦਈਏ। ਬਿਲਕੁਲ, ਮੈਂ ਇੱਕ ਗੱਲ ਇਹਨਾਂ ਜਾਣ ਤੋਂ ਪਹਿਲਾਂ ਜ਼ਰੂਰ ਕਰਨੀ ਚਾਹੁੰਦਾ, ਜਿਹੜੇ ਜਗਮੋਹਨ ਹੁਣੀ ਹਮੇਸ਼ਾ ਕਰਦੇ ਹੁੰਦੇ ਆ ਵੀ ਚਿੜੀ ਪਾਣੀ ਦੀ ਚੁੰਝ ਭਰ ਕੇ ਅੱਗ ਉੱਤੇ ਪਾ ਰਹੀ ਸੀ ਤੇ ਕਿਸੇ ਨੇ ਪੁੱਛਿਆ ਵੀ ਤੇਰੀ ਇਹ ਪਾਣੀ ਨਾਲ ਤਾਂ ਅੱਗ ਨਹੀਂ ਬੁਝਣੀ। ਉਹ ਕਹਿੰਦੀ ਕੱਲ ਨੂੰ ਜਦੋਂ ਲੋਕੀ ਫੈਸਲਾ ਕਰੂਗੇ ਵੀ ਅੱਗ ਲਾਉਣ ਵਾਲਿਆਂ 'ਚ ਸੀ ਕਿ ਬੁਝਾਉਣ ਵਾਲਿਆਂ 'ਚ ਸੀ, ਇਹ ਨਾ ਕਹਿਣ ਵੀ ਮੈਂ ਅੱਗ ਲਾਉਣ ਵਾਲਿਆਂ 'ਚ ਸੀ, ਮੈਂ ਬੁਝਾਉਣ ਵਾਲਿਆਂ ਸੀ। ਸੋ ਜਿਹੜਾ ਤੁਸੀਂ ਕੰਮ ਫੜਿਆ ਆ ਚਿੜੀ ਦਾ ਪਾਣੀ ਚੱਕ ਕੇ ਅੱਗ ਤੇ ਪਾਉਣਾ, ਅਸੀਂ ਤਾਂ ਉਹਦੇ ਨਾਲ ਆ। ਔਰ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ NRI ਨੇ ਬੜੇ ਪੈਸੇ ਲੁਟਾ ਲਏ ਆ, ਹੁਣ ਥੋੜ੍ਹਾ ਜਿਹਾ ਸਮਾਂ ਲੁਟਾ ਕੇ ਦੇਖ ਲਓ। ਐਤਕੀ ਜਿੰਨਾ ਵੀ ਸਮਾਂ ਕੋਵਿਡ ਦਾ ਸਮਾਂ ਆ, ਮੈਂ ਅਪਲਾਈ ਕੀਤਾ ਸੀਗਾ, ਮੈਨੂੰ ਤਾਂ ਨਹੀਂ ਉਹਨਾਂ ਨੇ ਦਿੱਤਾ, ਹਾਲੇ ਤੱਕ ਤਾਂ ਨਹੀਂ ਵੀਜ਼ਾ ਦਿੱਤਾ, ਈ ਵੀਜ਼ਾ। ਤੇ ਮੇਰਾ ਖਿਆਲ ਇੰਡੀਆ ਵਾਲਿਆਂ ਨੇ ਫਿਰ ਬੰਦ ਕਰਤਾ ਹੈ ਈ ਵੀਜ਼ਾ। ਅੱਗੇ ਅਸੀਂ ਜਾਂਦੇ ਹੁੰਦੇ, ਤੁਸੀਂ ਜਾਓ ਵੀ ਨਾ, ਐਤਕੀ ਤੁਹਾਨੂੰ ਜਾਣ ਦੀ ਵੀ ਨਹੀਂ ਲੋੜ, ਕਿਉਂਕਿ ਉੱਥੇ ਜਾ ਕੇ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਕੋਵਿਡ ਦੀਆਂ ਬਹੁਤ ਜ਼ਿਆਦਾ, ਤੁਸੀਂ ਸੋਸ਼ਲ ਮੀਡੀਆ ਤੇ ਹਨੇਰੀਆਂ ਲਿਆ ਦਿਓ, ਸੋਸ਼ਲ ਮੀਡੀਆ ਤੇ ਜਿੰਨਾ ਕਰ ਸਕਦੇ ਆ ਵੱਧ ਤੋਂ ਵੱਧ ਹਨੇਰੀਆਂ ਲਿਆ ਦਿਓ। ਜਿੱਦਾਂ ਅਸੀਂ ਉਦੋਂ ਟਵਿੱਟਰ ਤੇ ਹਨੇਰੀਆਂ ਲਿਆਂਦੀਆਂ ਸੀ, ਟਵਿੱਟਰ ਟੂ ਟਰੈਕਟਰ, ਉਹ ਕੰਮ ਤੁਸੀਂ ਸ਼ੁਰੂ ਕਰ ਦਿਓ। ਜਿਨ੍ਹਾਂ ਨੇ ਕਦੇ ਟਵਿੱਟਰ ਦਾ ਨਾਮ ਨਹੀਂ ਸੀ ਸੁਣਿਆ, ਉਹਨਾਂ ਨੇ ਅਕਾਊਂਟ ਬਣਾ ਲਏ ਸੀ। ਜੇ ਤੁਸੀਂ ਵਾਕਈ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਇੱਕ ਟਰਾਈ ਜ਼ਰੂਰ ਕਰੋ, ਕੋਸ਼ਿਸ਼ ਜ਼ਰੂਰ ਕਰੋ। ਥੋੜ੍ਹੇ ਦਿਨ ਆ ਆਪਣੇ ਕੋਲ, ਇਹਨਾਂ ਕੋਲ ਕੋਈ IT ਸੈੱਲ ਨਹੀਂ ਹੈ, ਆਪਾਂ ਹੀ IT ਸੈੱਲ ਆ, ਆਪਾਂ ਨੂੰ ਇਹ ਸਾਰਾ ਕੁਝ ਕਰਨਾ ਪੈਣਾ ਆ। ਸੋ ਹਨੇਰੀਆਂ ਲਿਆ ਦਿਓ ਤੇ ਬਹੁਤ ਧੰਨਵਾਦ ਤੁਹਾਡਾ। ਫਿਰ ਕਿਸੇ ਦਿਨ ਮੌਕਾ ਮਿਲਿਆ ਆਪਾਂ ਫਿਰ ਤੁਹਾਨੂੰ ਕੁਝ ਸਮੇਂ ਲਈ ਲੈ ਕੇ ਆਵਾਂਗੇ, ਬੌਦਰ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗਮੋਹਨ ਸਿੰਘ ਜੀ। ਇੱਕ ਤਾਂ ਗੱਲ ਆਪਾਂ ਨੂੰ ਇਹ ਸੋਚਣ ਦੀ ਲੋੜ ਹੈ, ਆਪਣੇ ਵੀਰ ਸਰਦਾਰ ਸਰਜੀਤ ਸਿੰਘ ਪੱਤਰਕਾਰ ਉਹ ਵੀ ਜੁੜੇ ਹੋਏ ਆਪਣੇ, ਉਹਨਾਂ ਨੇ ਟਿੱਪਣੀ ਕੀਤੀ ਆ, ਕਹਿੰਦੇ ਚੰਗੇ ਲੀਡਰ ਬਣਾਉਣ ਲਈ ਚੰਗੇ ਵੋਟਰਾਂ ਦੀ ਵੀ ਲੋੜ ਹੈ, ਚੰਗੇ ਵੋਟਰ ਬਣਾਉਣ ਲਈ ਚੰਗੀ ਲੀਡਰਸ਼ਿਪ ਦੀ ਲੋੜ ਹੈ, ਤੇ ਚੰਗੇ ਸੁਧਾਰਾਂ ਲਈ ਜ਼ਮੀਨੀ ਤੌਰ ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਬਹੁਤ ਕੰਮ ਕਰਨਾ ਪਵੇਗਾ। ਬਿਲਕੁਲ ਸਰਜੀਤ ਸਿੰਘ ਜੀ, ਤੁਹਾਡੀ ਮੈਂ ਗੱਲ ਨਾਲ 110% ਸਹਿਮਤ ਆ ਇਸ ਗੱਲ ਨਾਲ। ਬਿਲਕੁਲ ਜਦੋਂ ਚੇਂਜ ਕਰਨਾ, ਜਦੋਂ ਆਪਾਂ ਗੁਰਮਤ ਦੀ ਲਹਿਰ ਵੀ ਸ਼ੁਰੂ ਹੁੰਦੀ ਆ ਜਾਂ ਗੁਰਮਤ ਦਾ ਕੋਈ ਪ੍ਰਚਾਰਕ ਉੱਠਦਾ ਆ, ਤੇ ਪਹਿਲਾਂ ਜੇ ਉਹ ਪਹਿਲੇ ਦਿਨ ਹੀ ਸੋਚ ਲਿਆ ਵੀ ਮੈਂ ਇਹ ਪ੍ਰਚਾਰ ਨਾਲ ਕੋਈ ਲੋਕਾਂ ਦੇ ਵਿੱਚ ਫਰਕ ਨਹੀਂ ਪੈਣਾ, ਫਿਰ ਤਾਂ ਮੇਰਾ ਖਿਆਲ ਉਹ ਪਹਿਲੇ ਦਿਨ ਹੀ ਪ੍ਰਚਾਰ ਛੱਡ ਕੇ ਕੋਈ ਹੋਰ ਚੀਜ਼ ਅਖਤਿਆਰ ਲਊਗਾ। ਪਰ ਹੌਲੀ ਹੌਲੀ ਲੋਕਾਂ ਦੇ ਵਿੱਚ ਫਰਕ ਪੈਂਦਾ ਆ, ਜਦੋਂ ਲੋਕ ਸਮਝਣ ਵਾਲੇ ਸਮਝਦੇ ਆ। ਜੇ ਪਰਿਵਾਰ ਦੇ ਵਿੱਚ ਵਰਿੰਦਰ ਸਿੰਘ ਜੀ ਇੱਕ ਬੰਦਾ ਵੀ ਜਾਗਰੂਕ ਹੋ ਜਾਏ ਨਾ, ਘੱਟ ਤੋਂ ਘੱਟ ਉਹ ਆਪਣੇ ਸਰਕਲ 'ਚ, ਆਪਣੇ ਰਿਸ਼ਤੇ ਦੀ 10-15 ਪਰਿਵਾਰਾਂ 'ਚ ਜਾਗਰੂਕਤਾ ਫੈਲਾਉਂਦਾ ਜਾਂ ਆਪਣੇ ਫਰੈਂਡਾਂ 'ਚ, ਕਿਉਂਕਿ ਉਹਨਾਂ ਨੇ ਜਦੋਂ ਵੀ ਬਹਿਣਾ ਆ, ਚਾਹੇ ਵਿਆਹ ਆ, ਸ਼ਾਦੀ ਆ, ਭੋਗ ਆ, ਕਿਤੇ ਵੀ ਸਮਾਗਮ 'ਚ ਕਿਤੇ ਵੀ ਬਹਿਣਾ,
ਜਿਹੜਾ ਬੰਦਾ ਜਾਗਰੂਕ ਹੁੰਦਾ ਨੇ ਜਾਗਰੂਕਤਾ ਦੀ ਹੀ ਗੱਲ ਕਰਨੀ ਆ, ਉਹਨੇ ਪੋਜ਼ਿਟਿਵਿਟੀ ਲੈ ਕੇ ਹੀ ਨਾਲ ਉੱਥੇ ਜਸਣਾ। ਉਹਨੇ ਸਾਰੀਆਂ, ਹੁਣ ਜੇ ਆਪਾਂ ਸਿੱਖ ਧਰਮ ਦੇ ਲਾ ਲਈਏ, ਜੇ ਆਪਾਂ ਐਵਰੀਡੇ ਇੱਥੇ ਨੈਗੇਟਿਵਿਟੀ ਗਿਣਾਉਣ ਲੱਗੀਏ ਤੇ ਜਿੰਨਾ ਵਿਪਰ ਦਾ ਜ਼ੋਰ ਸਾਡੇ ਧਰਮ ਨੂੰ ਨੈਗੇਟਿਵ ਪਾਸੇ ਨੂੰ, ਜਿੰਨਾ ਨੈਗੇਟਿਵ ਗੁਰਦੁਆਰਿਆਂ 'ਚ ਕੰਮ ਜਾਂ ਕਰਮਕਾਂਡ, ਜਿੰਨੇ ਕਰਮਕਾਂਡਾਂ 'ਚ ਸਾਡੇ ਧਰਮ ਨੂੰ ਵਿੱਚ ਫਸਾ ਦਿੱਤਾ ਆ, ਇਹਨੇ ਕਰਮਕਾਂਡ ਦਾ ਬਾਬੇ ਨਾਨਕ ਹੁੰਦਾ ਤੇ ਹੁਣ ਉਹਦਾ ਕਹਿੰਦਾ ਵੀ ਆਹ ਕਰ ਕੀ ਰਹੇ ਤੁਸੀਂ ਵੀ ਮਿੱਤਰੋ, ਇਹ ਤਾਂ ਸਾਡਾ ਤਾਂ ਇਹਦੇ ਨਾਲ ਤਾਂ ਕੋਈ ਸੰਬੰਧ ਨਹੀਂ ਹੈ ਇਹਨਾਂ ਚੀਜ਼ਾਂ ਨਾਲ। ਪਰ ਜਦੋਂ ਉਹਨੂੰ ਦੂਰ ਕਰਨਾ ਹੁੰਦਾ ਉਹਦੇ ਲਈ ਟਾਈਮ ਲੱਗਦਾ, ਉਹਦੇ ਲਈ ਤੁਹਾਨੂੰ ਟਾਈਮ ਸਪੈਂਡ ਕਰਨਾ ਪੈਂਦਾ, ਗੁਰਬਾਣੀ ਪੜ੍ਹਨੀ ਪੈਂਦੀ, ਤੱਥਾਂ ਦੇ ਆਧਾਰ ਤੇ ਲੋਕਾਂ ਨੂੰ ਦੱਸਣਾ ਪੈਂਦਾ। ਹੁਣ ਜਿਹੜੀ ਗੱਲ ਤੁਸੀਂ ਰਾਘਵ ਚੱਡਾ ਦੀ ਕਹੀ ਸੀ, ਮੈਂ ਦੇਖ ਰਿਹਾ ਸੀ ਕੱਲ ਵੀਡੀਓ, ਉਹਦੇ ਪਾਰਟੀ ਦੇ, ਆਮ ਆਦਮੀ ਪਾਰਟੀ ਦੇ ਜਿਹਨਾਂ ਨੂੰ ਪਿਛਲੇ 10 ਸਾਲ ਹੋ ਗਏ ਕੰਮ ਕਰਦੇ ਨੇ, ਉਹੀ ਮੇਰੇ ਖਿਆਲ ਪੱਥਰ ਜੁੱਤੀਆਂ ਮਾਰ ਰਿਹਾ ਸੀ ਉਹਦੀ ਗੱਡੀ ਤੇ। ਇੱਥੋਂ ਸੋਚਣਾ ਚਾਹੀਦਾ ਵੀ ਆਮ ਆਦਮੀ ਪਾਰਟੀ ਦਾ ਕੀ ਚੱਕਰ ਹੈ। ਇਸੇ ਤਰੀਕੇ ਨਾਲ ਹੀ ਮਾਛੀਵਾੜੇ ਪਿਛਲੇ ਹਫ਼ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਪ੍ਰੋਗਰਾਮ ਸੀ, ਮੇਰੇ ਖਿਆਲ 2000 ਬੰਦਾ ਉਹਦਾ ਵਿਰੋਧ ਕਰਨ ਉੱਥੇ ਪਹੁੰਚਿਆ ਹੋਇਆ ਸੀਗਾ ਉਸ ਏਰੀਏ ਦਾ। ਸੋ ਇਹਨਾਂ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਆ ਉਹ ਸਾਰੀਆਂ, ਤੇ ਜਿਹੜੀ ਬੀਜੇਪੀ ਆ ਉਹ ਜਿੱਦਾਂ ਬਿੱਲੀ ਨਹੀਂ ਹੁੰਦੀ, ਜਿੱਦਾਂ ਘਰ ਦੇ ਦੁੱਧ ਰੱਖਿਆ ਹੁੰਦਾ ਤੇ ਘਰ ਰਾਖੀ ਦੇ ਬੈਠੇ ਸਾਰੇ ਜਣੇ ਆ, ਤੇ ਉਹ ਬਿੱਲੀ ਜਿਹੜੀ ਹੁੰਦੀ ਉਹ ਇਹਦਾ ਝਾਕ 'ਚ ਬੈਠੀ ਹੁੰਦੀ ਆ ਵੀ ਜਦੋਂ ਇਹਨਾਂ ਦਾ ਕੰਮ ਖਤਮ ਹੋਊਗਾ ਜੇ ਸ਼ਾਇਦ ਮੇਰਾ ਵਿੱਚ ਦਾਅ ਲੱਗ ਜਾਏ। ਸੋ ਬੀਜੇਪੀ ਇੱਕ ਬਿੱਲੀ ਦੀ ਤਰੀਕੇ ਨਾਲ ਬੈਠੀ ਆ, ਉਹ ਆਪਣੇ ਦਾਅ, ਜਿਹੜਾ ਲੀਡਰ ਖੱਬਿਓਂ ਸੱਜਿਓਂ ਅਕਾਲੀਆਂ ਨਾਲ ਹਟ ਗਿਆ, ਇੱਧਰ ਆ ਜਾਓ, ਇੱਧਰੋਂ ਹਟ ਗਿਆ, ਇੱਧਰ ਆ ਗਿਆ। ਹੁਣ ਹਰਜੋਤ ਕਮਲ ਹੀ ਲਾ ਲਓ ਆਪਾਂ ਮੋਗੇ ਦਾ, ਉਹ ਬੜਾ ਕਹਿ ਰਿਹਾ ਜੀ ਮੈਂ ਕਾਂਗਰਸ ਲਈ ਪਿਛਲੇ 10 ਸਾਲ ਤੋਂ ਕੰਮ ਕੀਤਾ, 8 ਸਾਲ ਤੋਂ ਕੰਮ ਕੀਤਾ। ਭਾਈ ਜੇ ਤੇਰਾ ਲੋਕਾਂ ਦੇ ਵਿੱਚ ਆਧਾਰ ਆ, ਤੂੰ ਕਾਂਗਰਸ ਲਈ ਕੰਮ ਕੀਤਾ, ਤੂੰ ਲੋਕਾਂ ਲਈ ਕੰਮ ਕੀਤਾ, ਤੈਨੂੰ ਭਾਜਪਾ ਜਾਣ ਦੀ ਕੀ ਲੋੜ ਆ? ਤੂੰ ਆਜ਼ਾਦ ਖੜ ਜਾ, ਠੀਕ ਨੇ? ਤੂੰ ਆਜ਼ਾਦ ਖੜ ਕੇ ਜਿੱਤ ਸਕਦਾ ਜੇ ਤੂੰ ਕੰਮ ਕੀਤਾ। ਹਾਂ, ਜੇ ਤੂੰ ਕੰਮ ਨਹੀਂ ਕੀਤਾ ਫਿਰ ਤੈਨੂੰ ਯਕੀਨ ਨਹੀਂ ਆ ਵੀ ਜਦ ਤੱਕ ਕੋਈ ਪਾਰਟੀ ਮੈਨੂੰ ਫੰਡ ਨਹੀਂ ਕਰੂਗੀ, ਜਦ ਤੱਕ ਮੈਂ ਜਿਹੜਾ ਕਹਿੰਦੇ ਉਹਨੇ ਆਪਣਾ ਜਿਹੜੀ ਗੱਲ ਦਾ ਐਕਸਪੀਰੀਅੰਸ ਨਹੀਂ ਆ ਵੀ ਲੋਕਾਂ ਨੂੰ ਸ਼ਰਾਬਾਂ ਪਿਲਾਉਣੀਆਂ, ਲੋਕਾਂ ਨੂੰ ਪੈਸੇ ਵੰਡਣੇ, ਲੋਕਾਂ ਨੂੰ ਲੋਈਆਂ ਵੰਡਣੀਆਂ, ਜੇ ਇਹ ਕੰਮ ਕਰਨਾ ਫਿਰ ਬੀਜੇਪੀ ਜੁਆਇਨ ਕਰਨੀ ਪੈਣੀ, ਕਿਉਂ ਬੀਜੇਪੀ ਤੈਨੂੰ ਫੰਡ ਦਊਗੀ, ਤੂੰ ਇਹ ਕੰਮ ਕਰੇਗਾ ਗਾ। ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਆਮ ਵੋਟਰਾਂ ਨੂੰ ਹੌਲੀ ਹੌਲੀ ਸਮਝ ਵੀ ਆ ਰਹੀਆਂ ਔਰ ਆਉਣੀਆਂ ਵੀ ਚਾਹੀਦੀਆਂ। ਮੈਂ ਕਹਿੰਦਾ ਆਪਣੇ ਨਾਲ ਕਾਲ ਆ ਪਨ ਰਹੀ ਹੈ, ਕਾਫੀ ਦੇਰ ਤੋਂ ਹੋਲਡ ਤੇ ਨੇ। ਹਾਂਜੀ 3126 ਤੁਸੀਂ ਆਉਣੇ ਰਹੋ। ਹਾਂਜੀ ਜਗਮੋਹਨ ਭਾਜੀ, ਗੋਲਡੀ ਵੀਰ ਜੀ, ਖਾਲਸਾ ਵੀ ਫਤਿਹ। ਹਾਂਜੀ ਬਾਈ, ਖਾਲਸਾ ਵੀ ਫਤਿਹ ਜੀ। ਬੋਲਦਾ ਸੀ ਭਾਜੀ। ਹਾਂਜੀ ਹਾਂਜੀ, ਮੈਂ ਕਿਹਾ ਰਵਨੀਤ ਵੀਰ ਨੂੰ ਮਿਲੇ, ਬਿਲਕੁਲ ਡਾਊਨ ਟੂ ਅਰਥ ਬੰਦੇ ਨੇ ਇਹ, ਠੀਕ ਹੈ ਨਾ, ਦੇਖਣ ਤੋਂ ਗੱਲ ਕਰਨ ਤੋਂ ਹੀ ਪਤਾ ਲੱਗਦਾ ਆ। ਮੈਂ ਜਿਹੜੀ ਗੱਲ ਦੇ ਮਾਰੇ ਤੁਹਾਨੂੰ ਕਾਲ ਕੀਤੀ ਹੈ ਨਾ, ਜਿਵੇਂ ਤੁਸੀਂ ਸ਼ੁਰੂ ਚ ਕੀਤਾ ਵੀ ਮਾਨ ਵਾਲਿਆਂ ਨੇ ਸਾਰੇ ਆਪਦੇ ਕੈਂਡੀਡੇਟ ਐਲਾਨ ਤੇ, ਕਹਿੰਦੇ ਸਾਰੀਆਂ ਸੀਟਾਂ ਤੇ ਕੈਂਡੀਡੇਟ ਐਲਾਨਾਂਗੇ। ਜਦੋਂ ਤੁਹਾਡਾ ਇੱਧਰੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਧਰੋਂ ਜਿਹੜਾ ਮਾਨ ਦਲ ਦਾ ਕੈਂਡੀਡੇਟ ਆ, ਮੇਰਾ ਭਾਣਜਾ ਉਹ, ਠੀਕ ਹੈ, ਬਠਿੰਡੇ ਤੋਂ, ਸਿਮਰਨਜੋਤ ਸਿੰਘ, ਤੇ ਉਹਦੀ ਕਾਲ ਆ ਗਈ ਤੇ ਮੈਨੂੰ ਕਹਿੰਦੀ ਸਿਮਰਨਜੋਤ ਦੀ ਕਾਲ ਆ ਗਈ, ਜਿਹੜਾ ਮੈਂ ਕੈਂਡੀਡੇਟ ਐਲਾਨ ਤਾ ਆ। ਮੈਂ ਕਿਹਾ ਵੀ ਉਹਨੂੰ ਕਹਿ ਦੋ ਮਾਸੜ ਤੇਰਾ ਗੱਲ ਨਹੀਂ ਕਰਨੀ ਚਾਹੁੰਦਾ ਤੇਰੇ ਨਾਲ, ਠੀਕ ਹੈ ਨਾ। ਉਹ ਵਿਚਾਰਾ ਮੈਨੂੰ ਕਹਿੰਦਾ ਮਾਸੀ ਜੀ, ਕਹਿੰਦਾ ਮੈਨੂੰ ਪੁੱਛੇ ਬਿਨਾਂ ਹੀ ਇਹਨਾਂ ਨੇ ਕੈਂਡੀਡੇਟ ਐਲਾਨਤਾ, ਕਹਿੰਦਾ ਮੈਂ ਤੇ ਇਹਨਾਂ ਦੀਆਂ ਮਿੰਨਤਾਂ ਕਰੀ ਜਾਂਦਾ ਵੀ ਮੈਂ ਨਹੀਂ ਖੜੇ ਹੋਣਾਗਾ। ਆਹ ਹਾਲਤ ਹੈ ਮਾਨ ਦਲ ਵਾਲਿਆਂ ਦੀ, ਤੇ ਨਾ ਉਹਨੂੰ ਅਸੀਂ ਨਾ ਉਹ ਖੜਾ ਹੋਵੇ ਤੇ ਨਾ ਹੀ ਹੋਣੇ ਆ। ਇਹਨਾਂ ਦਾ ਕੰਮ ਵੋਟਾਂ ਨੂੰ ਖੋਰਾ ਲਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਭਾਜੀ, ਠੀਕ ਹੈ ਨਾ। ਪਹਿਲੇ ਮੈਂ ਇੱਕ ਪਿੱਛੇ ਜੇ ਮੇਰੇ ਬਹੁਤ ਸਤਿਕਾਰਯੋਗ ਟੀਚਰ ਨੇ, ਉਹ ਮੈਂ ਉਹਨਾਂ ਦੀ ਜਦੋਂ ਅੱਜ ਵੀ ਦਿਲੋਂ ਕਰਦਾ, ਸਵਰਨ ਸਿੰਘ ਢੰਗਰਾਲੀ, ਉਹ ਆਪਣੇ ਮੋਰਚੇ ਤੇ ਰਹੇ ਨੇ, ਮੈਨੂੰ ਕਹਿੰਦੇ ਵੀ ਮਾਨ ਬਾਰੇ ਕੁਝ ਗਲਤ ਨਾ ਬੋਲੋ। ਮੈਂ ਕਿਹਾ ਵੀ ਦੇਖੋ ਜਿੰਨੀ ਦੇਰ ਸਾਨੂੰ ਸਮਝ ਨਹੀਂ ਸੀ ਅਸੀਂ ਵੀ ਮਾਨ ਦਲ ਦੇ ਨਾਲ ਵੀ ਰਹੇ ਹਾਂ। ਮੈਂ ਕਿਹਾ, ਮੈਨੂੰ ਕਹਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਵੀ ਮਾਨ ਸਰਕਾਰ ਦਾ ਉਹ ਸ਼ਿਕਾਰੀ ਦਾ ਬਾਜ ਆ ਜਿਹੜਾ ਬਾਕੀ ਸਾਡੇ ਅੜਭੋਲ ਬਾਜਾਂ ਨੂੰ ਜਾ ਕੇ ਉਸ ਚਾਲ ਚਲਾਉਂਦਾ ਸਰਕਾਰ ਦੇ, ਠੀਕ ਹੈ ਨਾ। ਉਹ ਵਿਚਾਰਿਆਂ ਨੇ ਕਾਫੀ ਇਸ ਗੱਲ ਦੀ ਤਕਲੀਫ ਮੰਨੀ, ਕਿਉਂਕਿ ਉਹ ਚਲੋ ਪੁਰਾਣੇ ਸਪੋਰਟਰ ਆ ਮਾਨ ਦਲ ਦੇ, ਪਰ ਮੈਨੂੰ ਉਹਨਾਂ ਨਾਲ ਕੋਈ ਦੁੱਖ ਤਕਲੀਫ ਨਹੀਂ। ਮੈਂ ਸਿਰਫ ਇੱਕ ਹੀ ਗੱਲ ਜਾਣਦਾ ਭਾਜੀ, ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ, ਜਿਹੜੇ ਇਮਾਨਦਾਰ ਸੀਗੇ, ਜਿਹੜੇ ਸੱਚ ਤੇ ਪਹਿਰਾ ਦੇਣ ਵਾਲੇ ਸੀਗੇ, ਜਿਹੜੇ ਗੁਰੂ ਨਾਨਕ ਜੀ ਨੇ ਕਿਹਾ ਸੀਗਾ ਵੀ ਜੋ ਤੁਸੀਂ ਅੰਦਰੋਂ ਆ ਉਹੀ ਬਾਹਰੋਂ ਦਿਖਾਓ ਤੇ ਜੋ ਤੁਸੀਂ ਬਾਹਰੋਂ ਉਹੀ ਤੁਹਾਡਾ ਅੰਦਰ ਹੋਣਾ ਚਾਹੀਦਾ ਹੈ, ਉਸ ਤੋਂ ਇਹਨਾਂ ਨੇ ਹੌਲੀ ਹੌਲੀ ਲੋਕ ਛੜਕਾਤੇ ਜੀ, ਠੀਕ ਹੈ ਨਾ। ਜੇ ਆਪਾਂ ਫਿਰ ਉਸੇ ਲੀਹ ਤੇ ਆ ਜਾਈਏ ਵੀ ਅਸੀਂ ਬਈ ਸੱਚ ਨਾਲ ਖੜਾਂਗੇ, ਜੋ ਸਾਡੇ ਅੰਦਰ ਹੈ ਉਹੀ ਅਸੀਂ ਬਾਹਰੋਂ ਬੋਲਾਂਗੇ, ਤਾਂ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਆਪਣੇ ਪੰਜਾਬ ਦੇ ਖਿੱਤੇ ਦੇ ਵਿੱਚ ਆਪਣੀ ਸਰਕਾਰ ਬਣਨ ਤੋਂ ਰੋਕ ਸਕੇ, ਠੀਕ ਹੈ ਨਾ। ਇਹਨਾਂ ਨੇ ਲੋਕਾਂ ਨੂੰ ਇਸ ਗੱਲ ਦੀ ਝਾਕ ਦਿਖਾਤੀ ਭਾਜੀ ਵੀ ਸ਼ਾਇਦ ਜੇ ਪੋਲੀਟਿਕਸ ਕਹਿਣ ਲੱਗ ਵੀ ਕਹੋ ਕੁਛ ਕਰੋ ਕੁਛ, ਠੀਕ ਹੈ ਨਾ। ਇਹ ਕੋਈ ਬੰਦੇ ਵਾਲੀ ਗੱਲ ਨਹੀਂ ਹੈਗੀ, ਕਹੋ ਕੁਛ ਕਰੋ ਕੁਛ। ਇਹ ਇੱਕ ਮਤਲਬ ਬੇਵਕੂਫਾਂ ਵਾਲੀ ਕਹਿ ਲਓ ਗੱਲ, ਵੀ ਸਾਰੇ ਚੋਰ ਬਣਾਤੇ ਭਾਜੀ ਕੁੱਲ ਮਿਲਾ ਕੇ ਇਹਨਾਂ ਨੇ, ਹਨਾ। ਤੇ ਵਾਹਿਗੁਰੂ ਕਰੇ ਆਪਾਂ ਸੀਟਾਂ ਸਾਰੀਆਂ ਐਲਾਨ ਹੋ ਜਾਣ ਤੇ ਆਪਾਂ 101% ਜਿੱਤਾਂਗੇ। ਤਾਂ ਸਿਰਫ ਜਿਵੇਂ ਕਹਿੰਦੇ ਹੁੰਦੇ ਵੀ ਇਹਨਾਂ ਦੇ ਸਾਰਿਆਂ ਦੇ ਖੇਡਣੇ ਖਿੱਲੀ ਪਏ ਆ ਜੀ, ਠੀਕ ਹੈ ਨਾ। ਤੇ
ਆਪਣਾ ਤੁਹਾਡਾ ਨਾਲ ਸਾਥ ਹੈ ਤੇ ਮੈਂ ਇਹ ਕਹਿਣਾ ਹਾਂਜੀ 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 ਪ੍ਰੀਤਮਿੰਦਰ ਸਿੰਘ ਜੀ, ਗੱਲ ਮੈਂ ਬਾਰ-ਬਾਰ ਇਹ ਦੁਹਰਾਉਣਾ ਹੁੰਦਾ, ਗੱਲ ਜਿੱਤਣ ਦੀ ਨਹੀਂ ਆ, ਗੱਲ ਇੱਥੇ ਸ਼ੁਰੂਆਤ ਕਰਨ ਦੀ ਆ। ਜਦੋਂ ਕੋਈ ਕੰਮ ਆਪਾਂ ਪਰਿਵਾਰ ਦੇ ਵਿੱਚ ਵੀ ਬਿਨਣਾ ਹੁੰਦਾ, ਕੋਈ ਨਵਾਂ ਕਾਰਜ ਕਰਨਾ ਹੁੰਦਾ, ਮੰਨ ਲਓ ਆਪਾਂ ਡਰਾਈਵਰੀ ਕਰਦੇ ਹਾਂ, ਆਪਾਂ ਇੱਕ ਟਰੱਕ ਹੀ ਲੈਣਾ ਹੁੰਦਾ ਆਪਣੇ ਪਰਿਵਾਰ 'ਚ, ਗੱਲ ਸ਼ੁਰੂਆਤ ਕਰਨ ਦੀ ਹੁੰਦੀ, ਉਸ ਕੰਮ ਰਚਣ ਦੀ ਗੱਲ ਹੁੰਦੀ ਆ। ਗੱਲ ਆਪਾਂ ਇਹ ਕਰੀਏ ਵੀ ਸ਼ੁਰੂਆਤ ਜਿਹੜੀ ਆ ਉਹ ਵਧੀਆ ਹੋਵੇ। ਜੇ ਸ਼ੁਰੂਆਤ ਵਧੀਆ ਹੋਊਗੀ, ਲੋਕ ਜੁੜਨਗੇ, ਜਿੱਤਣਗੇ ਵੀ, ਐਟਲੀਸਟ ਲੋਕ ਜਾਗਰੂਕਤਾ ਹੋਣਗੇ। ਜਿੱਥੇ ਜਾ ਕੇ ਇਹ ਆਪਣਾ ਪ੍ਰਚਾਰ ਕਰਨਗੇ ਸੰਯੁਕਤ ਸਮਾਜ ਮੋਰਚਾ ਵਾਲੇ, ਉਸ ਏਰੀਏ, ਉਸ ਹਲਕੇ 'ਚ ਲੋਕ ਸਵਾਲ ਪੁੱਛਣ ਜੋਗੇ ਤਾਂ ਹੋਣਗੇ। ਜਿੱਦਾਂ ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਸਵਾਲ ਪੁੱਛਣ ਲਾਤਾ, ਜਿੱਦਾਂ ਮਿਸ਼ਨਰੀ ਲਹਿਰ ਨੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਤੋਂ ਜਦੋਂ ਮਿਸ਼ਨਰੀ ਪ੍ਰਚਾਰਕ ਪੜ੍ਹ ਕੇ ਆਏ, ਉਹਨਾਂ ਨੇ ਸਾਨੂੰ ਗੁਰਮਤ ਜਿਹੜੀ ਅਰਥਾਂ ਦੇ ਨਾਲ ਸਮਝਾਉਣੀ ਸ਼ੁਰੂ ਕਰ ਦਿੱਤੀ। ਅਸੀਂ ਜਿਹੜੇ ਸੋ ਕਾਲਡ ਬਾਬੇ ਸੀ, ਜਿਹੜਾ ਬਾਬਾ ਜੀ ਆ ਗਿਆ ਜੀ, ਲੋਕੀ ਪੈਰਾਂ 'ਚ ਲੰਮੇ ਪੈ ਜਾਂਦੇ ਸੀਗੇ। ਇੱਕ ਪੜ੍ਹਿਆ ਲਿਖਿਆ ਜਿਹੜਾ ਗ੍ਰੰਥੀ ਆ, ਜਿਹੜਾ BA ਕੀਤੀ ਆ, BSc ਕੀਤੀ ਆ, ਜਿਹਨੇ ਪੜ੍ਹ ਕੇ ਕੋਈ ਗਿਆਨੀ ਕੀਤੀ ਆ, ਉਹ ਗ੍ਰੰਥੀ ਲੱਗਦਾ ਸੀ। ਉਹਨੂੰ ਅਸੀਂ ਤੂੰ ਤੜਾਕ ਕਰਕੇ ਸੰਬੋਧਿਤ ਕਰਦੇ ਸੀ। ਪਰ ਇੱਕ ਅਨਪੜ੍ਹ ਬਾਬਾ ਆਉਂਦਾ ਸੀ, ਉਹਦੇ ਅਸੀਂ ਪੈਰਾਂ 'ਚ ਲੰਮੇ ਪੈ ਜਾਂਦੇ ਸੀਗੇ ਵੀ ਹਾਂ ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਚਾਹੇ ਉਹਨੂੰ ਮੇਰਾ ਖਿਆਲ ਹੈ ਵੀ ਜਪਜੀ ਸਾਹਿਬ ਦੇ ਪੂਰੇ ਅਰਥ ਬਣਾਉਂਦੇ ਹੋਣ। ਠੀਕ ਹੈ ਨਾ? ਸੋ ਗੱਲ ਸ਼ੁਰੂਆਤ ਦੀ ਆ। ਜਦੋਂ ਮਿਸ਼ਨਰੀ ਲਹਿਰ ਵੀ ਚੱਲੀ, ਸਾਡੇ ਵਰਗੇ ਲੋਕ ਜਿਹੜੇ ਤਿਆਰ ਹੋਏ ਆ, ਗੁਰਮਤ ਦੀ ਨਾਲ ਜੁੜੇ ਆ, ਗੁਰੂ ਨਾਲ ਪਿਆਰ ਪਿਆ ਆ, ਗੁਰੂ ਦੀ ਸੋਚ ਨਾਲ ਪਿਆਰ ਪਿਆ ਆ, ਇਸੇ ਕਰਕੇ ਇਹ ਚੈਨਲ ਵੀ ਚੱਲਣ ਡਿਆ ਆ। ਸੋ ਇੱਦਾਂ ਹੀ ਜਦੋਂ ਇਹ ਸੰਯੁਕਤ ਸਮਾਜ ਮੋਰਚੇ ਦੀ ਸ਼ੁਰੂਆਤ ਹੋਊਗੀ, ਹੌਲੀ ਹੌਲੀ ਲੋਕ ਇਹਨਾਂ ਨਾਲ ਮਿਲਣਗੇ, ਜਣਗੇ, ਪਤਾ ਲੱਗੂਗਾ ਜੁੜ ਕੇ ਇਹਨਾਂ ਨਾਲ ਵੀ ਹਾਂ ਵੀ ਕੀ ਕਰਦੇ ਆ, ਕੀ ਸੋਚ ਆ। ਜਾਗਰੂਕਤਾ ਤਾਂ ਲੋਕਾਂ ਦੇ ਵਿੱਚ ਆਊਗੀ। ਸਾਡਾ ਤਾਂ ਇਹ ਕਹਿਣਾ ਜ਼ਿਆਦਾ ਜ਼ਰੂਰੀ ਆ। ਜੇ ਹੁਣ ਆਪਾਂ ਇੱਥੋਂ ਕਹੀਏ ਇਹ ਸਾਰੇ ਜਿੱਤ ਜਾਣਗੇ, ਇਹ ਸਾਰੇ ਜਿੱਤਣੇ ਚਾਹੀਦੇ ਆ, ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ 100% ਸਾਰੇ ਜਿੱਤ ਜਾਣਗੇ। ਜਿੱਤ ਜਾਂ ਹਾਰ ਅਕਸਰ ਲੋਕਾਂ ਨੇ ਡਿਸਾਈਡ ਕਰਨੀ ਆ। ਆਪਣਾ ਭਵਿੱਖ ਲੋਕਾਂ ਨੇ ਡਿਸਾਈਡ ਕਰਨਾ ਵੀ ਅਸੀਂ ਕੀ ਕਰਨਾ ਆ। ਅਸੀਂ ਉਹੋ ਹੀ ਲੋਈਆਂ ਲੈ ਕੇ, ਦਾਰੂ ਪੀ ਕੇ, ਭਾਜੀ ਦੇ ਨਾਲ ਅੱਜ ਡਿਨਰ ਹੋ ਗਿਆ ਸਾਡਾ, ਭਾਜੀ ਨੇ ਸੱਦ ਕੇ ਸਾਨੂੰ ਰੋਟੀ ਖਿਲਾਤੀ, MLA ਸਾਹਿਬ ਨੇ ਘਰ ਆਪਣੇ ਕੱਲ੍ਹ ਸੱਦ ਕੇ ਸਾਡੀ ਕੁੜੀ ਦੇ ਸ਼ਗਨ ਤੇ ਆ ਗਿਆ ਉੱਥੇ। ਵੀ ਇਹਨਾਂ ਗੱਲਾਂ 'ਚ ਹੀ ਰਹਿਣਾ ਕਿ ਸਮਾਜ ਲਈ MLA ਸਾਹਿਬ ਨੇ ਕੀ ਕੀਤਾ, ਤੁਹਾਡੇ ਘਰ ਚਾਹੇ ਆਵੇ ਨਾ ਆਵੇ, ਪਰ ਸਮਾਜ ਲਈ ਉਹ ਕੀ ਕਰ ਰਿਹਾ, ਉਹ ਜ਼ਿਆਦਾ ਜ਼ਰੂਰੀ ਆ। ਹਾਂਜੀ ਵੀਰ, ਬਿਲਕੁਲ ਜੀ। ਸੌਰੀ, ਮੈਂ ਇੱਕ ਨੋਟਿਸ ਲਿਆਉਣੀ ਚਾਹੁੰਦਾ ਗੱਲ ਤੁਹਾਡੇ। ਮੈਂ ਸਹਿਮਤ ਹਾਂ ਜਗਮੋਹਨ ਵੀਰ ਜੀ ਨਾਲ ਵੀ ਸ਼ੁਰੂਆਤ ਆ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬਠਿੰਡਾ ਦਿਹਾਤੀ ਸੀਟ ਸਾਡੀ ਆਪਦੀ ਹੈ। ਉੱਥੋਂ ਹਾਲਤ ਹੈ ਭਾਜੀ, ਜਿਹੜਾ ਪਿਛਲੀ ਵਾਰੀ ਅਕਾਲੀ ਦਲ ਨੇ ਖੜਾ ਹੋਇਆ ਸੀਗਾ ਬੰਦਾ, ਉਹ ਆਮ ਆਦਮੀ ਪਾਰਟੀ ਦੀ ਟਿਕਟ ਜਾ ਚੁੱਕਿਆ ਆ, ਤੇ ਜਿਹੜੀ ਆਮ ਆਦਮੀ ਤੋਂ ਜਿੱਤੀ ਹੋਈ ਸੀਟ ਸੀਗੀ ਰੂਬੀ, ਉਹ ਕਾਂਗਰਸ ਤੋਂ ਖੜੀ ਹੋਣ ਜਾ ਰਹੀ ਹੈ। ਲੋਕ ਵੀਰ ਜੀ ਏਡੇ ਵੀ ਮੂਰਖ ਹੈਗੇ ਜਿੰਨੇ ਇਹਨਾਂ ਨੇ ਸਮਝ ਰੱਖੇ ਆ। ਇੰਨੇ ਵੀ ਲੋਕ ਮੂਰਖ ਨਹੀਂ ਹੈਗੇ ਜਿਨ੍ਹਾਂ ਨੇ ਇਹ ਸਿਰਫ ਤੇ ਸਿਰਫ ਲੋਕਾਂ ਦੀ ਇਕਜੁੱਟਤਾ ਹੋਣੀ ਚਾਹੀਦੀ ਹੈ। ਜਿਹੜੀ ਹੁਣ ਜਿਵੇਂ ਤੁਹਾਡਾ ਪਲੇਟਫਾਰਮ ਬਣਿਆ ਆ, ਠੀਕ ਹੈ ਨਾ, ਇਹ ਪਲੇਟਫਾਰਮਾਂ ਦੀ ਲੋੜ ਸੀਗੀ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਪਲੇਟਫਾਰਮ ਬਣੇ ਹੋਏ ਆ। ਤੇ ਆਪਾਂ, ਮੈਨੂੰ ਯਕੀਨ ਆ ਕਮ ਸੇ ਕਮ ਵੀ ਅਸੀਂ ਪਹਿਲਾਂ ਵੀ ਰੂਬੀ ਨੂੰ ਕੋਈ ਨਹੀਂ ਸੀ ਜਾਣਦਾ ਜਦੋਂ ਅਸੀਂ ਜਿਤਾਇਆ ਸੀਗਾ ਉੱਥੋਂ, ਤੇ ਅਸੀਂ ਹੁਣ ਵੀ ਜਿਹੜਾ ਮਰਜ਼ੀ ਕੈਂਡੀਡੇਟ ਦੇਣਾ, ਮੈਂ ਦਾਅਵੇ ਨਾਲ ਕਹਿੰਦਾ ਵੀ ਅਸੀਂ ਉਸ ਬੰਦੇ ਨੂੰ ਜਿਤਾਵਾਂਗੇ। ਅੱਜ ਲਿਖਾ ਲਓ, ਚਲੋ ਮੈਂ ਵਾਹਿਗੁਰੂ ਦੇ ਆਸਰੇ ਕਹਿੰਦਾ, ਮੈਂ ਹੰਕਾਰ ਵੀ ਨਹੀਂ ਕਰਦਾ ਇਸ ਗੱਲ ਦਾ, ਪਰ ਅਸੀਂ ਉਸ ਬੰਦੇ ਨੂੰ ਜਿਤਾਵਾਂਗੇ। ਸਾਨੂੰ ਪਤਾ ਉੱਥੇ ਇਲੈਕਸ਼ਨਾਂ ਕਿਹੜੀ ਦੀਆਂ, ਕੌਣ ਬੰਦੇ ਆ, ਕਿਹਨਾਂ ਨੂੰ ਅਸੀਂ ਮਿਲਣਾ ਜਾ ਕੇ। ਤੇ ਰੂਬੀ ਨੂੰ ਕਿਹੜਾ ਕੋਈ ਜਾਣਦਾ ਸੀ? ਹੁਣ ਤਾਂ ਸਾਡੇ ਨਾਲ ਸਾਰਾ ਮੋਰਚੇ ਨੂੰ ਜਾਣਦੇ। ਤਾਜੀ ਸਾਡੀ ਜਿੱਤ ਹੋਈ ਆ ਹੁਣ ਇਸ ਕਿਸਾਨਾਂ ਦੀ। ਠੀਕ ਹੈ ਨਾ? ਇਸ ਕਰਕੇ ਮੈਂ ਤਾਂ ਪੂਰਾ ਹੌਸਲੇ 'ਚ ਆ ਭਾਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਤੇ ਬਾਕੀ ਵਾਹਿਗੁਰੂ ਦਾ ਸਾਥ ਜ਼ਰੂਰ ਚਾਹੀਦਾ ਆ। ਠੀਕ ਹੈ ਨਾ? ਆਪਾਂ ਜਿੱਤਾਂਗੇ ਜ਼ਰੂਰ ਜੀ। ਧੰਨਵਾਦ ਤੁਹਾਡਾ ਵੀਰਾਂ ਦਾ, ਤੁਸੀਂ ਜਾਰੀ ਰੱਖੋ ਪ੍ਰੋਗਰਾਮ ਦਾ ਟਾਈਮ ਦੇਣ ਵਾਸਤੇ ਮੈਨੂੰ। ਇੱਕ ਛੁੱਟ ਤੇ ਕਾਲ ਆ ਰਹੀ ਆ, ਲਓ। ਹਾਂਜੀ 7309 ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਅਵਤਾਰ ਸਿੰਘ ਕੈਨੇਡਾ ਤੋਂ ਬੋਲਦਾ ਜੀ। ਹਾਂਜੀ ਹਾਂਜੀ ਅਵਤਾਰ ਸਿੰਘ ਜੀ, ਕਰੋ ਗੱਲ। ਸੋ ਹੁਣ ਗੱਲ ਚੱਲ ਰਹੀ ਸੀਗੀ ਆਪਣੇ SSM ਦੀ। ਹਾਂਜੀ। ਤੇ ਬਹੁਤ ਅੱਛੀ ਸੋਚ ਨਾਲ ਬੰਦੇ ਚੱਲ ਰਹੇ, ਔਰ ਜਿਹੜੇ ਤੁਹਾਡੇ ਨਾਲ ਬੰਦੇ ਬੈਠੇ ਇੱਥੇ, ਕਿਉਂਕਿ ਮੈਂ ਤਾਂ ਅਫਰੀਕਾ ਦਾ ਬੋਰਨ ਆ ਜੀ, ਤੇ ਮੈਂ ਬਹੁਤ ਸੁਲਝੀ ਹੋਈ ਗੱਲ ਕਰਦੇ ਆ ਭਾਜੀ, ਜਿਹੜੇ ਖਾਕੀ ਪੱਗ ਵਾਲੇ ਆ। ਨਾਮ ਨਹੀਂ ਮੈਨੂੰ ਪਤਾ, ਮੈਂ ਤਾਂ ਅੱਜ ਕੁਦਰਤੀ ਲਾ ਲਿਆ ਇਹ। ਤੇ ਇੱਥੇ ਵੀ ਕੈਨੇਡਾ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ, ਮੇਰੇ ਕੰਮ ਤੇ ਮੀਟਿੰਗ ਹੋਈ ਸੀਗੀ। ਤੇ ਪਹਿਲਾਂ ਮੈਂ 2017 ਤੋਂ 17 ਚ ਬਹੁਤ ਹੈਲਪ ਕੀਤੀ ਸੀਗੀ ਇੱਥੇ ਕੈਨੇਡਾ ਦੇ ਵਿੱਚ। ਆਪਣੇ ਆਮ ਆਦਮੀ ਪਾਰਟੀ ਦੀ ਫੁਲਕਾ ਜੀ ਵੀ ਆਏ ਸੀ ਮੇਰੇ ਆਫਿਸ ਚ, ਅਸੀਂ ਕੈਲੰਡਰ ਵੀ ਛਾਪੇ ਸੀ ਇਹਨਾਂ ਲਈ। ਉਦੋਂ ਪਹਿਲੀਆਂ ਇਲੈਕਸ਼ਨਾਂ ਵੇਲੇ ਦਿੱਲੀ ਚ ਬਹੁਤ ਜਣੀ ਇਹਨਾਂ ਦੀ ਹੈਲਪ ਕੀਤੀ ਸੀਗੀ। ਉਦੋਂ ਬਾਅਦ ਪਤਾ ਨੌਲੇਜ ਹੁੰਦਾ ਥੋੜਾ ਥੋੜਾ। ਹੁਣ
ਪਤਾ ਲੱਗ ਗਿਆ ਹੁਣ ਜਿਹੜੇ SSM ਵਾਲੇ ਹੈਗੇ ਆ ਇਹ ਬੰਦੇ ਠੀਕ ਹੈਗੇ ਆ। ਜੇ ਇਕੱਠੇ ਹੋ ਜਾਣ ਨਾ ਇਹ ਜਿਹੜੇ ਕਿਸਾਨ ਸਾਰੇ ਇਕੱਠੇ ਹੋ ਜਾਏ, ਕਿਉਂਕਿ ਆਪਣੀ ਕੌਮ ਜਿੱਦਣ ਇਕੱਠੀ ਹੋ ਗਈ ਨਾ ਉਦਣ ਵੀ ਕੈਨ ਅਚੀਵ ਸਮ ਗੋਲਸ ਡੈਫੀਨਿਟਲੀ। ਤੇ ਜੇ ਬਸ ਅਸੀਂ ਤਾਂ ਇਹੀ ਪ੍ਰਾਰਥਨਾ ਕਰਦੇ ਬਾਬੇ ਮੂਰੇ ਵੀ ਬਾਬਾ ਕਿਰਪਾ ਕਰੇ ਵੀ ਇਹ ਸਾਰੇ ਇੱਕ ਕਿਸਾਨ ਇਕੱਠੇ ਹੋ ਜਾਣ ਨਾ ਤੇ ਸਾਰਾ ਕੁਝ ਠੀਕ ਹੋ ਜਾਊਗਾ। ਧੰਨਵਾਦ ਤੁਹਾਡਾ ਜੀ। ਕਿਉਂਕਿ SGPC ਜਿਹੜੀ ਹੈਗੀ ਆ ਆਈ ਡੋਨਟ ਨੋ ਉਹ, ਕਿਉਂਕਿ ਮੈਂ ਤਾਂ ਇੰਡੀਆ ਅੱਛਾ ਨਹੀਂਗਾ, ਮਾਈ ਫਾਦਰ ਵਾਸ ਬੋਰਨ ਇਨ ਅਫਰੀਕਾ, ਆਈ ਵਾਸ ਬੋਰਨ ਵਿਦ ਅਫਰੀਕਾ। ਔਰ SGPC ਜਿਹੜੇ ਆਪਾਂ ਕਿੱਦਾਂ ਕੰਟਰੋਲ ਕਰਨਾ ਹੈ, ਜਿਹੜੇ SGPC ਦਾ ਪੈਸਾ ਪੰਜਾਬ 'ਚ ਲੱਗਣਾ ਸ਼ੁਰੂ ਹੋਵੇ, ਪੰਜਾਬ ਦੇ ਸਕੂਲ ਬਣਨ, ਉੱਥੋਂ ਦਾ ਇੱਕ ਵਿਦਿਆਰਥੀ ਡਾਕਟਰ ਬਣ ਕੇ ਨਿਕਲ ਸਕਦਾ ਹੈ। ਜੇ ਸਾਰਾ ਆਪਣਾ ਹੌਲੀ ਹੌਲੀ ਆਪਾਂ ਇਹ ਜਿਹੀਆਂ ਚੀਜ਼ਾਂ ਆਪਣੀਆਂ ਚੀਜ਼ਾਂ ਤੇ ਜੇ ਆਪਾਂ ਕੰਟਰੋਲ ਨਹੀਂ ਕਰ ਰਹੇ, ਆਪਾਂ ਇੱਕ ਗੁਲਾਮ ਕੌਮ ਹੈ। ਤੇ ਜੇ ਆਪਾਂ ਇਹ ਨਹੀਂ ਇਕੱਠੇ ਨਹੀਂ ਹੋਵਾਂਗੇ ਆਪਾਂ ਕੁਝ ਨਹੀਂ ਕਰ ਸਕਦੇ। ਹਾਂਜੀ ਧੰਨਵਾਦ ਜੀ, ਕਾਲਾਂ ਬਹੁਤ ਆ ਰਹੀਆਂ। ਓਕੇ ਥੈਂਕ ਯੂ ਜੀ। ਹਾਂਜੀ ਹਾਂਜੀ 7500 ਤੁਸੀਂ ਆਉਣੇ ਰਹੋ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਾਡੇ ਵੱਡੇ ਭਰਾ ਸਰਦਾਰ ਘੁੰਮਣ ਸਾਹਿਬ ਹੈ ਜੀ, ਸੁੱਖੀ ਘੁੰਮਣ ਸਾਹਿਬ, ਠੀਕ, ਜਿਨ੍ਹਾਂ ਦੀ ਆਪਣੇ ਕੋਲ ਐਡ ਵੀ ਚੱਲਦੀ ਆ। ਸੋ ਸੁੱਖੀ ਵਿਲੇਜ ਜਿਹੜਾ ਇੱਥੋਂ ਪਲਾਜ਼ਾ ਆ ਟਰੱਕ ਸਟਾਪ ਉਹ ਆ। ਹਾਂਜੀ ਭਾਜੀ ਜ਼ਰੂਰ ਦਿਓ ਆਪਣੇ ਵਿਚਾਰ ਜੀ। ਹਾਂਜੀ ਮੈਂ ਅੱਜ ਸੁਣ ਰਿਹਾ ਸੀਗਾ, ਮੈਂ ਕਿਹਾ ਚਲੋ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ, ਲੋਕਾਂ ਨੂੰ ਅਵੇਅਰ ਕਰ ਰਹੇ ਹੋ ਤੇ ਆਪਣੀ ਜ਼ਿੰਮੇਵਾਰੀ ਨੂੰ ਬੜਾ ਬਾਖੂਬੀ ਨਿਭਾ ਰਹੇ ਹੋ, ਬਹੁਤ ਵਧੀਆ। ਤੇ ਆ ਪੰਜਾਬ ਦੀ ਗੱਲ ਹੀ ਕਰਨੀ ਚਾਹੁੰਦਾ ਸੀ ਮੈਂ ਵੀ, ਜਿਵੇਂ ਭਾਜੀ ਨੇ ਪਹਿਲਾਂ ਕੋਈ ਕਰਕੇ ਗਏ, ਮੈਂ ਤਾਂ ਛੋਟਾ ਵੀ ਕੋਈ ਮਾਨ ਸਾਹਿਬ ਬਾਰੇ। ਜਦੋਂ ਮਾਨ ਸਾਹਿਬ ਸਾਡੇ ਕੋਲ ਇੱਥੇ ਆਏ ਸੀਗੇ ਤੇ ਉਦੋਂ ਮੈਂ ਤੇ ਦਲਜੀਤ ਸਿੰਘ ਖਾਲਸਾ ਸੀਗੇ, ਹੋਰ ਕਮਿਊਨਿਟੀ ਕਾਫੀ ਘੱਟ ਸੀ। ਅਸੀਂ ਕਾਫੀ ਇਹਨਾਂ ਦਾ ਫੰਡ ਵੀ ਇਕੱਠੇ ਕਰਕੇ ਦਿੱਤੇ, ਇਹਨਾਂ ਨੇ ਉਹ ਫੰਡੋਂ ਦੀ ਦੁਰਵਰਤੋਂ ਵੀ ਕੀਤੀ। ਤੇ ਮਤਲਬ ਉਹਨਾਂ ਟਾਈਮਾਂ ਜਿਹੜੇ ਚੈੱਕ $1000 ਦੇ ਚੈੱਕ ਸੀਗੇ, ਕਿਉਂ ਮੈਂ ਇਹ ਚੀਜ਼ਾਂ ਅਵੇਅਰ ਕਰਨੀਆਂ ਬਹੁਤ ਜ਼ਰੂਰੀ ਹੈ। ਜਿਹੜਾ ਮੇਰੇ ਕੋਲ ਮਟੀਰੀਅਲ ਆ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹਨੇ ਕੀ ਕੀਤਾ। ਤੇ ਦਲਜੀਤ ਸਿੰਘ ਖਾਲਸੇ ਨੇ ਵੀ $1000 ਦਿੱਤਾ ਸੀ, ਮੈਂ ਵੀ 1000 ਦਿੱਤਾ ਸੀ। ਇਹ ਕਹਿੰਦੇ ਸਾਨੂੰ ਭਾਜੀ ਤੁਸੀਂ ਕੈਸ਼ ਹੀ ਦੇ ਦਿਓ। ਤੇ ਮੇਰੇ ਗੱਲ ਹੈ ਵੀ ਜਿੰਨੀ ਕੁ ਸਾਨੂੰ ਸੂਝੀ ਸੀਗੀ ਅਸੀਂ ਵੀ ਮਿਸਟੇਕ ਕਰੀ ਜਾਂਦੇ ਸੀ, ਜੰਗ ਉਮਰ ਸੀਗੀ ਵੀ ਇਹਨਾਂ ਦੀਆਂ ਕੁਰਬਾਨੀਆਂ ਨਹੀਂ ਹੈਗੀਆਂ, ਇਹ ਸਾਰੇ ਕੌਮ ਦੇ ਗਦਾਰ ਲੋਕ ਹੀ ਨੇ, ਇਹਨਾਂ ਤੋਂ ਬਚ ਕੇ ਰਹਿਣਾ ਬਹੁਤ ਜ਼ਰੂਰੀ ਹੈ। ਪਰ ਸਾਡੇ ਜਿਹੜੀ ਹੁਣ ਅਸੀਂ ਲਾਸਟ ਪੜਾਅ ਦੇ ਵਿੱਚ ਹੈਗਾ, ਜਦੋਂ ਸਾਡੇ ਕੋਲ ਹੈਗਾ ਨੌਲੇਜ, ਸਾਡਾ ਵੀ ਆਪਦੀ ਪੀੜ੍ਹੀ ਨੂੰ ਦੱਸਣਾ ਫਰਜ਼ ਜ਼ਰੂਰ ਬਣਦਾ। ਤੇ ਇਸ ਕਰਕੇ ਵੀ ਇਹ ਜਿਹੇ ਲੋਕਾਂ ਤੋਂ ਬਿਲਕੁਲ ਬਚ ਕੇ ਰਹਿਣਾ ਚਾਹੀਦਾ। ਤੇ ਬਾਕੀ ਦੂਜੀ ਗੱਲ, ਜਿੰਨਾ ਕੁਝ ਵੀ ਆ ਪੰਜਾਬ ਦੇ ਵਿੱਚ ਜਿਹੜੀ ਆਪਣੇ ਕਿਸਾਨ ਜਿਹੜੇ ਲੱਗੇ ਨੇ ਵਿਚਾਰੇ ਆਪਦੇ, ਹਨਾ, ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਚੰਗੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ। ਜਿੰਨੇ ਵੀ ਪੰਜਾਬ ਦੇ ਵਿੱਚ ਕੋਈ ਚੰਗਾ ਕੈਂਡੀਡੇਟ ਹੈਗਾ, ਮੈਂ ਵੀ ਅਮਰਗੜ੍ਹ ਹਲਕੇ ਨੂੰ ਬਿਲੋਂਗ ਕਰਦਾ। ਹਰ ਇੱਕ ਅਖੀਰ ਜ਼ਿੰਦਗੀ ਤਾਂ ਆਪਾਂ ਕਿਸੇ ਤੇ ਯਕੀਨ ਤਾਂ ਕਰਨਾ ਹੀ ਹੁੰਦਾ ਹੈ। ਹਰ ਇੱਕ ਬੰਦੇ ਦੇ ਜਦੋਂ ਵੀ ਕਿਸੇ ਚੀਜ਼ ਦੇ ਨੇੜੇ ਜਾਂਦੇ ਆ, ਮੈਂ ਸਰਜੀਤ ਸਿੰਘ ਧਮਾਣ ਦੀ ਬਹੁਤ ਮਦਦ ਕੀਤੀ ਸੀ, ਉਦੋਂ ਜਾ ਕੇ ਟਾਈਮ ਵੀ ਲਾਇਆ ਹਰ ਤਰ੍ਹਾਂ ਦਾ। ਤੇ ਗੱਲ ਹੈ ਕਿ ਵੀ ਇਹ ਲੋਕਾਂ ਦੇ ਪਰਸਨਲ ਇੰਟਰਸਟ ਹੈਗੇ ਨੇ। ਜਦੋਂ ਮੈਂ ਇਹਨਾਂ ਨੂੰ ਦੇਖਿਆ, ਹਰ ਇੱਕ ਜਿਵੇਂ ਜਿਹੜੀ ਵੀ ਚੀਜ਼ ਜਦੋਂ ਤੁਸੀਂ ਇਹਨਾਂ ਨੇੜੇ ਲੱਗਦੇ ਹੋ, ਇਹ ਕਹਿੰਦੇ ਨੇ ਇਮਾਨਦਾਰ ਨੇ, ਪਰ ਇਹਨਾਂ ਨੇ ਕੀਤਾ ਕੀ ਹੋਇਆ, ਜਿਹੜੇ ਆਪਣੇ ਕਹਿੰਦੇ ਆਪਣੇ ਤਰਖਾਣ ਭਾਈਚਾਰੇ ਨੂੰ, ਜਿੰਨੇ ਇਹ ਉੱਪਰਲੇ ਲੈਵਲ ਤੇ ਜਿਨ੍ਹਾਂ ਦੀਆਂ ਫੈਕਟਰੀ ਲਾਈਆਂ ਨੇ, ਚਾਹੇ ਥ੍ਰੈਸ਼ਰ ਬਣਾਉਂਦੇ ਆ, ਕੁਝ ਵੀ ਬਣਾਉਂਦੇ ਆ, ਜਿੰਨਾ ਇਹਨਾਂ ਨੇ ਸਮਾਨ ਵੇਚਣਾ ਹੁੰਦਾ ਹੈ, ਜਿਵੇਂ ਸਾਡੇ ਅਮਰਗੜ੍ਹ ਦਸ਼ਮੇਸ਼ ਇਲੈਕਟ੍ਰਿਕ ਵਾਲੇ ਆ, ਸਾਰਾ ਸਮਾਨ ਵੇਚਦੇ ਆ। ਇਹ ਪੈਸੇ ਹੋਰ ਤਰ੍ਹਾਂ ਦੀ ਰਿਸ਼ਵਤ ਲੈਂਦੇ ਆ ਗਵਰਨਮੈਂਟ ਤੋਂ, ਜੱਟਾਂ ਦੀਆਂ ਜਿੰਨੀਆਂ ਸਬਸਿਡੀਆਂ ਇਹ ਖਾਂਦੇ ਨੇ ਇਕੱਠੇ ਹੋ ਕੇ। ਤੇ ਸਾਰਾ ਕੁਝ ਹੀ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ। ਤੇ ਮੈਂ ਤਾਂ ਇਹ ਕਹਿੰਦਾ ਵੀ ਜਿੰਨਾ ਲੋਕਾਂ ਨੂੰ ਵੱਧ ਤੋਂ ਵੱਧ ਆਪਾਂ ਨਵੀਂ ਜਨਰੇਸ਼ਨ ਨੂੰ, ਜਦੋਂ ਮੈਂ ਹੁਣ 65 ਸਾਲ ਦਾ ਹੋ ਗਿਆ, ਜਦੋਂ ਭਾਜੀ ਮੈਂ ਪਿੰਡੋਂ ਆਇਆ ਹੁੰਦਾ ਨਾ, ਮੈਂ ਉਹਦੇ ਘਰ, ਮੇਰੇ ਘਰੇ ਕੋਈ ਨਹੀਂ ਹੈਗਾ ਜਾਨਵਰਾਂ ਤੋਂ ਬਿਨਾਂ, ਤੇ ਮਤਲਬ ਮੇਰਾ ਇੱਕ ਰੋਟੀ ਪਕਾਉਣ ਤੋਂ ਬਿਨਾਂ, ਮੈਂ ਅਜੇ ਵੀ ਰੋ ਕੇ ਆਉਂਦਾ ਕੰਧਾਂ ਨਾਲ, ਹੈ ਨਾ। ਤੇ ਜਿਹੜੀ ਸਾਡੀਆਂ ਪੀੜ੍ਹੀਆਂ ਬਾਹਰ ਬੈਠੀਆਂ ਨੇ ਨਾ, ਤੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ। ਕਦੇ ਮੂਸੇ ਵਾਲੇ ਦੇ ਟਰੱਕਾਂ ਤੇ ਫੋਟੋਆਂ ਵਾਰੀਆਂ, ਆਪਾਂ ਨੂੰ ਗੁਰੂ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਜੀ ਦੀ ਫੋਟੋ ਤੋਂ ਉੱਪਰ ਜਾਂ ਸੰਤਾਂ ਦੀਆਂ ਫੋਟੋਆਂ ਨੂੰ, ਇਹ ਚੀਜ਼ਾਂ ਨੂੰ ਮੂਹਰੇ ਰੱਖਣਾ ਚਾਹੀਦਾ। ਦੇਖੋ ਹੁਣ ਜਦੋਂ ਵੀ ਜਿਹਦੇ ਵੀ ਜਿੰਨੇ ਵੀ ਇਹ ਆਪਦੇ ਆਪ ਨੂੰ ਭਗਵੰਤ ਮਾਨਣੀ ਨੇ, ਜਿੰਨੇ ਨੇ, ਇਹ ਆਪਦੀ ਪੰਜਾਬੀ ਮਾਂ ਬੋਲੀ ਤੇ ਰੋਟੀ ਖਾਂਦੇ ਨੇ। ਇਹ ਮਾਂ ਬੋਲੀ ਨੇ ਸਭ ਤੋਂ ਪਹਿਲਾ ਸਟੈਪ ਨੰਬਰ 1 ਤੇ ਧੋਖਾ ਕਰਦੇ ਨੇ। ਇਹਨਾਂ ਨੇ ਬਾਕੀ ਸਾਰੀ ਗੱਲ ਪੰਜਾਬੀ 'ਚ ਕਰਦੇ ਨੇ। ਜਦੋਂ ਇਹਨਾਂ ਨੂੰ ਪੁੱਛੋ, ਇਹ ਕਹਿਣਗੇ ਕਮੇਡੀਅਨ। ਇਹ ਉੱਥੇ ਕਿਉਂ ਨਹੀਂ ਲਿਖਦੇ ਕਮੇਡੀਅਨ? ਤਾਂ ਅਸਲ ਜਿੰਨੀ ਕਿ ਮੈਨੂੰ ਸੂਝੀਦਾਨ ਹੈਗੀ ਹੈ ਵੀ ਇਹ ਮਰਾਸੀ ਹੁੰਦੇ ਸੀ, ਮਰਾਸੀਆਂ ਨੂੰ ਅੰਗਰੇਜ਼ੀ ਕਮੇਡੀਅਨ ਕਹਿ ਦਿੰਦੇ ਆ ਨਾ। ਤੇ ਇਹ ਆਪਦੇ ਮਰਾਸੀ ਭਾਈਚਾਰੇ ਨਾਲ ਹੀ ਬਹੁਤ ਧੱਕਾ ਕਰ ਰਹੇ ਆ ਨਾ। ਤੇ ਉੱਥੇ ਕਿਉਂ ਨਹੀਂ ਕਹਿੰਦੇ ਵੀ ਭਗਵੰਤ ਸਿੰਘ ਕਮੇਡੀਅਨ ਮਰਾਸੀ ਆ ਗਿਆ, ਹੈ ਨਾ। ਤੇ ਉੱਥੇ ਆ ਕੇ ਆਹ ਚੀਜ਼ਾਂ ਦੇਖੋ, ਪੁਰਾਣੇ ਜ਼ਮਾਨਿਆਂ ਦੇ ਵਿੱਚ ਵੀ ਰਾਜੇ ਜਿਹੜੇ ਸੀਗੇ ਉਹ ਮਰਾਸੀਆਂ ਦਾ ਇੱਕ ਅਹਿਮ ਰੋਲ ਸੀਗਾ। ਹੁਣ ਇਹਨਾਂ ਨੇ ਕੀਤਾ ਕੀ ਹੋਇਆ, ਪਾਰਲੀਮੈਂਟ ਜਾ ਕੇ ਇੱਕ ਮਰਾਸੀ ਬੋਲਣ ਵਾਸਤੇ ਰੱਖਿਆ ਹੋਇਆ। ਇਹਨਾਂ ਨੂੰ ਪਹਿਲਾਂ ਚੁਟਕਲੇ ਸੁਣਨ ਵਾਸਤੇ ਜਦੋਂ ਕੋਈ ਰਾਜੇ ਮਤਲਬ ਵਾਧੂ ਟਾਈਮ ਹੁੰਦਾ ਸੀ, ਟਾਈਮ ਆਪਦਾ ਕਿੱਲ ਕਰਨ ਵਾਸਤੇ ਇਹਨਾਂ ਦੀ ਲੋੜ ਹੁੰਦੀ ਸੀ। ਹੁਣ ਅਸੀਂ ਇਹਨਾਂ ਨੂੰ ਪਾਰਲੀਮੈਂਟ 'ਚ ਲਈ ਜਾਂਦੇ ਹਾਂ। ਆਪਾਂ ਕੀ ਸੋਚਦੇ ਆ, ਜਿਹੜਾ ਇੱਕ ਕੋਈ ਵੀ ਬੰਦਾ ਹੈ ਨਾ,
ਜੇ ਕੋਈ ਬਿਜ਼ਨਸ ਚਲਾਉਂਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦਾ ਉਹਨਾਂ ਤੋਂ ਓਡੀ ਵੱਡੀ ਆਸ ਕਿਉਂ ਰੱਖਦੇ ਆ ਆਪਾਂ ਵੀ ਜਿਵੇਂ ਮੂਸੇਵਾਲਾ ਹੈ। ਮੈਂ ਠੀਕ ਆ ਹੁਣ ਤੱਕ ਕਾਂਗਰਸ ਦੇ ਉਹਨਾਂ ਬੰਦਿਆਂ ਦੀ ਮਦਦ ਕਰਦਾ ਸੀਗਾ ਜਿਹੜੇ ਬੰਦੇ ਮਤਲਬ ਵੀ ਆਪਣੇ ਪੰਜਾਬ ਨੂੰ ਭਲਾ ਸੋਚਦੇ ਸੀ, ਜਿਵੇਂ ਨਵਜੋਤ ਸਿੱਧੂ ਆ। ਤੇ ਇਸ ਟਾਈਮ ਨਵਜੋਤ ਸਿੱਧੂ ਦੀ ਬਿਲਕੁਲ ਨਹੀਂ ਚੱਲੀ। ਆ ਧਰਮ ਸੋਤ ਆ ਜਿਹਨੇ ਯਾਰ ਸਾਡੇ ਸਕੂਲਾਂ ਦੇ ਫੰਡ ਹੀ ਖਾ ਲਏ, ਜਿੱਥੋਂ ਸਾਡੀ ਬੱਚਿਆਂ ਦੀ ਸਟਾਰਟਿੰਗ ਹੀ ਹੋਣੀ ਆ। ਸਾਰਾ ਕੁਝ ਸਾਡਾ ਸਟਾਰਟਿੰਗ ਉਹਨੂੰ ਆਪ ਤਾਂ ਜਿਹੜੇ ਬੰਦਾ ਪਹਾੜ ਤੇ ਚੜਿਆ ਨੇ ਉਹਨੂੰ ਕੀ ਪਤਾ, ਉਹ ਮੇਰੇ ਨੂੰ ਹੈ ਤਾਂ 5ਵੀਂ 6ਵੀਂ ਫੇਲ ਹੀ ਹੈ, ਉਹਨੂੰ ਕੀ ਪਤਾ ਵੀ ਸਕੂਲਾਂ ਦੇ ਫੰਡ ਖਾ ਕੇ ਉਹਨੂੰ ਤਾਂ ਕਹਿਣਾ ਵੀ ਜੇ ਸਾਰੇ ਨਹੀਂ ਪੜ੍ਹਨਗੇ ਤਾਂ ਮੇਰੇ ਨਾਲ ਮਾੜੇ ਰਹਿਣਗੇ। ਚੰਗੀ ਗੱਲ ਹੈ ਵੀ ਇਸ ਕਰਕੇ ਵੀ ਇਹ ਜਿਹੜੇ ਲੋਕਾਂ ਨੇ ਇਹਨਾਂ ਨੇ ਬਹੁਤ ਲੁੱਟਿਆ, ਪਰ ਥੋੜੀ ਬਹੁਤੀ ਆਸ ਜ਼ਰੂਰ ਹੈਗੀ ਆ। ਜਿਹੜੇ ਹੁਣ ਕਿਸਾਨ ਉੱਥੋਂ ਆਏ ਨੇ ਵਿਚਾਰੇ ਮੁੜ ਕੇ ਤੇ ਆਪਣੀਆਂ 700-800 ਸ਼ਹਾਦਤਾਂ ਦੇ ਕੇ ਮੈਨੂੰ ਲੱਗਦਾ ਵੀ ਆਪਾਂ ਸਾਰਿਆਂ ਨੂੰ ਬਾਹਰ ਲੈਣ, ਜਿਵੇਂ ਪਹਿਲਾਂ ਕੋਈ ਭਾਈ ਸਾਹਿਬ ਕਹਿ ਕੇ ਗਏ ਆ, ਉੱਥੇ ਭੱਜਣ ਦੀ ਲੋੜ ਨਹੀਂ। ਆਪਾਂ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਤੁਸੀਂ ਵਿਆਹਾਂ 'ਚ ਮਦਦ ਕਰਦੇ ਹੋ ਜਾਂ ਬੱਚੇ ਪੜ੍ਹਾਉਂਦੇ ਹੋ ਲੋਕਾਂ ਦੇ, ਉਹਨਾਂ ਲੋਕਾਂ ਨੂੰ ਕਹੋ ਵੀ ਜੇ ਪੰਜਾਬ ਦਾ ਕੋਈ ਭਲਾ ਕਰਨਾ ਤਾਂ ਘੱਟੋ ਘੱਟ ਉਹ ਬੰਦੇ ਕਰਨ। ਜਿਵੇਂ ਮੁੰਡਾ ਲੱਖਾ ਸਲਾਉਣਾ ਹੈ ਕਾਫੀ ਵਧੀਆ ਹੋਇਆ, ਨਾਲ ਕੁੜੀ ਲੰਬੀ ਤੋਂ ਅੱਜ ਬੋਲ ਰਹੀ ਸੀ। ਆਪਾਂ ਸਾਰਿਆਂ ਨੂੰ ਉਹਨਾਂ ਲੋਕਾਂ ਨੂੰ ਆਪਣੇ ਸਾਰੀਆਂ ਤੋਂ ਕਈ ਵਾਰੀ ਆਪਣੀ ਸੋਚ ਹੀ ਨਹੀਂ ਹੁੰਦੀ ਜੱਦੀ ਵੀ ਛੋਟੇ ਵੀਰ ਉੱਥੇ ਤੱਕ ਜਿੱਥੇ ਤੱਕ ਆਪਾਂ ਨੂੰ ਚਾਹੀਦਾ ਸੋਚਣਾ ਹੈ ਨਾ। ਪਰ ਮੈਂ ਤਾਂ ਫਿਰ ਵੀ ਕਹਿੰਦਾ ਬਹੁਤ ਚੰਗੀ ਗੱਲ ਆ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਹੋ, ਪਲੀਜ਼ ਕਰਦੇ ਰਹੋ। ਜਿੱਥੇ ਵੀ ਤੁਹਾਨੂੰ ਸਾਡੀ ਲੋੜ ਆ ਉੱਥੇ ਹਮੇਸ਼ਾ ਤੁਹਾਡੇ ਨਾਲ ਆ ਬ੍ਰਦਰ। ਥੈਂਕ ਯੂ ਭਾਜੀ। ਇੱਕ ਗੱਲ ਮੈਂ ਭੁਪਿੰਦਰ ਸਿੰਘ ਵੀ ਕਹਾਂ, ਸੁਖੀ ਘੁੰਮਣ ਭਾਜੀ ਮੈਂ ਇਹਨਾਂ ਨਾਲ ਬੈਠਣ ਦਾ ਵੀ ਰਾਸਤਾ ਮਿਲਦਾ। ਇਹ ਬਹੁਤ ਜ਼ਿਆਦਾ ਜਿਹੜਾ ਆਪਾਂ ਖਾੜਕੂਆਂ ਦੇ ਸਾਹਮ ਕਹਿੰਦੇ ਆ ਵੀ ਪੰਥਕ ਕੰਮ ਕਾਰਜ ਕਰਦੇ ਰਹੇ ਆ, ਬਹੁਤ ਜ਼ਿਆਦਾ ਇਹਨਾਂ ਦੇ ਅੰਦਰ ਸਿੱਖੀ ਦੇ ਦਰਦ ਵੀ ਬਹੁਤ ਆ ਜਦੋਂ ਬੈਠੀ ਦਾ ਪਰਸਨਲੀ ਗੱਲਬਾਤ ਕਰੀ ਦੀ ਇਹਨਾਂ ਨਾਲ। ਸੋ ਇਹ ਗੱਲਾਂ ਆ ਵੀ ਜਦੋਂ ਇਹਨਾਂ ਨੇ ਕਾਂਗਰਸ ਦੀ ਜਿੱਦਾਂ ਆਪਾਂ ਵੀ ਕਦੀ ਕਾਂਗਰਸ ਹੋ ਗਈ ਕਦੀ ਆਮ ਹੋ ਗਈ, ਆਪਾਂ ਵੀ ਕਿਸੇ ਨਾ ਕਿਸੇ ਦੀ ਅਕਾਲੀ ਕਿਸੇ ਨਾ ਕਿਸੇ ਦੀ ਸਪੋਰਟ ਕਰਦੇ ਰਹੇ। ਇਵਨ ਇਹ ਦੇਖੋ ਕਹਿ ਰਹੇ ਵੀ ਅਸੀਂ ਕਾਂਗਰਸ ਦੀ ਸਪੋਰਟ ਕਰਦੇ ਸੀ ਚੰਗੇ ਬੰਦਿਆਂ ਦੀ, ਪਰ ਇਹਨਾਂ ਕੋਲ ਖਜ਼ਾਨਾ ਬਹੁਤ ਆ ਜੀ। ਇਹਨਾਂ ਕੋਲ ਖਾੜਕੂਆਂ ਦੇ ਟਾਈਮ ਦਾ ਵੀ ਖਜ਼ਾਨਾ ਬਹੁਤ ਆ, ਜਿਹੜੀਆਂ ਗੱਲਾਂ ਬਾਤਾਂ ਉਦੋਂ ਹੋਈਆਂ, ਕਿਹਦੇ ਕੀ ਹੋਇਆ ਕੀ ਨਹੀਂ, ਕਿੰਨੇ ਕਿੱਥੇ ਗਦਾਰੀ ਕੀਤੀ, ਕਾਫੀ ਜ਼ਿਆਦਾ ਇਹਨਾਂ ਕੋਲ ਇਨਫੋਰਮੇਸ਼ਨ। ਜਦੋਂ ਬੈਠੀ ਦਾ ਇਹਨਾਂ ਕੋਲ ਕਾਫੀ ਕੁਝ ਸਿੱਖਣ ਨੂੰ ਮਿਲਦਾ ਆ ਤੇ ਆਪਣੇ ਚੈਨਲ ਦੀ ਵੀ ਸਪੋਰਟ ਕਰਦੇ ਆ। ਧੰਨਵਾਦ। ਚੰਗੀ ਕੌਜ਼ ਲੈ ਕੇ ਹਮੇਸ਼ਾ ਤੁਹਾਡੇ ਨਾਲ ਖੜੇ ਆ। ਹਾਂਜੀ ਭਾਜੀ। ਬਿਲਕੁਲ ਜੀ। ਐਂਡ 'ਚ ਇੱਕ ਗੱਲ ਕਰਕੇ ਫਿਰ ਆਪਾਂ ਸ਼ਬਦ ਵਿਚਾਰ ਕਰ ਲਈਏ। ਪ੍ਰੀਤ ਮਹਿੰਦਰ ਹੁਣੀ ਰਿਮਾਈਂਡ ਕਰਾ ਰਹੇ ਉਧਰ, ਕਹਿੰਦੇ ਉਹ ਨਾ ਭੁੱਲ ਜਾਇਓ। ਨਹੀਂ ਭੁੱਲਦੇ ਅਸੀਂ। ਦੇਖੋ ਵੀਰੋ, ਪੰਜਾਬੀ ਜਿਹੜੇ ਆ ਨਾ ਮੌਕਾ ਇੱਕ ਹਰੇਕ ਨੂੰ ਦੇ ਦਿੰਦੇ ਆ। ਉਹ ਜੇ ਆਪਾਂ ਪਿੱਛੇ ਚੱਲ ਜਾਈਏ, ਮਾਨ ਦਲ ਨੂੰ ਮੌਕਾ ਦਿੱਤਾ ਔਰ ਪੂਰਾ ਖੁੱਲ੍ਹ ਕੇ ਦਿੱਤਾ, ਖੁੱਲ੍ਹੇ ਦਿਲ ਨਾਲ ਦਿੱਤਾ ਮੌਕਾ, 13 ਦੀਆਂ 13 ਸੀਟਾਂ ਜਿਤਾ ਕੇ ਦਿੱਤਾ। ਪਰ ਇੱਕ ਗੱਲ ਆ, ਦੁਬਾਰਾ ਜੇ ਉਹ ਬੰਦਾ ਤੁਹਾਡੇ ਮੌਕਾ ਦੇਣ ਤੋਂ ਬਾਅਦ ਤੁਹਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤੇ ਪੰਜਾਬੀ ਕਦੇ ਮਾਫ ਵੀ ਨਹੀਂ ਕਰਦੇ। ਹਾਂਜੀ ਇੱਕ ਕਾਲ ਆ ਰਹੀ ਹੈ। ਸੋ ਪੰਜਾਬੀ ਕਦੇ ਮਾਫ ਵੀ ਨਹੀਂ ਕਰਦੇ। ਸੋ ਜੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਉਦੋਂ ਦਿੱਤਾ ਸੀਗਾ ਤੇ ਉਹਨਾਂ ਦੀਆਂ ਹੁਣ ਜਿਹੜੀਆਂ ਗਲਤੀਆਂ ਸਾਹਮਣੇ ਆ ਰਹੀਆਂ, ਇਹ ਹੁਣ ਐਸਕੀ ਇਲੈਕਸ਼ਨ 'ਚ ਪਤਾ ਲੱਗ ਜੂਗਾ। ਹਾਂ, ਇਹ ਉਹਨਾਂ ਨੂੰ ਕਦੀ ਰਾਜ 'ਚ ਆਉਣ ਦਾ ਮੌਕਾ ਨਹੀਂ ਮਿਲਿਆ ਇੱਥੇ ਪੰਜਾਬ ਦੇ ਵਿੱਚ, ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਤਾਂ ਤੁਹਾਡੇ ਸਾਹਮਣੇ ਆ ਨਾ, ਸਪਸ਼ਟ ਆ, ਕਾਰਗੁਜ਼ਾਰੀ ਤਾਂ ਸਾਹਮਣੇ ਆ, ਕਾਰਗੁਜ਼ਾਰੀ ਸਾਹਮਣੇ ਆ। ਸੋ ਜੇ ਲੋਕੀ ਦਿੱਲੀ ਨਾਲ ਕੰਪੇਅਰ ਕਰ ਰਹੇ, ਦਿੱਲੀ ਨਾਲ ਕੰਪੇਅਰ ਨਹੀਂ ਹੋ ਸਕਦਾ। ਉਹ ਦਿੱਲੀ ਜਿਹੜੀ ਆ ਉਹ ਇੱਕ ਸਿਟੀ ਆ, ਤੁਸੀਂ ਸੂਬੇ ਨੂੰ ਉਹਨਾਂ ਨਹੀਂ ਕਰ ਸਕਦੇ। ਫੰਡ ਲੱਗ ਗਿਆ, ਉਹਦਾ ਸਾਰਾ ਕੁਝ ਲੱਗ ਗਿਆ, ਪਾਣੀਆਂ ਦਾ ਮਸਲਾ ਲੱਗ ਗਿਆ, ਬਾਕੀ ਮਸਲੇ ਲੱਗ ਗਿਆ। ਹਾਂਜੀ, ਤੁਸੀਂ ਸ਼ਾਇਦ ਇੰਗਲੈਂਡ ਤੋਂ 817924 ਤੁਸੀਂ ਆਉਣੇ ਰਹੋ। ਹੈਲੋ ਵੀਰੇ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਅੱਜ ਵੀ, ਤੇ ਅੱਜ ਵੀ ਐਜ਼ ਯੂਜ਼ੁਅਲ ਆਊਟਸਟੈਂਡਿੰਗ ਸੀਗਾ, ਬਹੁਤ ਵਧੀਆ ਸੀਗਾ। ਤੇ ਇੱਕਦਮ ਸੋ ਫਾਰ ਗॉट ਵੈਰੀ ਗੁੱਡ ਨੌਲੇਜ ਤੇ ਬਹੁਤ ਸੋਹਣੇ, ਬਹੁਤ ਵਧੀਆ ਸਾਰੇ ਵਿਦਵਾਨ ਆਏ ਸੀਗੇ। ਭਾਜੀ ਮੇਰਾ ਤਾਂ ਇੱਕੋ ਸੁਜੈਸਸ਼ਨ ਆ, ਜਿਸ ਤਰ੍ਹਾਂ ਮੈਂ ਜਦੋਂ ਮੋਰਚਾ ਸਟਾਰਟ ਹੋਇਆ ਸੀ ਨਾ, ਜੋ ਮੈਂ ਕੀਤਾ ਸੀ, ਮੈਨੂੰ ਲੱਗਦਾ ਹੁਣ ਵੀ ਇਹਨਾਂ ਨੂੰ ਇਹੀ ਕਰਨਾ ਚਾਹੀਦਾ ਆ। SSM ਨੂੰ ਸਪੈਸ਼ਲੀ ਤੁਹਾਨੂੰ ਇਹੀ ਸਾਰਿਆਂ ਨੂੰ ਸਲਾਹ ਦੇਣੀ ਚਾਹੀਦੀ ਆ ਕਿ ਜਿਹੜੇ ਲੋਕੀ ਟਵਿੱਟਰ ਤੇ ਨਹੀਂ ਨਾ ਹੈਗੇ ਉਹਨਾਂ ਨੂੰ ਟਵਿੱਟਰ ਅਕਾਊਂਟ ਖੁਲਾਉਣਾ ਚਾਹੀਦਾ ਆ, ਕਿਉਂਕਿ ਹੁਣ ਇੱਕ ਨਾ ਮੈਚ ਚੱਲ ਪਈ ਆ ਫੇਰ ਦੁਬਾਰਾ ਕਿ ਕਦੀ ਰਾਜੇਵਾਲ ਦੇ ਪਿੱਛੇ ਹੋ ਜਾਓ, ਕਦੀ ਡਾਕਟਰ ਸਵੈਮਾਨ ਦੇ ਪਿੱਛੇ ਲੱਗ ਜਾਓ, ਤੇ ਕਦੀ ਕਿਸੇ ਦੇ ਮਗਰ ਲੱਗ ਜਾਓ, ਕਦੀ ਕਿਸੇ ਦੇ ਮਗਰ ਲੱਗ ਜਾਓ। ਇਹਨਾਂ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ। ਤੇ ਹੁਣ ਇੱਕ ਜਣਾ ਤੇ ਲੜ ਨਹੀਂ ਸਕਦਾ ਹੈਗਾ। ਹੁਣ ਜਿੱਦਾਂ ਮੈਂ ਵੀ ਇਕੱਲੀ ਲੜ ਨਹੀਂ ਸਕਦੀ ਹੈਗੀ ਹਨਾ, ਜਿਹੜਾ IT ਸੈੱਲ ਆ ਹੁੰਦਾ ਉਹ ਤੇ ਤੁਹਾਨੂੰ ਪਤਾ ਹੀ ਆ, ਉਹਨਾਂ ਦੀ ਤੇ ਇੰਗਲਿਸ਼ ਵੀ ਬਹੁਤ ਸੋਹਣੀ ਆ, ਪੰਜਾਬੀ ਵੀ ਬਹੁਤ ਸੋਹਣੀ, ਹਿੰਦੀ ਵੀ ਬਹੁਤ ਸੋਹਣੀ ਆ। ਹੁਣ ਸਮਟਾਈਮ ਆਈ ਡੋਨਟ ਅੰਡਰਸਟੈਂਡ ਹਿੰਦੀ ਹਨਾ, ਸਮਟਾਈਮ ਆਈ ਡੋਨਟ ਅੰਡਰਸਟੈਂਡ ਪੰਜਾਬੀ, ਸੋ ਸਮਟਾਈਮ ਆਈ ਕਾਂਟ fight, but I think you, if we go all together na, then we can again make it successful, this SSM। ਬਿਲਕੁਲ ਭੈਣ ਜੀ, ਮੈਂ 100% ਤੁਹਾਡੇ ਨਾਲ ਐਗਰੀ ਆ। ਟਵਿੱਟਰ ਨਾਲ ਵੀ ਵੈਸੇ ਨਾ ਜ਼ਿਆਦਾ ਜ਼ਰੂਰਤ ਇਸ ਟਾਈਮ ਹੈਗੀ ਟਿਕਟੌਕ, ਇੰਸਟਾਗ੍ਰਾਮ ਤੇ ਫੇਸਬੁੱਕ ਦੀ, ਕਿਉਂਕਿ ਉਦੋਂ ਸੀ ਆਪਾਂ ਵਰਲਡ 'ਚ ਮੈਸੇਜ ਦੇਣਾ ਸੀ। ਜਿਹੜੇ ਬਾਹਰਲੇ ਲੋਕ ਆ ਟਵਿੱਟਰ ਤੇ ਜ਼ਿਆਦਾ ਆ, ਪਰ ਜਿਹੜੇ ਆਪਣੇ ਪੰਜਾਬੀ ਆ ਨਾ ਉਹ ਟਵਿੱਟਰ ਤੇ ਨਹੀਂ ਹੈਗੇ ਇੰਨੇ।
ਐਤਕੀ ਮੈਸੇਜ ਲੋਕਲ ਪਿੰਡਾਂ 'ਚ ਦੇਣ ਦੀ ਜ਼ਰੂਰਤ ਜ਼ਿਆਦਾ ਆ। ਸੋ ਟਵਿੱਟਰ ਤੇ ਵੀ ਜਾਓ, ਕਿਉਂਕਿ NRI ਵਗੈਰਾ ਨੇ ਉੱਥੇ ਫਿਰ ਮੈਸੇਜ ਪਹੁੰਚਾਉਣਾ ਹੁੰਦਾ, ਪਰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਟਿਕਟੌਕ, ਫੇਸਬੁੱਕ ਤੇ ਇੰਸਟਾਗ੍ਰਾਮ ਵਗੈਰਾ ਦੇ ਉੱਤੇ ਆਉਣ ਦੀ, ਕਿਉਂਕਿ ਆਮ ਜਿਹੜਾ ਪਿੰਡ ਦਾ ਬੰਦਾ ਉਹਨਾਂ ਕੋਲ ਇਹੀ ਪਲੇਟਫਾਰਮ ਆ। ਟਵਿੱਟਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਆ ਆਪਣੇ ਪੰਜਾਬ ਦੇ ਵਿੱਚ। ਪਰ ਧੰਨਵਾਦ ਤੁਹਾਡਾ, ਅਸੀਂ ਆਪਾਂ ਸ਼ਬਦ ਦੀ ਵਿਚਾਰ ਕਰ ਲਈਏ। ਥੈਂਕ ਯੂ ਭੈਣ ਜੀ। ਭੈਣ ਜੀ ਸ਼ੁਭ ਨਾਮ ਤੁਹਾਡਾ ਜ਼ਰੂਰ ਦੱਸਿਓ ਜੀ। ਹਾਂਜੀ, ਮੇਰਾ ਫੁੱਲ ਨਾਮ ਕਮਲਪ੍ਰੀਤ ਆ। ਥੈਂਕ ਯੂ ਠੀਕ ਹੈ ਭੈਣ ਜੀ, ਠੀਕ ਹੈ, ਧੰਨਵਾਦ ਜੀ। ਇਹ ਫੇਸਬੁੱਕ ਤੇ ਕਾਫੀ ਐਕਟਿਵ ਨੇ ਕਮਲਪ੍ਰੀਤ ਹੋਣੀ ਤੇ ਹਾਂਜੀ, ਆਪਣੇ ਆਉਂਦੀ ਹੁੰਦੀ ID ਕਮਲਪ੍ਰੀਤ, ਮੈਂ ਭੈਣ ਜੀ ਉਹਨਾਂ ਦੀ ਦੇਖੀ ਆ। ਹਾਂਜੀ ਹਾਂਜੀ। ਆਪਾਂ ਸ਼ਬਦ ਦੀ ਵਿਚਾਰ ਕਰ ਲਈਏ। ਆਪਾਂ 2 ਪੌੜੀਆਂ ਵਿਚਾਰ ਲਈਆਂ ਸੀਗੀਆਂ ਆਸਕੀ ਵਾਰ ਦੀਆਂ, ਤੇ ਅੱਜ ਤੀਸਰੀ ਪੌੜੀ ਜਿਹੜੀ ਆ ਉਹ ਵਿਚਾਰਾਂਗੇ। 462 ਪੰਨੇ ਦੇ ਉੱਤੇ ਇਹ ਸ਼ਬਦ ਸ਼ੁਰੂ ਹੁੰਦਾ ਆ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪਹਿਲਾ ਸ਼ਲੋਕ ਆ, ਵਿਸਮਾਦ ਨਾਦ ਵਿਸਮਾਦ ਵੇਦ, ਪੂਰੇ ਦਾ ਪੂਰਾ ਜਿਹੜਾ ਇਹ ਸ਼ਬਦ ਆ ਇਹ ਵਿਸਮਾਦ ਚੋਂ, ਗੁਰੂ ਨਾਨਕ ਪਾਤਸ਼ਾਹ ਦੇ ਵਿਸਮਾਦ ਚੋਂ ਨਿਕਲਿਆ ਹੋਇਆ ਆ। ਸ਼ਬਦ ਦੀ ਵਿਚਾਰ ਬਹੁਤ ਈਜ਼ੀ ਆ। ਵਿਸਮਾਦ ਹੁੰਦਾ ਆ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹੋ, ਅਚਰਜ ਹੋ ਜਾਂਦੇ ਹੋ, ਵਾਓ ਵੰਡਰਫੁਲ। ਸੋਚੋ ਕੋਈ ਬੰਦਾ ਪਿਛਲੇ 20-30 ਸਾਲ ਤੋਂ ਜੇਲ੍ਹ ਵਿੱਚ ਰਿਹਾ ਹੋਵੇ, ਉਹਨੇ ਕੋਈ ਫੋਨ ਨਾ ਦੇਖਿਆ ਹੋਵੇ ਵੀ ਸੈੱਲਫੋਨ ਨਾਮ ਦੀ ਕੋਈ ਚੀਜ਼ ਹੁੰਦੀ ਆ, ਉਹਨੂੰ ਪਤਾ ਹੀ ਨਹੀਂ ਵੀ ਸੈੱਲਫੋਨ ਵੀ ਕੁਛ ਹੁੰਦਾ। ਤੁਸੀਂ ਉਹਦੇ ਅੱਗੇ ਜਾ ਕੇ ਆਈਫੋਨ ਰੱਖ ਦਿਓ, ਉਹਨੂੰ ਕਹੋ ਭਾਈ ਆਹ ਦੇਖ, ਇੱਥੇ ਖਬਰ ਵੀ ਆ ਜਾਂਦੀ ਆ, ਇੱਥੇ ਆ ਵੀ ਹੋ ਜਾਂਦੀ, ਇੱਥੇ ਆ ਹੋ ਜਾਂਦਾ, ਤੇ ਜਿਹੜਾ ਉਹਨੇ ਐਂ ਕਰਕੇ ਅੱਖਾਂ ਖੁੱਲ੍ਹਣੀਆਂ ਨਾ, ਉਹਨੂੰ ਵਿਸਮਾਦ ਕਹਿੰਦੇ ਆ। ਸੋ ਬੜੀ ਸਿੰਪਲ ਡੈਫੀਨੇਸ਼ਨ ਹੈ ਵਿਸਮਾਦ ਦੀ। ਅੱਜ ਸਾਡੀ ਜ਼ਿੰਦਗੀ 'ਚੋਂ ਵਿਸਮਾਦ ਮੁੱਕ ਚੁੱਕਾ ਆ। ਕੁਛ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਆ, ਅਸੀਂ ਛੋਟੀਆਂ ਗੱਲਾਂ 'ਚੋਂ ਵਿਸਮਾਦ ਨਹੀਂ ਲੈ ਪਾ ਰਹੇ। ਮੈਨੂੰ ਯਾਦ ਹੈ ਜਦੋਂ ਛੋਟੇ ਹੁੰਦੇ ਸੀ, ਪਿੰਡ 'ਚ ਸਵੇਰੇ ਮਾਰਨਿੰਗ ਵਾਕ 'ਤੇ ਜਾਣਾ, ਜਾਂ ਬਾਹਰ ਜਿਹਨੂੰ ਆਪਾਂ ਜੰਗਲ ਪਾਣੀ ਕਹਿੰਦੇ ਹੁੰਦੇ ਸੀ, ਉਹ ਜਾਣਾ। ਅਤੇ ਜਦੋਂ ਸੂਰਜ ਚੜ੍ਹਦਾ ਹੁੰਦਾ ਸੀ, ਉੱਥੇ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਹੁੰਦੀ ਸੀ, ਅਤੇ ਹਰੇ ਭਰੇ ਦਰਖਤ ਹੁੰਦੇ ਸੀਗੇ, ਖੇਤ ਹੁੰਦੇ ਸੀਗੇ, ਉਹਨਾਂ ਵਿੱਚ ਤੁਹਾਨੂੰ ਕੋਈ ਵਿਸਮਾਦ ਜਿਹਾ ਆਉਂਦਾ ਹੁੰਦਾ ਸੀ, ਆਪਣੇ ਆਪ ਨੂੰ ਉੱਥੇ ਲੈ ਕੇ ਜਾਓ। ਉਹ ਅੱਜ ਕਿਤੇ ਨਾ ਕਿਤੇ ਚਲਾ ਗਿਆ ਟੈਕਨੋਲੋਜੀ ਕਰਕੇ। ਅਸੀਂ ਉੱਠਦੇ ਹਾਂ, ਸਿੱਧਾ ਟੋਇਲਟ 'ਤੇ ਚੱਲ ਜਾਂਦੇ ਹਾਂ, ਟੋਇਲਟ ਨਹਾ ਧੋ ਕੇ ਫਿਰ ਕਮਰੇ 'ਚ ਬਹਿ ਜਾਂਦੇ ਹਾਂ, ਬਾਹਰ ਨਿਕਲਦੇ ਹੀ ਨਹੀਂ। ਜਿਹੜਾ ਬਾਹਰ ਕੁਦਰਤ ਦਾ ਵਿਸਮਾਦ ਸੀ, ਉਹ ਅਸੀਂ ਕਿਤੇ ਭੁੱਲ ਬੈਠੇ ਹਾਂ। ਸੋ ਗੁਰੂ ਨਾਨਕ ਪਾਤਸ਼ਾਹ ਦਾ ਪੂਰਾ ਸ਼ਬਦ ਉਹਨਾਂ ਵਿਸਮਾਦ ਨੂੰ ਆ। ਵਿਸਮਾਦ ਨਾਦ ਵਿਸਮਾਦ ਵੇਦ। ਨਾਦ ਕਿੰਨੇ ਤਰ੍ਹਾਂ ਦੇ ਨਾਦ ਕੁਦਰਤ ਵਜਾ ਰਹੀ ਆ, ਹਵਾ ਦੀ ਆਵਾਜ਼, ਇਹ ਉਹ, ਉਹਨੂੰ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਵਿਸਮਾਦ ਹੋ ਰਿਹਾ। ਵਿਸਮਾਦ ਜੀ, ਵਿਸਮਾਦ ਭੇਦ, ਇੱਦਾਂ ਹੀ ਜੀ ਆ, ਕਈ ਤਰ੍ਹਾਂ ਦੇ ਭੇਦ ਆ, ਵੱਖਰੇ ਵੱਖਰੇ ਤਰ੍ਹਾਂ ਦੇ ਜੀਵ ਆ। ਵਿਸਮਾਦ ਰੂਪ, ਵਿਸਮਾਦ ਰੰਗ, ਇਸ ਤਰ੍ਹਾਂ ਹੀ ਉਹ ਹਰ ਇੱਕ ਚੀਜ਼ 'ਚੋਂ ਵਿਸਮਾਦ ਲੈ ਰਹੇ ਆ। ਵਿਸਮਾਦ ਨੰਗੇ ਫਿਰੇ ਜੰਤ, ਜਿਹੜੇ ਬਹੁਤੇ ਜੰਤ ਆ ਉਹ ਨੰਗੇ ਫਿਰ ਰਹੇ ਆ, ਕੋਈ ਵੀ ਜਾਨਵਰ ਆ ਕੋਈ ਕੱਪੜੇ ਨਹੀਂ ਪਾਉਂਦਾ। ਵਿਸਮਾਦ ਪਾਉਣ, ਵਿਸਮਾਦ ਪਾਣੀ। ਦੇਖੋ ਕਿੱਥੋਂ ਤੁਹਾਨੂੰ ਇਹ ਚੀਜ਼ਾਂ ਤੁਹਾਡੇ ਵਾਸਤੇ ਬਣਾ ਕੇ ਕੁਦਰਤ ਨੇ ਦੇਤੀਆਂ, ਪਾਉਣ ਤੇ ਪਾਣੀ। ਪਾਣੀ ਦੀ ਵੈਲਿਊ ਹੁਣ ਪਤਾ ਲੱਗੀ ਨਾ ਸਾਨੂੰ, ਪਾਣੀ ਦੀ ਵੈਲਿਊ ਭੁੱਲ ਗਏ ਸੀਗੇ, ਹੁਣ ਪੰਜਾਬੀ ਰੌਲਾ ਪਾ ਰਹੇ ਆ। ਉਹਨੂੰ ਦੇਖ ਕੇ ਵਿਸਮਾਦ ਆਉਂਦਾ। ਵਿਸਮਾਦ ਅਗਨੀ ਖੇਡੇ ਵਡਾਣੀ, ਅੱਗ ਜਿਹੜੀ ਆ ਜਿਹਦੇ ਨਾਲ ਤੁਸੀਂ ਖਾਣਾ ਪਕਾ ਕੇ ਖਾਂਦੇ ਹੋ, ਉਹ 'ਚੋਂ ਵਿਸਮਾਦ ਆ ਰਿਹਾ ਗੁਰੂ ਨਾਨਕ ਪਾਤਸ਼ਾਹ ਨੂੰ। ਵਿਸਮਾਦ ਧਰਤੀ, ਵਿਸਮਾਦ ਖਾਣੀ, ਇਹ ਜਿੰਨੀਆਂ ਖਾਣੀਆਂ ਧਰਤੀ ਆ ਸਾਰੇ 'ਚੋਂ ਵਿਸਮਾਦ ਆ। ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ। ਜਦੋਂ ਤੁਹਾਨੂੰ ਇਹਨਾਂ ਚੀਜ਼ਾਂ 'ਚੋਂ ਵਿਸਮਾਦ ਆਉਣ ਲੱਗ ਪਿਆ, ਫਿਰ ਤੁਸੀਂ ਕੁਦਰਤ ਦੀ ਵੈਲਿਊ ਕਰੋਗੇ। ਜਿੰਨਾ ਚਿਰ ਵਿਸਮਾਦ ਨਹੀਂ ਆਉਂਦਾ, ਅਸੀਂ ਕੁਦਰਤ ਦੀ ਵੈਲਿਊ ਨਹੀਂ ਪਾ ਰਹੇ, ਕੁਦਰਤ ਦਾ ਮੁੱਲ ਨਹੀਂ ਪਾ ਰਹੇ। ਇਹ ਸਿਰਫ ਇਹ ਜਿਹੜਾ ਸ਼ਲੋਕ ਆ ਇਸੇ ਗੱਲ ਵਾਸਤੇ ਆ ਕਿ ਤੁਹਾਨੂੰ ਜਦੋਂ ਵਿਸਮਾਦ ਆਉਣ ਲੱਗਿਆ, ਤੁਸੀਂ ਕੁਦਰਤ ਦੀ ਉਹ ਵੈਲਿਊ ਪਾਉਣੀ ਸ਼ੁਰੂ ਕਰ ਦੋਗੇ। ਵਿਸਮਾਦ ਸਿਫਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ। ਕੋਈ ਕਹਿੰਦਾ ਬਹੁਤ ਲੱਗੇ ਆ ਰੱਬ, ਕੋਈ ਕਹਿੰਦਾ ਬਹੁਤ ਦੂਰ ਆ। ਦੋਨਾਂ ਚੀਜ਼ਾਂ 'ਚੋਂ ਵਿਸਮਾਦ ਆ ਰਿਹਾ। ਵਿਸਮਾਦ ਦੇਖੇ ਹਾਜ਼ਰਾ ਹਜੂਰ, ਜਿਹੜਾ ਸਾਰੇ ਥਾਵਾਂ 'ਤੇ ਜਿਹੜਾ ਹਰ ਚੀਜ਼ ਦੀ ਸੰਭਾਲ ਕਰ ਰਿਹਾ, ਜਿਹੜਾ ਘੱਟ ਘੱਟ ਮੇ ਹਰਜੂ ਬਸੇ, ਉਹਨੂੰ ਦੇਖ ਕੇ ਵਿਸਮਾਦ ਆ ਰਿਹਾ। ਵੇਖ ਵਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ। ਜਿਹੜਾ ਆਪਣੇ ਪੂਰੇ ਭਾਗ ਜਗਾਉਂਦਾ ਨਾ, ਜਿਹੜੇ ਆਪਣਾ ਦਿਮਾਗ ਪੂਰਾ ਖੋਲ੍ਹਦਾ ਆ, ਜਿਹੜਾ ਆਪਣੇ ਆਪ ਨੂੰ ਗਿਆਨ ਨਾਲ ਐਜੂਕੇਟ ਕਰਦਾ ਆ, ਉਹਨੂੰ ਫਿਰ ਇਹਨਾਂ ਗੱਲਾਂ 'ਚੋਂ ਵਿਸਮਾਦ, ਉਹ ਹੀ ਬੁੱਝ ਸਕਦਾ ਇਸ ਗੱਲ ਨੂੰ। ਨਾਨਕ ਪਾਤਸ਼ਾਹ ਕਹਿ ਰਹੇ ਆ ਨਾਨਕ ਬੁੱਝਣ ਪੂਰੇ ਭਾਗ। ਉਹਦਾ ਜਿਹੜਾ ਕੌਤਕ ਆ ਉਹ ਸਾਰੇ ਪਾਸੇ ਵਿਛਿਆ ਹੋਇਆ ਆ। ਉਹਦੇ 'ਚੋਂ ਵਿਸਮਾਦ ਲੈ, ਉਹਦੇ 'ਚੋਂ ਆਨੰਦ ਲੈ। ਜਿਹੜਾ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ। ਜਿੰਨਾ ਚਿਰ ਉਹ ਗੁਰ ਨਹੀਂ ਨਾ ਤੈਨੂੰ ਆਉਂਦਾ, ਉਹ ਤੈਨੂੰ ਗਿਆਨ ਨਹੀਂ ਆਉਂਦਾ। ਗੁਰ ਦਾ ਸਿੱਧਾ ਜਿਹਾ ਅਰਥ ਹੁੰਦਾ ਇੱਕ ਤਰੀਕਾ। ਜਿੰਨਾ ਚਿਰ ਉਹ ਨਹੀਂ ਆਉਂਦਾ ਗੁਰੂ ਦਾ ਗਿਆਨ ਲੈ ਕੇ, ਉਹਨਾਂ ਚਿਰ ਤੈਨੂੰ ਵਿਸਮਾਦ ਨਹੀਂ ਆਉਣਾ। ਸੋ ਇਹ ਪਹਿਲਾ ਸੀਗਾ। ਦੂਸਰਾ ਹੈਗਾ ਕੁਦਰਤ ਦੇ ਉੱਪਰ, ਸਾਰੇ ਰਿਲੇਟਡ ਆ। ਵਿਸਮਾਦ ਵੀ ਕੁਦਰਤ ਦੀ ਗੱਲ ਸੀ। ਅਗਲਾ ਸ਼ਲੋਕ ਜਿਹੜਾ ਉਹ ਕੁਦਰਤ ਦਾ, ਉਹ ਵੀ ਗੁਰੂ ਨਾਨਕ ਪਾਤਸ਼ਾਹ ਦਾ।
ਕੁਦਰਤ ਦੀਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ। ਆ ਜੋ ਕੁਝ ਦਿਖ ਰਿਹਾ ਆ, ਜੋ ਕੁਝ ਸੁਣ ਰਿਹਾ ਆ, ਇਹ ਸਾਰਾ ਕੁਝ ਕੁਦਰਤ ਦਾ ਬਣਾਇਆ ਹੋਇਆ ਆ। ਕੁਦਰਤ ਭਉ ਸੁਖ ਸਾਰ, ਸਾਰਾ ਕੁਝ ਕੁਦਰਤ ਦਾ ਹੈ। ਕੁਦਰਤ ਪਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ, ਜਿੰਨੇ ਵੀ ਆਕਾਰ ਆ, ਜੋ ਕੁਝ ਵੀ ਹੈ, ਸਾਰੇ ਕੁਦਰਤ ਦੀ ਖੇਡ ਆ। ਆਪਾਂ ਕਹਿ ਤਾਂ ਦਿੰਦੇ ਆ ਕੁਦਰਤ ਦਾ ਸਾਰਾ ਨਜ਼ਾਰਾ ਆ। ਇਸ ਲਾ ਆਫ ਨੇਚਰ, ਇਸ ਲਾ ਆਫ ਯੂਨੀਵਰਸ, ਨੇਚਰ ਨੇ ਸਭ ਕੁਝ ਕੀਤਾ ਹੋਇਆ। ਗੁਰੂ ਨਾਨਕ ਪਾਤਸ਼ਾਹ ਨੂੰ ਗੱਲ ਨੂੰ ਖੋਲ ਰਹੇ ਆ। ਗੋਰੇ ਜਿਹਦਾ ਕਹਿ ਦਿੰਦੇ ਆ ਮਦਰ ਨੇਚਰ, ਮਦਰ ਨੇਚਰ ਬਾਰੇ ਕੁਦਰਤ ਵੇਦ। ਅੱਛਾ, ਇੱਥੇ ਜ਼ਿਆਦਾ ਵਿਸਮਾਦ ਆ। ਆਪਾਂ ਘੁੰਮਣ ਜਾਂਦੇ, ਕਿਉਂ ਘੁੰਮਣ ਜਾਂਦੇ ਆ? ਹਵਾਈ ਚੱਲ ਜੀਏ, ਆਪਾਂ ਲੇਕ ਟਾਹੋ ਚੱਲ ਜੀਏ, ਕਿੱਥੇ ਉਹਨਾਂ ਜਗ੍ਹਾ ਤੇ ਜਾਂਦੇ ਜਿੱਥੇ ਕੁਦਰਤ ਦੇ ਨਜ਼ਾਰੇ ਆ, ਨਜ਼ਾਰੇ ਵਿਸਮਾਦ ਲੈਣ ਵਾਸਤੇ। ਸਿਰਫ ਹੋਰ ਕੁਝ ਨਹੀਂ ਹੈਗਾ ਕਾਰਨ। ਉਹ ਤਾਂ ਆਪਾਂ ਬਾਕੀ ਕੁਝ ਤਾਂ ਆਪਾਂ ਘਰ ਵੀ ਕਰ ਸਕਦੇ ਹਾਂ, ਮੋਟਰ ਇੱਥੇ ਬੁੱਕ ਕਰ ਸਕਦੇ, ਹੋਟਲ ਇੱਥੇ ਬੁੱਕ ਕਰ ਸਕਦੇ ਹਾਂ। ਉੱਥੇ ਕਿਉਂ ਜਾਂਦੇ ਆ? ਵਿਸਮਾਦ ਲੈਣ ਵਾਸਤੇ ਕੁਦਰਤ 'ਚੋਂ। ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਜਿੰਨੇ ਵੀ ਕਤੇਬਾ ਵੇਦ ਸਾਰਾ ਕੁਝ ਉਹ ਕੁਦਰਤ ਦਾ ਹੀ ਹਿੱਸਾ ਆ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਜਿੰਨਾ ਪਿਆਰ ਆ, ਜੋ ਖਾਣਾ ਪੀਣਾ ਸਭ ਕੁਝ ਉਹ ਕੁਦਰਤ ਨੇ ਹੀ ਕ੍ਰੀਏਟ ਕੀਤਾ ਹੋਇਆ ਆ। ਇਹਨਾਂ ਸ਼ਬਦਾਂ ਦੇ ਕਰਕੇ ਕਈ ਕਨਫਿਊਜ਼ ਹੋ ਜਾਂਦੇ ਆ ਕਿ ਕੁਦਰਤ ਹੀ ਰੱਬ ਆ, ਪਰ ਅੱਗੋਂ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕਲੀਅਰ ਕਰ ਦੇਣੀ ਆ। ਕੁਦਰਤ ਜਾਤੀ ਜਿਣਸੀ ਰੰਗੀ, ਕੁਦਰਤ ਜੀ ਜਹਾਨ, ਜਿੰਨਾ ਕੁਝ ਵਰਤ ਰਿਹਾ, ਜਿੰਨੇ ਜੀ ਜੰਤੇ ਸਭ ਕੁਦਰਤ ਦਾ ਹਿੱਸਾ ਆ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਬਮਾਨ, ਮਾਨ ਬਮਾਨ, ਨੇਕੀ ਬਦੀ, ਇਹ ਸਾਰਾ ਕੁਦਰਤ ਦਾ ਹਿੱਸਾ ਆ। ਕੁਦਰਤ ਪੌਣ ਪਾਣੀ ਬਸੰਤਰ, ਕੁਦਰਤ ਧਰਤੀ ਖਾਕ ਜ਼ਮੀਨ ਮਿੱਟੀ ਪਾਣੀ ਅੱਗ, ਸਾਰਾ ਕੁਝ ਕੁਦਰਤ ਦਾ ਹੀ ਬਣਿਆ ਹੋਇਆ। ਸਭ ਤੇਰੀ ਕੁਦਰਤ, ਆ ਬਸ ਕੀਵਰਡ ਹੈ ਇੱਥੇ, ਸਭ ਤੇਰੀ ਕੁਦਰਤ। ਉਹਦਾ ਕ੍ਰੀਏਟ ਕਰਨ ਵਾਲਾ ਨਿਯਮ ਜਿਹੜਾ ਉਹਦੇ ਉੱਪਰ ਬੈਠਾ ਆ। ਜਿਹੜੇ ਨਿਯਮ ਦੇ ਵਿੱਚੋਂ ਕੁਦਰਤ ਕ੍ਰੀਏਟ ਹੋਈ ਆ, ਉਹ ਉਹਦੇ ਉੱਪਰ ਬੈਠੀ ਆ, ਉਹ ਉਹਦੇ ਉੱਪਰ ਬੈਠਾ ਆ। ਸਭ ਤੇਰੀ ਕੁਦਰਤ, ਉਹਦਾ ਉਹ ਹਿੱਸਾ ਆ। ਤੂੰ ਕਾਦਰ ਕਰਤਾ, ਤੈਨੂੰ ਕਾਦਰ ਕਰਤਾ ਕਿਹਾ ਜਾਂਦਾ ਆ, ਤੈਨੂੰ ਕ੍ਰੀਏਟਰ ਕਿਹਾ ਜਾਂਦਾ ਆ। ਹੁਣ ਜਦੋਂ ਤੂੰ ਕਾਦਰ ਕਰਤਾ ਕਹਿੰਦੇ, ਉਹ 'ਚ ਕਨਫਿਊਜ਼ ਨਾ ਹੋ ਜਿਓ ਵੀ ਕਿਤੇ ਉਹ ਉੱਪਰ ਬੈਠਾ ਕੋਈ ਰੱਬ ਬਣਾਇਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਦੇ ਰੱਬ ਦੀ ਡੈਫੀਨੇਸ਼ਨ ਬਿਲਕੁਲ ਅਲੱਗ ਆ। ਹੋ ਸਕਦਾ ਸ਼ਬਦ ਤੋਂ ਬਾਅਦ ਫਿਰ ਉਹਨਾਂ ਦੀ ਕਾਲ ਆ ਜਾਵੇ, ਆਪਣੇ ਥਾਈਲੈਂਡ ਵਾਲੇ ਵੀਰ ਹੋਣਾ ਦੀ, ਵੀ ਤੁਸੀਂ ਇੱਦਾਂ ਕਿਉਂ ਕਿਹਾ ਆ। ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ, ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਪਾਤਸ਼ਾਹ ਕਹਿ ਰਿਹਾ ਤੂੰ ਪਾਕ ਆ, ਪਵਿੱਤਰ ਆ। ਜਿਹੜਾ ਤੂੰ ਆ, ਤੂੰ ਕੁਦਰਤ ਦੇ ਉੱਪਰ ਬੈਠਾ ਆ, ਤੂੰ ਉਹਦਾ ਕ੍ਰੀਏਟਰ ਆ, ਤੂੰ ਕਾਦਰ ਕਰਤਾ। ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕੋ ਤਾਕ, ਇਸ ਗੱਲ ਦੇ ਵਿੱਚ ਕਲੀਅਰ ਹੋ ਜਾਂਦੀ। ਹੁਕਮੇ ਵਾਲਾ ਹੁੰਦਾ ਨਿਯਮ, ਜਿਹੜਾ ਉਹਦਾ ਭਾਣਾ ਚੱਲ ਰਿਹਾ, ਉਹਦੇ ਵਿੱਚ ਇਹ ਕੁਦਰਤ ਚੱਲਦੀ ਆ। ਉਹਦੇ ਭਾਣੇ ਦੇ ਵਿੱਚ ਬਣੀ ਹੋਈ ਕੁਦਰਤ ਆ, ਉਹਦੇ ਭਾਣੇ ਤੋਂ ਬਾਹਰ ਨਹੀਂ ਬਣੀ ਹੋਈ ਕੁਦਰਤ। ਉਹਦੇ ਭਾਣੇ 'ਚ ਬਣੀ ਆ, ਉਹਦੇ ਭਾਣੇ 'ਚ ਨਾਸ ਵੀ ਹੋ ਸਕਦੀ ਆ ਕੁਦਰਤ। ਸੋ ਇਹਨੂੰ ਬੜਾ ਕਲੀਅਰਲੀ ਗੁਰੂ ਨਾਨਕ ਪਾਤਸ਼ਾਹ ਨੇ ਇਹਦੇ ਵਿੱਚ ਕੁਦਰਤ ਦੀ ਡੈਫੀਨੇਸ਼ਨ ਦਿੱਤੀ ਹੈ। ਜੇ ਆਪਾਂ ਧਿਆਨ ਨਾਲ ਸਮਝੀਏ, ਅੱਗੇ ਹੈਗੀ ਪੌੜੀ ਵਿੱਚ ਜਿਹੜਾ ਮੇਨ ਸਿਧਾਂਤ ਹੁੰਦਾ ਆ, ਉਸ ਸਿਧਾਂਤ ਤੇ ਆਪਾਂ ਅਰਥ ਕਰਦੇ ਆ। ਆਪੀ ਨੇ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਇਹਨੂੰ ਆਪਣੇ ਤੇ ਲਾ ਕੇ ਦੇਖਿਓ ਕਿ ਇਨਸਾਨ ਜਿਹੜਾ ਨਜ਼ਾਰੇ ਲੈਂਦਾ, ਮੌਜਾਂ ਲੁੱਟ ਰਿਹਾ ਇਸ ਕੁਦਰਤ ਦੇ ਵਿੱਚੋਂ, ਤੇ ਉਹ ਆਪਣੇ ਆਪ ਹੀ ਭੋਗ ਕੇ ਜੋ ਕੁਦਰਤ ਨੇ ਉਹਨੂੰ ਦਿੱਤਾ ਆ, ਉਹਨੂੰ ਭੋਗ ਕੇ ਤੇ ਹੋਏ ਭਸਮੜ ਭੌਰ ਸਦਾਇਆ। ਜਦੋਂ ਸਮਾਂ ਆਉਂਦਾ ਕੁਦਰਤ ਦੇ ਹਿਸਾਬ ਦੇ ਨਾਲ ਹੀ, ਉਦੋਂ ਉਹ ਚੜ੍ਹਾਈ ਕਰ ਜਾਂਦਾ, ਚਲਾ ਜਾਂਦਾ ਇਸ ਜਗ੍ਹਾ ਤੋਂ। ਉਹ ਕਿਤੇ ਵੱਖਰੀ ਥਾਂ ਨਹੀਂ ਚਲਾ ਜਾਂਦਾ, ਪੰਜਾਂ ਤੱਤਾਂ 'ਚ ਸਮਾ ਜਾਂਦੇ। ਕੁਦਰਤ 'ਚੋਂ ਨਿਕਲਿਆ ਸੀ, ਕੁਦਰਤ 'ਚ ਲੀਨ ਹੋ ਜਾਂਦਾ ਹੈ। ਵੱਡਾ ਹੋਇਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ। ਹੁਣ ਆਹ ਗੱਲ ਸਮਝਣ ਵਾਲੀ ਆ। ਜਦੋਂ ਇਹਨਾਂ ਕੁਦਰਤ ਦੇ ਝਮੇਲਿਆਂ 'ਚ ਫਸ ਕੇ, ਉਹਦੀ ਕੁਦਰਤ ਦੀ ਮਾਇਆ ਵਿੱਚ ਫਸ ਕੇ, ਕੁਦਰਤ 'ਚੋਂ ਸਾਰਾ ਕੁਝ ਤੁਹਾਨੂੰ ਮਿਲਣਾ ਆ, ਵਿਸਮਾਦ ਛੱਡਤਾ, ਉਹਦੇ ਵਿੱਚੋਂ ਸਿਰਫ ਪ੍ਰੋਫਿਟ ਲੈਣਾ ਸ਼ੁਰੂ ਕਰਤਾ ਕੁਦਰਤ 'ਚੋਂ, ਤੇ ਫਿਰ ਉਹਦੇ ਵਿੱਚ ਗਲ ਦੇ ਵਿੱਚ ਇੱਕ ਸੰਗਲ ਪੈਂਦਾ। ਉਹ ਕਿਹੜਾ ਸੰਗਲ ਪੈਂਦਾ ਆ ਕਿ ਹਾਏ ਮੈਂ ਆ ਕੀ ਕਰ ਬੈਠਾ। ਜਦੋਂ ਲੇਟ ਉਮਰ ਹੁੰਦੀ ਹੈ ਨਾ, ਵੱਡਾ ਹੋਇਆ ਦੁਨੀਦਾਰ, ਦੁਨੀਆ ਦੀ ਮੌਜਾਂ ਕਰਨ ਵਾਲਾ, ਜਿਹੜਾ ਦੁਨਿਆਵੀ ਚੱਕਰਾਂ 'ਚ ਫਸ ਗਿਆ, ਦੁਨਿਆਵੀ ਚਸਕਿਆਂ 'ਚ ਫਸ ਗਿਆ, ਉਹਦੇ ਗਲ ਵਿੱਚ ਫਿਰ ਆਤਮਾ, ਤੁਹਾਡੀ ਅੰਤਰ-ਆਤਮਾ ਜਿਹਨੂੰ ਆਪਾਂ ਕਹਿੰਦੇ ਆ, ਉਹ ਇੱਕ ਸੰਗਲ ਪਾਉਂਦੀ ਹੈ। ਭਾਈ ਤੇਰਾ ਜਿਹੜਾ ਸਮਾਂ ਸੀਗਾ ਦੁਨੀਆ ਦੀ ਹੈਲਪ ਕਰਨ ਦਾ, ਚੰਗੇ ਕੰਮ ਕਰਨ ਦਾ, ਤੂੰ ਉਹ ਕੀਤੇ ਨਹੀਂ, ਤੂੰ ਮਾੜੇ ਕੰਮ ਹੀ ਕਰਦਾ ਰਿਹਾ, ਤੂੰ ਪੁੱਠੇ ਪਾਸੇ ਹੀ ਫਸਿਆ ਰਿਹਾ। ਅੱਗੇ ਕਿੱਥੇ? ਫਿਊਚਰ 'ਚ ਅੱਗੇ। ਉਹਨੂੰ ਇਹ ਨਹੀਂ ਸਮਝਣਾ ਮਰਨ ਤੋਂ ਬਾਅਦ, ਅੱਗੇ ਕਰਨੀ ਕੀਰਤ ਵਾਚੀਏ। ਆਉਣ ਵਾਲੇ ਸਮੇਂ ਵਿੱਚ ਜਿਹੜੀ ਤੇਰੀ ਕਰਨੀ ਆ ਨਾ, ਤੇ ਜਿਹੜੀ ਤੇਰੇ ਕੰਮ ਕੀਤੇ ਹੋਏ ਆ, ਜਿਹੜੀ ਤੂੰ ਕੀਰਤ ਕਰ ਰਿਹਾ, ਉਹ ਦੇਖੀ ਜਾਣੀ ਆ। ਬਹਿ ਲੇਖਾ ਕਰ ਸਮਝਾਇਆ, ਤੇ ਬੈਠ ਕੇ ਸਾਰਾ ਲੇਖਾ ਜੋਖਾ ਹੋ ਜਾਣਾ ਇਸ ਗੱਲ ਦਾ।
ਇਹ ਸਾਰਾ ਇੱਥੇ ਹੀ ਹੋ ਜਾਣਾ ਤੇਰਾ ਆਉਣ ਵਾਲੇ ਸਮੇਂ 'ਚ। ਅੱਗੇ ਆਪਾਂ ਕਹਿੰਦੇ ਅੱਗੇ ਅੱਗੇ ਜਾ ਕੇ ਕੀ ਹੋਣਾ ਵੀ ਤੇਰੇ ਨਾਲ, ਕੱਲ ਨੂੰ ਕੀ ਹੋਣਾ, ਮਤਲਬ ਅੱਗੇ ਕਰਨੀ ਕੀਰਤ ਵਾਚੀ ਹੈ, ਉੱਥੇ ਤੇਰੀ ਕਰਨੀ ਤੇ ਕੀਰਤ ਹੋਣੀ ਆ, ਨਾ ਕਿ ਤੇਰਾ ਬਾਕੀ ਕੁਝ ਗਿਣਿਆ ਜਾਣਾ ਵੀ ਤੂੰ ਕੀਤਾ ਕੀ ਆ, ਕਿਹੜੇ ਕਿਹੜੇ ਚੰਗੇ ਕੰਮ ਕੀਤੇ, ਕਿਹੜੇ ਕਿਹੜੇ ਮਾੜੇ ਕੀਤੇ ਆ। ਬਹਿ ਲੇਖਾ ਕਰ ਸਮਝਾਇਆ ਥਾਂ ਨਾ ਹੋਵੇ ਪਾਉਂਦੀ, ਫਿਰ ਤੈਨੂੰ ਜਗ੍ਹਾ ਨਹੀਂ ਲੱਭਣੀ ਕਿਤੇ ਲੁਕਣ ਨੂੰ, ਢੋਈ ਨਹੀਂ ਮਿਲਣੀ ਕਿਸੇ ਪਾਸੇ। ਹੁਣ ਸੁਣੀਏ ਕਿਆ ਰਵਾਇਆ, ਹੁਣ ਜਿੰਨਾ ਮਰਜ਼ੀ ਪਿੱਟੀ ਜਾ, ਹੁਣ ਕਿਸੇ ਨੇ ਨਹੀਂ ਤੇਰੀ ਗੱਲ ਸੁਣਨੀ, ਤੇਰੀ ਅੰਤਰਾਤਮਾ ਨੇ ਤੈਨੂੰ ਲਾਹਨਤਾਂ ਹੀ ਪਾਉਣੀਆਂ ਵੀ ਤੂੰ ਮੈਂ ਕੀ ਕਰ ਬੈਠਾ। ਉਦੋਂ ਸਮਾਂ ਟੂ ਲੇਟ ਹੋ ਜਾਣਾ। ਕਿਉਂ? ਕਿਉਂਕਿ ਮਨ ਅੰਧੇ ਜਨਮ ਗਵਾਇਆ। ਅੰਨਿਆ ਮਨਾ ਤੂੰ ਪੁੱਠੇ ਪਾਸੇ ਲੱਗ ਕੇ ਆਪਣਾ ਸਾਰਾ ਜਨਮ ਭ੍ਰਿਸ਼ਟ ਕਰ ਲਿਆ, ਗਵਾ ਲਿਆ। ਜਿਹੜੇ ਚੰਗੇ ਕੰਮ ਕਰਨੇ ਸੀ, ਜਿਹਨੇ ਤੈਨੂੰ ਅੱਜ ਦੁਨੀਆ ਵਿੱਚ ਮਾਣ ਬਖਸ਼ਣਾ ਸੀਗਾ, ਉਹ ਤੂੰ ਨਹੀਂ ਕਰ ਸਕਿਆ। ਉਹ ਤੇਰਾ ਆਪ ਦਾ ਕਸੂਰ ਆ, ਉਹ ਕਿਸੇ ਹੋਰ ਦਾ ਕਸੂਰ ਨਹੀਂ ਆ। ਇਹ ਜਿਹੜੇ 2 ਸ਼ਬਦ ਤੇ ਪੌੜੀ ਆ, 2 ਸ਼ਲੋਕ ਤੇ ਇੱਕ ਪੌੜੀ ਆ, ਜੇ ਇਹਨੂੰ ਧਿਆਨ ਦੇ ਨਾਲ ਪੜ੍ਹ ਲਓ ਤਾਂ ਤੁਹਾਡਾ ਕੁਦਰਤ ਦਾ ਕਾਨਸੈਪਟ, ਤੁਹਾਡਾ ਕਰਮਾਂ ਦਾ ਕਾਨਸੈਪਟ, ਤੁਹਾਡੀ ਕਰਨੀ ਦਾ ਕਾਨਸੈਪਟ ਤੁਹਾਨੂੰ ਕਲੀਅਰ ਹੋ ਜਾਂਦਾ। ਪਰ ਗੱਲ ਇਹ ਹੁੰਦੀ ਅਸੀਂ ਸ਼ਬਦ ਦੇ ਅਰਥ ਵੀ ਪੜ੍ਹ ਲੈਂਦੇ, ਸਮਝ ਵੀ ਲੈਂਦੇ ਹਾਂ, ਪਰ ਅਸੀਂ ਮੰਨਣ ਨੂੰ ਤਿਆਰ ਨਹੀਂ। ਅਸੀਂ ਫਿਰ ਕਹਿਣਾ ਵੀ ਉਹ ਰੱਬ ਨੇ ਸਾਡੇ 'ਤੇ ਮਿਹਰ ਨਹੀਂ ਕੀਤੀ, ਰੱਬ ਦਾ ਭਾਣਾ ਨਹੀਂ ਹੋਇਆ, ਉੱਥੇ ਚੰਗਾ ਨਹੀਂ। ਹਾਂਜੀ, ਗੱਲ ਤਾਂ ਬਹੁਤ ਵਧੀਆ ਲੱਗਦੀ ਜੀ, ਚੰਗੇ ਕੰਮ ਕਰਨੇ ਚਾਹੀਦੇ, ਪਰ ਕਰਨੇ ਨਹੀਂ। ਪਤਾ ਵੀ ਆ ਕੈਂਡੀਡੇਟ ਮਾੜਾ ਆ, ਫਿਰ ਉਹਨੂੰ ਵੋਟ ਪੈਣੀ, ਕਿਉਂਕਿ ਉਹਨੇ ਕੱਲ੍ਹ ਨੂੰ ਸਾਨੂੰ ਜੇ ਕੋਈ ਕੇਸ ਪੈ ਗਿਆ ਛਡਾ ਲੈਣਾ। ਪਰ ਕੇਸ ਪਵੇ ਹੀ ਕਿਉਂ ਜੇ ਤੂੰ ਸੱਚਾ ਬੰਦਾ ਆ। ਜੇ ਤੂੰ ਸੱਚਾ ਸੁੱਚਾ ਬੰਦਾ ਆ, ਤੈਨੂੰ ਪਤਾ ਤੂੰ ਕੋਈ ਪੁੱਠਾ ਕੰਮ ਕਰਨਾ ਨਹੀਂ, ਤੇਰੇ 'ਤੇ ਕਿਉਂ ਕੇਸ ਪਊਗਾ। ਇਸ ਕੰਟਰੀ 'ਚ ਓਪਨਲੀ ਕਿਉਂ ਕਹਿ ਦਿੰਦੇ ਆ ਆਪਾਂ ਮੈਂ ਡੈਮੋਕ੍ਰੇਟ ਆ, ਮੈਂ ਰਿਪਬਲਿਕਨ ਆ। ਪਤਾ ਹੈ ਜੇ ਉਹ ਗਲਤ ਕੰਮ ਨਹੀਂ ਕਰਨਾ, ਭਾਵੇਂ ਡੈਮੋਕ੍ਰੇਟ ਬਣ ਜਾਵੇ, ਭਾਵੇਂ ਰਿਪਬਲਿਕਨ ਬਣ ਜਾਵੇ, ਸਾਨੂੰ ਵੀ ਫਰਕ ਪੈਂਦਾ। ਅਸੀਂ ਜੋ ਗਲਤ ਕੰਮ ਕਰਨਾ ਹੀ ਨਹੀਂ। ਜੇ ਗਲਤ ਕੰਮ ਕਰਨ ਵਾਲਾ ਉਹਦੇ ਨਾਲ ਲਿੰਕ 'ਚ ਜੁੜਿਆ ਹੋਇਆ ਆ ਤਾਂ ਫਿਰ ਉਹਨੇ ਕੁਦਰਤੀ ਗੱਲ ਆ ਵੀ ਇਹ ਕੰਮ ਨਹੀਂ ਕਰਨਾ। ਸੋ ਗੁਰਬਾਣੀ ਸਾਰੀ ਤੁਹਾਨੂੰ ਚੰਗਾ ਇਨਸਾਨ ਬਣਾਉਂਦੀ ਆ। ਚੰਗੇ ਇਨਸਾਨ ਬਣੋ, ਚੰਗੇ ਕਰਮ ਕਰੋ। ਹਰ ਸ਼ਬਦ ਦੇ ਵਿੱਚੋਂ ਇਹੀ ਸਿੱਖਿਆ ਮਿਲਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਕਰਮ ਤੇ ਤੇਰੀ ਕਰਨੀ ਹੀ ਦੇਖੀ ਜਾਣੀ ਆ, ਨਾ ਕਿ ਹੋਰ ਕੁਝ ਦੇਖਿਆ ਜਾਣਾ। ਨਾ ਜਿੱਦਾਂ ਮਰਜ਼ੀ ਬਣਾ ਲਾ, ਇੱਕ ਦੂਜੀ ਬੋ ਲੱਖ ਹੋਏ ਲੱਖ ਹੋਏ ਲੱਖ 20, ਪਰ ਜਿੰਨੇ ਮਰਜ਼ੀ ਪਾਠ ਕਰ ਲਾ, ਜੋ ਮਰਜ਼ੀ ਕਰ ਲਾ, ਇਹ ਝੂਠੀ ਗਾਪੀ ਆ। ਇਹ ਕਿਸੇ ਪਾਸੇ ਗਿਣੀ ਨਹੀਂ ਜਾਣੀ ਤੇਰੀ। ਵੱਡਾ ਨਾਮ ਖਾ ਕੇ ਕਿੱਡਾ ਮਰਜ਼ੀ ਵੱਡਾ ਨਾਮ ਖਾਲਾ, ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮਗਰ ਦੁਨੀਆ ਤੋੜ ਲਾ, ਪਰ ਭਾਈ ਉੱਥੇ ਇੱਕ ਕੀੜੀ ਜਿੰਨੀ ਤੇਰੀ ਵੈਲਿਊ ਨਹੀਂ ਪੈਣੀ। ਆਉਣ ਵਾਲੇ ਸਮੇਂ ਦੇ ਵਿੱਚ ਲਾਹਨਤਾਂ ਹੀ ਪਾਉਣੀਆਂ ਲੋਕਾਂ ਨੇ। ਪੈਸੇ ਨੂੰ ਕੀ ਕਰਨਾ? ਪੈਸਾ ਤਾਂ ਤੁਹਾਨੂੰ ਖਾਣ ਪੀਣ ਨੂੰ ਵਧੀਆ ਹੋਵੇ, ਰਹਿਣ ਨੂੰ ਵਧੀਆ ਹੋਵੇ, ਇਹ ਤੋਂ ਜਿਹੜਾ ਉੱਪਰ ਆ ਨਾ, ਉਹ ਸਿਰਫ ਤੁਹਾਨੂੰ ਚੱਕਰਾਂ 'ਚ ਹੀ ਫਸਾਉਂਦਾ ਆ, ਔਰ ਉਹਨੇ ਚੱਕਰਾਂ 'ਚ ਹੀ ਫਸਾਉਣਾ। ਹਾਂਜੀ ਜਗਮੋਹਨ ਸਿੰਘ ਜੀ। ਬਿਲਕੁਲ ਜੀ। ਜਿਹੜੇ ਸਾਨੂੰ ਲਾਈਵ ਦੇਖ ਰਹੇ ਅੱਜ, ਉਹਨਾਂ 'ਚ ਸਰਦਾਰ ਪਨਦੀਪ ਸਿੰਘ ਧਨਕਰ, ਸੁਰਿੰਦਰ ਕੌਰ ਖਹਿਰਾ ਸਮਰਾ। ਪੰਜਾਬੀਓ, ਤੁਹਾਡੀ ਅਣਖ ਬੱਚਿਆਂ ਦਾ ਭਵਿੱਖ, ਰੋਟੀ ਰੋਜ਼ਗਾਰ, ਸਾਹ ਪਾਉਣ ਪਾਣੀ, ਸਿੱਖਿਆ, ਸਿਹਤ ਸੁਰੱਖਿਆ ਦਾ ਸਵਾਲ ਹੈ। ਸੰਯੁਕਤ ਸਮਾਜ ਮੋਰਚੇ ਦਾ ਸਾਥ ਦਿਓ। ਪ੍ਰੀਤਵਿੰਦਰ ਸਿੰਘ, ਸੁਰਜੀਤ ਸਿੰਘ ਖਾਲਸਾ ਦੀ ਮੈਂ ਟਿੱਪਣੀ ਤੁਹਾਨੂੰ ਪੜ੍ਹ ਕੇ ਸੁਣਾ ਦਿੱਤੀ ਆ। ਉਸ ਤੋਂ ਬਾਅਦ ਕਸ਼ਮੀਰ ਸਿੰਘ ਭਿੰਡਰ, ਕਿਸਾਨ ਮੋਰਚਾ, ਸਾਰੇ ਹੀ ਲੀਡਰ ਬਹੁਤ ਸੁਲਝੇ ਹੋਏ ਹਨ, ਅੱਗੇ ਚੰਗੀ ਸੋਚ ਵਾਲੇ ਹਨ। ਪ੍ਰਦੀਪ ਮਾਂਗਟ, ਕੀਪ ਇਟ ਅਪ, ਵਧੀਆ ਕੰਮ ਕਰ ਰਹੇ ਹੋ ਤੁਸੀਂ। ਸਰਦਾਰ ਭੁਪਿੰਦਰ ਸਿੰਘ ਜੌਲ, ਮਾਨ ਦਲ ਨੂੰ ਵੋਟਾਂ ਖਰਾਬ ਕਰਨ ਦਾ ਕੰਮ ਹੀ ਕਰਨਾ ਆ। ਸੋ ਕੁਲਵੀਰ ਸਿੰਘ ਖਹਿਰਾ ਡਾਕਟਰ ਸਾਹਿਬ ਆਪਣੇ, ਉਹ ਕਹਿ ਰਹੇ ਹੁਣ ਬਹੁਤ ਹੋ ਗਿਆ, ਲੋਕਾਂ ਦੀਆਂ ਅੱਖਾਂ ਖੋਲ ਕੇ ਚੰਗੇ ਕੈਂਡੀਡੇਟ ਨੂੰ ਵੋਟ ਪਾਉਣੀ ਚਾਹੀਦੀ ਆ। ਸਿੰਘ ਮਾਲਵਾ ਆਈਡੀਆ, ਉਹ ਕਹਿ ਰਿਹਾ ਜੇ ਇਸ ਵਾਰ ਕਿਸਾਨਾਂ ਨੂੰ ਨਾ ਜਿਤਾਇਆ ਤਾਂ ਪਛਤਾਉਣ ਦਾ ਮੌਕਾ ਵੀ ਨਹੀਂ ਮਿਲੇਗਾ। ਬਾਕੀ ਸਾਡੀ ਬਿੰਦਰ ਕੇ ਸੰਧੂ ਭੈਣ ਜੀ ਹੁਣੀ, ਪਰਮਜੀਤ ਸਿੰਘ ਬਾਠ ਕਹਿੰਦਾ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਵਧੀਆ ਆ। ਧੰਨਵਾਦ ਜਿਹੜੇ ਸਾਨੂੰ ਦੇਖਦੇ ਆ ਫੇਸਬੁੱਕ ਰਾਹੀਂ। ਜਿਹੜੇ ਹੁਣ ਅਸੀਂ ਪ੍ਰੋਗਰਾਮ ਕਰਨੇ ਆ, ਕੋਸ਼ਿਸ਼ ਕਰੋ ਬਈ ਉਹਨਾਂ ਨੂੰ ਸ਼ੇਅਰ ਜ਼ਰੂਰ ਕਰੋ। ਗਾਂ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ ਵੀ ਦੱਸੋ ਵੀ ਆਹ ਪ੍ਰੋਗਰਾਮ ਚੱਲਦੇ ਆ, ਜਿਹੜੇ ਕੋਸ਼ਿਸ਼ ਕਰਾਂਗੇ ਸੰਯੁਕਤ ਸਮਾਜ ਮੋਰਚੇ ਦੇ ਕੈਂਡੀਡੇਟ ਲਿਆਉਣ ਦੀ। ਪਰ ਜੇ ਕਿਸੇ ਦੀ ਚਾਹਤ ਹੈ ਕਿ ਉਹਨਾਂ ਨੇ ਕਾਂਗਰਸ ਜਾਂ ਅਕਾਲੀਆਂ ਦਾ ਕੋਈ ਕੈਂਡੀਡੇਟ ਲਿਆਉਣਾ ਆ, ਉਹ ਵੀ ਸਾਨੂੰ ਆਪਣਾ ਦੱਸ ਸਕਦੇ ਆ ਵੀ ਆਹ ਸੱਜਣ ਬਹੁਤ ਵਧੀਆ, ਇਹਨੂੰ ਤੁਸੀਂ ਲੈ ਕੇ ਆਓ। ਉਹਦਾ ਨੰਬਰ ਪ੍ਰੋਵਾਈਡ ਕਰ ਸਕਦੇ, ਸਾਨੂੰ ਟਾਈਮ ਲੈ ਕੇ ਦੇ ਸਕਦੇ ਉਹਨਾਂ ਨਾਲ। ਤੇ ਸਵਾਲ ਜਿਹੜੇ ਉਹ ਸਾਡੇ ਹੋਣਗੇ, ਜਿੱਦਾਂ ਅਸੀਂ ਇਹਨਾਂ ਨੂੰ ਸਵਾਲ ਪੁੱਛੇ ਆ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ। ਜੇ ਪਹਿਲਾਂ MLA ਰਹੇ ਆ, ਪੁੱਛਾਂਗੇ 5 ਸਾਲਾਂ 'ਚ ਕੀ ਕੀ ਕੀਤਾ ਤੁਸੀਂ। ਜੇ ਨਹੀਂ ਕੀਤਾ ਤਾਂ ਫਿਰ ਇਹ ਸੋਚ ਕੇ ਤੁਸੀਂ, ਜੇ ਕੋਈ ਵੀ ਸਾਡੀ ਇਹ ਵੀ ਸੁਜੈਸ਼ਨ ਹੈ, ਕੋਈ ਕਿਸੇ ਪਾਰਟੀ ਦਾ ਵੀ ਕੈਂਡੀਡੇਟ ਹੋਰ ਵੀ ਅਸੀਂ ਲਿਆ ਸਕਦੇ ਹਾਂ। ਜੇ ਤਾਂ ਵੀਰਵਿੰਦਰ ਸਿੰਘ ਨੇ ਕਿਹਾ ਸੀ ਜੇ ਡਿਬੇਟ ਵੀ ਕਰਾਉਣਾ ਕਿਸੇ ਦਾ, ਉਹ ਵੀ ਆਪਾਂ
ਕਰਾ ਸਕਦੇ ਆ। ਮੈਂ ਕੋਸ਼ਿਸ਼ ਕੀਤੀ ਹੈ ਜਗਮੋਹਨ ਸਿੰਘ ਜੀ, 2-3 ਨੂੰ ਮੈਂ ਕਾਲ ਕੀਤੀ ਸੀਗੀ ਡਿਬੇਟ ਵਾਸਤੇ, ਉਹ ਬਹੁਤਿਆਂ ਦਾ ਆਨਸਰ ਇਹੀ ਹੈ ਜੀ, ਇਹਦੇ ਵਾਸਤੇ ਹੀ ਕੀਤੀ ਸੀਗੀ ਆਪਾਂ ਵੀ ਰਵਨੀਤ ਬਰਾੜ ਦੇ ਨਾਲ ਜਿਹੜੇ ਨਾਲ ਕੈਂਡੀਡੇਟ ਖੜੇ, ਕਹਿੰਦੇ ਕੌਣ ਆ ਰਵਨੀਤ ਬਰਾੜ, ਉਹਦੇ ਨਾਲ ਹੀ ਬੈਠ ਕੇ ਕਿਉਂ ਕਰੀਏ, ਉਹ ਤਾਂ ਕੋਈ ਜਾਣਦਾ ਹੀ ਨਹੀਂ ਹੈਗਾ। ਉਹਨਾਂ ਦੀ ਇਹ ਥਿੰਕਿੰਗ ਹੈ ਜੀ ਵੀ ਉਹ ਕਹਿੰਦੇ ਸਾਡੀ ਉਹਨਾਂ ਨਾਲ ਨਹੀਂ ਹੋਣੀ, ਸਾਡੀ ਬਲਵੀਰ ਸਿੰਘ ਰਾਜੇਵਾਲ ਨਾਲ ਕਰਾਓ ਭਾਵੇਂ ਕੈਂਡੀਡੇਟ ਹੋਵੇ। ਮੈਂ ਕਿਹਾ ਜੇ ਬਲਵੀਰ ਸਿੰਘ ਰਾਜੇਵਾਲ ਨਾਲ ਕਰਾਉਣੀ ਤਾਂ ਫਿਰ ਨਵਜੋਤ ਸਿੱਧੂ ਆ ਜਾਵੇ ਤੁਹਾਡਾ ਜਿਹੜਾ ਪ੍ਰਧਾਨ ਆ, ਤੇ ਫਿਰ ਆਪਾਂ ਉਹਦੇ ਨਾਲ ਕਰਾ ਦਿੰਦੇ, ਜਾਂ ਸੁਖਬੀਰ ਬਾਦਲ ਆ ਜਾਵੇ ਉਹਦੇ ਨਾਲ ਕਰਾ ਦਿੰਦੇ ਆ, ਆਪਾਂ ਉਹ ਵੀ ਕੋਸ਼ਿਸ਼ ਕਰ ਲੈਂਦੇ ਹਾਂ। ਉਹ ਕਹਿੰਦੇ ਨਹੀਂ ਜੀ ਇਹ ਬੰਦੇ ਕੌਣ ਆ ਜੀ, ਅਸੀਂ ਤਾਂ ਜਾਣਦੇ ਹੀ ਨਹੀਂ। ਸੋ ਇਹ ਉਹਨਾਂ ਦਾ ਆਨਸਰ ਆ। ਉਹ ਡਿਬੇਟ ਕਰ ਨਹੀਂ ਸਕਦੇ ਕਿਉਂਕਿ ਜੇ ਉਹਨਾਂ ਨੂੰ ਪਤਾ ਆ ਵੀ ਸਾਡੇ ਕੋਲ ਕਾਰਜਕਾਰੀ ਪਿਛਲੇ 75 ਸਾਲਾਂ 'ਚ ਤੁਹਾਡੀ ਪਾਰਟੀ ਨੇ ਕੀ ਕੀਤਾ ਤੇ ਅਸੀਂ ਕੀ ਦਿਆਂਗੇ, ਕਿੱਥੋਂ ਦੱਸਾਂਗੇ ਅਸੀਂ। ਸੋ ਉਹਨਾਂ ਨੇ ਕਦੇ ਵੀ ਡਿਬੇਟ 'ਤੇ ਨਹੀਂ ਆਉਣਾ। ਸੋ ਇਹ ਤਾਂ ਵਰਕਾ ਹੀ ਪਾੜ ਦੇਣਾ ਵੀ ਉਹ ਡਿਬੇਟ ਵਾਲਾ ਕੰਮ ਉੱਥੇ ਹੋ ਜਾਊਗਾ। ਉਹਨਾਂ ਨੂੰ ਡਿਬੇਟ ਕਰਨੀ ਵੀ ਨਹੀਂ ਆਉਂਦੀ। ਮੈਂ ਦੇਖਿਆ ਕਈ ਚੈਨਲ ਜਿਹੜੇ ਕੋਸ਼ਿਸ਼ ਵੀ ਕਰਦੇ ਆ ਨਾ, ਕੋਸ਼ਿਸ਼ ਨਹੀਂ, ਉਹਨਾਂ ਨੇ ਤਾਂ TRP ਵਧਾਉਣ ਲਈ ਕਰਦੇ ਆ। ਉਹ ਬਿਠਾਏ ਹੁੰਦੇ ਕੁੱਕੜਾਂ ਵਾਂਗੂ ਲੜਨ ਡਏ ਹੁੰਦੇ ਆ ਉੱਥੇ, ਕੋਈ ਇੱਧਰੋਂ ਰੌਲਾ ਪਾ ਰਿਹਾ ਹੁੰਦਾ, ਕੋਈ ਉੱਧਰੋਂ ਰੌਲਾ ਪਾ ਰਿਹਾ, ਕਿਸੇ ਦੀ ਗੱਲ ਨਹੀਂ ਸੁਣਦੀ ਕੀ ਹੋ ਰਿਹਾ ਆ। ਜਿਹੜੇ ਅੱਜ ਤੱਕ ਵਗੈਰਾ ਵਾਲੇ ਚੈਨਲ ਨਾ ਇੱਕ ਕਰਦੇ ਹੁੰਦੇ ਆ, ਕਿਸੇ ਲੀਡਰਾਂ ਨੂੰ ਲਿਆ ਕੇ ਉੱਥੇ 10-12 ਉੱਤੇ ਸਕਰੀਨ 'ਤੇ ਲਾ ਕੇ, ਕੋਈ ਪਤਾ ਨਹੀਂ ਲੱਗਦਾ ਕਿਹੜਾ ਕਿਹਨੂੰ ਕੀ ਕਹੀ ਜਾਂਦਾ। ਸੋ ਤਰੀਕਾ ਦੇਖੋ ਪੰਜਾਬੀਓ, ਮੌਕਾ ਸਾਨੂੰ ਬਾਰ-ਬਾਰ ਨਹੀਂ ਮਿਲਣਾ। ਇੱਕੋ ਗੱਲ ਸੋਚ ਲਓ, ਜਦੋਂ ਵੋਟ ਪਾਉਣੀ ਆ, ਅਸੀਂ ਨਹੀਂ ਕਹਿੰਦੇ ਸੰਯੁਕਤ ਸਮਾਜ ਮੋਰਚੇ ਨੂੰ ਪਾਓ, ਅਸੀਂ ਨਹੀਂ ਕਹਿੰਦੇ ਕਿਸੇ ਫਲਾਣੇ ਕੈਂਡੀਡੇਟ ਨੂੰ ਪਾਓ। ਤੁਸੀਂ ਜਦੋਂ ਵੋਟ ਪਾਉਣ ਜਾਣਾ, ਇੱਕ ਵਾਰੀ ਘਰੋਂ ਬਾਹਰ ਨਿਕਲ ਕੇ ਆਲਾ ਦੁਆਲਾ ਜ਼ਰੂਰ ਦੇਖ ਲਿਓ। ਆਪਣਾ ਆਲਾ ਦੁਆਲਾ ਦੇਖ ਕੇ ਇਹ ਡਿਸਾਈਡ ਤੁਸੀਂ ਕਰਨਾ ਤੁਹਾਡੀ ਵੋਟ ਆ, ਤੇ ਆਪਣੀ ਅੰਤਰਾਤਮਾ ਨੂੰ ਜਿਹੜੀ ਇੱਥੇ ਬੈਠੀ ਆ, ਜਿਹੜਾ ਸੱਚ ਤੁਹਾਡੇ ਅੰਦਰ ਬੈਠਾ ਆ, ਉਹਨੂੰ ਇੱਕ ਵਾਰੀ ਪੁੱਛ ਲਿਓ ਵੀ ਭਾਈ ਮੈਂ ਜਾ ਰਿਹਾ ਵੋਟ ਪਾਉਣ ਫੋਰ ਐਗਜ਼ਾਮਪਲ ਤੱਕੜੀ ਨੂੰ, ਤੇ ਤੱਕੜੀ ਨੇ ਪਿਛਲੀ ਵਾਰੀ ਜਦੋਂ 10 ਸਾਲ ਦਾ ਰਾਜ ਕੀਤਾ ਸੀ, ਤੇ ਸਾਡੇ ਪਿੰਡ ਦੀ ਜਿਹੜੀ ਨਾਲੀ ਸਾਹਮਣੇ ਆ ਇਹ ਬਣਾਈ ਸੀ, ਇਹ ਦੁਬਾਰਾ 5 ਸਾਲਾਂ 'ਚ ਪਿਛਲੇ ਢਹਿ ਗਈ ਆ, ਜਾਂ ਇਹ ਕਦੀ ਬਣਾਈ ਹੋਈ ਨਹੀਂ ਸੀ, ਜਾਂ ਸਾਡੇ ਪਿੰਡ ਦੇ ਵਿੱਚ ਕੋਈ ਹੋਰ ਚੱਜ ਦੀ ਚੀਜ਼ ਕੀਤੀ ਸੀ ਜਾਂ ਕੀਤੀ ਹੋਈ ਨਹੀਂ ਸੀ। ਇੱਦਾਂ ਹੀ ਕਾਂਗਰਸ ਆ, ਕਿਉਂਕਿ ਲੋਲੀਪੌਪ ਤਾਂ ਇਹਨਾਂ ਨੇ ਹਰ ਵਾਰੀ ਦਿੱਤੇ ਆ। ਤੁਹਾਨੂੰ ਯਾਦ ਹੋਣਾ ਜਦੋਂ ਇਲੈਕਸ਼ਨ ਤੋਂ ਮਹੀਨਾ 2 ਮਹੀਨੇ ਪਹਿਲਾਂ ਹੁੰਦੇ ਆ, ਹਰ ਵਾਰੀ ਆ ਕੇ ਕਹਿੰਦੇ ਆ ਤੁਹਾਡੇ ਪਿੰਡ ਦੀ ਨੁਹਾਰ ਬਦਲ ਦਿਆਂਗੇ, ਤੁਹਾਡੇ ਪਿੰਡ ਵਿੱਚ ਸੀਵਰੇਜ ਪਵਾ ਦਿਆਂਗੇ, ਤੁਹਾਡੇ ਪਿੰਡ 'ਚ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਔਰ ਨੀਂਹ ਪੱਥਰ ਬੜੇ ਰੱਖੇ ਜਾਂਦੇ ਆ। ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਪਹਿਲਾਂ ਮਹੀਨਾ 2 ਮਹੀਨੇ ਜਿਹੜੀ ਪਾਰਟੀ ਹੁੰਦੀ ਆ ਨਾ ਉਸ ਟਾਈਮ ਦੇ ਉੱਤੇ ਬਣੀ ਹੋਈ, ਜਿਨ੍ਹਾਂ ਦੀ ਸਰਕਾਰ ਹੁੰਦੀ ਆ, ਉਹ ਆ ਕੇ ਨੀਂਹ ਪੱਥਰ ਬੜੇ ਰੱਖਦੀ ਆ। ਔਰ ਕਈ ਵਾਰੀ ਉਹ ਮੈਨੂੰ ਯਾਦ ਆ ਸਾਡੇ ਪਿੰਡ ਦੇ ਵਿੱਚ ਤੋਤਾ ਸਿੰਘ ਹੁਣੀ ਆ ਕੇ ਨੀਂਹ ਪੱਥਰ ਰੱਖ ਗਈ, ਸੜਕ ਬਣਾਉਣੀ ਆ ਜੀ, ਉਹ ਫਟਾਫਟ ਜਿੱਦਣ ਉਹਨਾਂ ਨੇ ਆਉਣਾ ਸੀ ਪੱਥਰ ਪਾ ਦਿੱਤੇ ਸੜਕ ਦੇ ਉੱਤੇ। ਉਹ 5 ਸਾਲ ਪੱਥਰ ਪੈ ਰਹੇ ਸੀ। ਸਾਡੇ ਪਿੰਡ ਵਾਲੇ ਏਰੀਆ ਵਾਲਿਆਂ ਨੂੰ ਯਾਦ ਹੋਣਾ, ਜਿਹੜਾ ਸਾਡੇ ਪਿੰਡ ਤੋਂ ਧਨਾਲ ਵੱਲ ਨੂੰ ਲਾਂਬੜੇ ਵੱਲ ਨੂੰ ਸੜਕ ਜਾਂਦੀ ਆ, ਉੱਤੇ ਪੱਥਰ ਹੀ ਪੈ ਰਹੇ ਸੀ। ਤੇ ਉਹ 5 ਸਾਲ ਬਾਅਦ ਉਹ ਪੱਥਰ ਉੱਡ ਗਏ, ਫਿਰ ਕੱਚੀ, ਉਹਦੇ ਨਾਲ ਕੱਚੀ ਚੰਗੀ ਸੀ, ਉਹ ਸਾਈਕਲ ਪਾੜ ਦਿੰਦੀ ਸੀ, ਟਾਇਰ ਪਾੜ ਦਿੰਦੀ ਸੀ, ਪੱਥਰ ਜਿਹੜੇ ਉੱਤੇ ਲੁੱਕ ਕਦੀ ਪਈ ਹੋਈ ਨਹੀਂ ਸੀ, ਤੇ ਉਹ 5 ਸਾਲ ਉੱਦਾਂ ਹੀ ਲੰਘਾ ਦਿੱਤੇ ਸੀ। ਸੋ ਇੱਦਾਂ ਬਹੁਤੀ ਵਾਰੀ ਹੁੰਦਾ, ਸੜਕ ਦਾ ਨੀਂਹ ਪੱਥਰ ਹੋ ਜਾਂਦਾ, ਤੁਹਾਡੀ ਬਿਲਡਿੰਗ ਦਾ ਨੀਂਹ ਪੱਥਰ ਹੋ ਜਾਂਦਾ, ਕੰਪਲੀਟ ਨਹੀਂ ਹੁੰਦੀ। ਉਹ ਅਗਲੀ ਸਰਕਾਰ ਫਿਰ ਆ ਕੇ 5 ਸਾਲ ਬਾਅਦ ਰੱਖ ਜਾਂਦੀ ਉਹਨੂੰ ਢਾਹ ਕੇ, ਪਹਿਲੇ ਵਾਲੇ ਨੀਂਹ ਪੱਥਰ ਨੂੰ ਵੀ ਚੱਲ ਹੁਣ ਅਸੀਂ ਕਰਾਂਗੇ। ਉਹ ਫਿਰ ਕਦੇ ਨਹੀਂ ਹੁੰਦਾ। ਜਿਨ੍ਹਾਂ ਨੇ ਕਰਨਾ ਹੁੰਦਾ ਆ ਉਹ ਲਾਰੇ ਨਹੀਂ ਲਾਉਂਦੇ ਹੁੰਦੇ, ਉਹ ਕਹਿੰਦੇ ਨਹੀਂ ਹੁੰਦੇ, ਉਹ ਕਰਕੇ ਦਿਖਾਉਂਦੇ ਹੁੰਦੇ ਆ। ਇਸ ਟਾਈਮ ਸਾਨੂੰ ਤਾਂ ਹੋ ਸਕਦਾ ਅਸੀਂ ਗਲਤ ਹੋਈਏ, ਸਾਨੂੰ ਤਾਂ ਜਿਹੜੇ ਇਮਾਨਦਾਰ ਲੋਕ ਆ ਉਹ ਸੰਯੁਕਤ ਸਮਾਜ ਮੋਰਚੇ ਵਾਲੇ ਹੀ ਲੱਗ ਰਹੇ ਆ। ਸਾਨੂੰ ਹੋਰ ਕੋਈ ਇਮਾਨਦਾਰ ਬੰਦਾ, ਹਾਂ ਇੱਕਾ ਦੁੱਕਾ ਕੈਂਡੀਡੇਟ ਜ਼ਰੂਰ ਹੋ ਸਕਦੇ ਆ ਬਾਕੀ ਪਾਰਟੀਆਂ ਦੇ ਕਿਤੇ ਨਾ ਕਿਤੋਂ ਖੜੇ, ਪਰ ਫਿਰ ਉਹੀ ਗੱਲ ਨਵਜੋਤ ਸਿੱਧੂ ਵਾਲੀ ਆਉਂਦੀ ਆ, ਜੇ ਉਹ ਪਾਰਟੀ ਦਾ ਪ੍ਰਧਾਨ ਹੋ ਕੇ ਆਪਣੀ ਪਾਰਟੀ 'ਚ ਕੁਝ ਨਹੀਂ ਬਦਲ ਪਾਇਆ, ਪਿਛਲੇ 4.5 ਸਾਲ ਨੂੰ ਛੱਡ ਦਿਓ ਜਦੋਂ ਕੈਪਟਨ ਸੀ, ਉਸ ਤੋਂ ਬਾਅਦ ਜਿਹੜੇ 6 ਮਹੀਨੇ ਸੀ ਉਹਦੇ ਵਿੱਚ ਨਹੀਂ ਬਦਲ ਪਾਇਆ, ਜਿਹੜੇ ਬੰਦਿਆਂ ਨੂੰ ਓਪਨਲੀ ਕਹਿ ਰਿਹਾ ਆ ਉਹ ਕਿ ਇਹ ਬੰਦੇ ਕਰਪਟ ਆ, ਇਹ ਬੰਦਿਆਂ ਨੇ ਖਾਧਾ ਆ, ਇਹ ਬੰਦਿਆਂ ਨੇ ਰੇਤ ਮਾਫੀਆ ਕੀਤਾ, ਇਹ ਬੰਦਿਆਂ ਨੇ ਆਹ ਕੀਤਾ ਉਹ ਕੀਤਾ, ਉਹਨਾਂ ਨੂੰ ਫਿਰ ਟਿਕਟਾਂ ਦੇ ਕੇ ਤੁਸੀਂ MP ਬਣਾ ਰਹੇ ਹੋ। ਤੇ ਤੁਹਾਡੀ ਕਿੰਨੀ ਕੁ ਬੁੱਕਤ ਆ ਤੁਹਾਡੀ ਆਪਣੀ ਪਾਰਟੀ, ਜਿਹੜੀ ਤੁਹਾਡੀ ਗੱਲਾਂ ਦੀ ਕਿਸੇ ਵੀ ਨੇਤਾ ਨੇ, ਕਾਂਗਰਸ ਦੇ ਨੇ, ਪੰਜਾਬ ਮਾਡਲ ਦੇ ਉੱਤੇ ਮੋਹਰ ਨਹੀਂ ਲਾਈ। ਕਿਸੇ ਹੋਰ ਦੇ ਮੂੰਹ 'ਚੋਂ ਤੁਸੀਂ ਨਹੀਂ ਸੁਣਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਅਸੀਂ ਅਡਾਪਟ ਕਰਾਂਗੇ। ਤੇ ਜੇ ਤੁਹਾਡੀ ਪਾਰਟੀ ਉਸ ਗੱਲ ਤੇ ਮੋਹਰ ਨਹੀਂ ਲਾ ਰਹੀ, ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ ਕਿ ਬਾਕੀ ਲੋਕ ਦੇ ਉੱਤੇ ਮੋਹਰ ਲਾ ਦੂਗੇ? ਤੁਹਾਡੀ ਪਾਰਟੀ ਦੇ ਮੇਨ ਬੰਦੇ ਉੱਤੇ ਮੋਹਰ ਨਹੀਂ ਲਾ ਰਹੇ ਹੋ, ਕਹਿੰਦੇ ਨਾ ਜੀ ਇਹ ਤਾਂ ਐਵੇਂ ਗੱਲਾਂ ਕਰਨ ਵਾਲਾ, ਇਹਦੀ ਗੱਲ ਐਵੇਂ ਹੁੰਦੀ ਆ ਜੀ, ਇਹ
ਸੀਰੀਅਸ ਨਾ ਲਓ। ਉਹ ਜਿਹੜਾ ਸਾਡੇ ਕੱਲ੍ਹ ਰਬੀਰ ਸੁੱਖੀ ਨੇ ਕਿਹਾ ਸੀ ਭਾਂਡਿਆ, ਇਹੀ ਕਹਿੰਦੇ ਸਾਰੇ, ਇਹ ਤਾਂ ਭਾਂਡਿਆ ਜੀ, ਜੋ ਕਹਿੰਦਾ ਉਹ ਥੋੜ੍ਹੀ ਕਰਨਾ ਆ, ਉਹ ਤਾਂ ਐਵੇਂ ਗੱਲਾਂ ਹੀ ਆ, ਉਹ ਤਾਂ ਸਗੂਫਾ ਹੀ ਆ। ਇਹ ਜਦੋਂ ਬੀਜੇਪੀ 'ਚ ਹੁੰਦਾ ਸੀ ਉਦੋਂ ਵੀ ਇੱਦਾਂ ਹੀ ਗੱਲਾਂ ਕਰਦਾ ਹੁੰਦਾ ਸੀ ਜੀ। ਲੋਕੀ ਤਾਂ ਇਹ ਕਹਿੰਦੇ ਆ। ਭਾਈ ਤੁਹਾਡੇ ਕੋਲ ਮੌਕਾ ਸੀ 5 ਸਾਲ, ਤੁਸੀਂ ਕਰਕੇ ਦਿਖਾਇਆ ਹੁੰਦਾ। ਤੁਹਾਨੂੰ ਅੱਜ ਮਾਡਲ ਦੇਣਾ ਨਾ ਪੈਂਦਾ ਤੁਹਾਨੂੰ ਦਾ। ਆਹ ਦੇਖੋ ਪੰਜਾਬ ਮਾਡਲ, ਉਹ ਪਿਆ ਹੈ ਪੰਜਾਬ ਮਾਡਲ, ਪੰਜਾਬ ਨੂੰ ਸੁਧਾਰ ਕੇ ਰੱਖਤਾ। ਅਸੀਂ ਕਿੰਨਾ ਚਿਰ ਇਹਨਾਂ ਦੇ ਲਾਰਿਆਂ 'ਚ ਆਉਂਦੇ ਰਹਾਂਗੇ? ਕਿੰਨਾ ਚਿਰ ਉਹੀ ਗੱਲਾਂ ਬਾਰ-ਬਾਰ ਰਿਪੀਟ ਕਰਕੇ ਸਾਡੇ ਕੋਲ ਵੋਟਾਂ ਠੱਗਦੇ ਰਹੋਗੇ? ਇੱਕ ਗੱਲ ਐਤਕੀ ਧਾਰ ਲਓ ਭਾਈ। ਪਹਿਲੀ ਗੱਲ ਤਾਂ ਐਤਕੀ ਉਹ ਕੰਮ ਨਹੀਂ ਹੋਣਾ ਪੈਸੇ ਵੰਡਣ ਵਾਲਾ, ਸ਼ਰਾਬ ਵੰਡਣ ਵਾਲਾ, ਕਿਉਂਕਿ ਹਰ ਇੱਕ ਬੰਦੇ ਦੇ ਹੱਥ ਵਿੱਚ ਫੋਨ ਆ। ਇੱਕ ਮੈਂ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਕਰਦਾ ਅੱਜ। ਇੱਕ ਐਪ ਆ, ਸਾਰੇ ਬੰਦੇ ਜਿੰਨੇ ਵੀ ਦੇਖ ਰਹੇ ਆ ਪੰਜਾਬ ਦੇ ਵਿੱਚ ਪ੍ਰੋਗਰਾਮ, ਉਹਨੂੰ ਡਾਊਨਲੋਡ ਕਰ ਲਓ, ਸੀ ਵਿਜਲ ਅਬਜ਼ਰਵਰ ਤੇ ਸੀ ਵਿਜਲ ਮੋਨੀਟਰ। ਇਹ ਚੋਣ ਕਮਿਸ਼ਨ ਦੀਆਂ 2 ਐਪ ਆ, ਸੀ ਵਿਜਲ VIGIL, ਸੀ ਵਿਜਲ ਅਬਜ਼ਰਵਰ ਤੇ ਸੀ ਵਿਜਲ ਮੋਨੀਟਰ। ਇਹ ਤੁਸੀਂ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਆਪਸ਼ਨ ਆ ਜਾਂਦਾ, ਜੇ ਤੁਹਾਨੂੰ ਲੱਗਦਾ ਕੋਈ ਸ਼ਰਾਬ ਵੰਡ ਰਿਹਾ, ਉਹਦੀ ਵੀਡੀਓ ਪਾ ਕੇ, ਤੁਹਾਡਾ ਕਿਤੇ ਨਾਂ ਨਹੀਂ ਆਊਗਾ, ਉਹਨੂੰ ਅਪਲੋਡ ਕਰ ਦਿਓ ਚੋਣ ਕਮਿਸ਼ਨ 'ਚ। ਉਹਨਾਂ ਦਾ ਪ੍ਰੋਮਿਸ ਆ ਵੀ ਘੰਟੇ 2 ਦੇ ਵਿੱਚ ਉਹ ਸਾਰੇ ਫੜੇ ਜਾਊਗੇ ਤੇ ਉਹ ਬਣਦੀ ਕਾਰਵਾਈ ਕੀਤੀ ਜਾਊਗੀ। ਹਰ ਬੰਦਾ ਰਿਪੋਰਟਰ ਹੈ ਅੱਜ। ਸੋ ਲੱਗਦਾ ਨਹੀਂ ਵੀ ਇਹੋ ਜਿਹਾ ਕੁਛ ਹੋਊਗਾ, ਪਰ ਜੇ ਤੁਹਾਨੂੰ ਕੋਈ ਆ ਕੇ ਦਿੰਦਾ ਆ 2000 5000 ਲੈ ਲਓ, ਕੋਈ ਚੱਕਰ ਨਹੀਂ। ਨਾਲ ਨਹੀਂ ਜਾਣਾ ਤੁਹਾਡੇ ਕਿਸੇ ਨੇ ਵੋਟ ਪਾਉਣ, ਉੱਥੇ ਤੁਸੀਂ ਹੀ ਪਾਉਣੀ ਆ। ਤੁਹਾਡਾ ਕੋਈ ਮਾਸੜ, ਫੁੱਫੜ, ਚਾਚਾ, ਤਾਇਆ, ਇੱਥੋਂ ਤੱਕ ਕਿ ਵਾਈਫ, ਉਹ ਵੀ ਤੁਹਾਨੂੰ ਪ੍ਰੈਸ਼ਰ ਕਰ ਰਹੀ ਆ। ਭਾਈ ਮੈਨੂੰ ਡੈਡੀ ਹੋਰਾਂ ਨੇ ਕਿਹਾ ਆ ਵੀ ਵੋਟ ਤੁਸੀਂ ਐਤਕੀ ਪੰਜੇ ਨੂੰ ਪਾਉਣੀ ਆ। ਬੰਦਾ ਭਾਵੇਂ ਤੁਹਾਨੂੰ ਪਤਾ ਵੀ ਇਹ ਠੱਗ ਗਿਆ, ਇਹ ਪਹਿਲਾਂ ਉੱਧਰ ਹੁੰਦਾ ਸੀ, ਹੁਣ ਇੱਧਰ ਆਇਆ ਹੋਇਆ, ਜਾਂ ਆਮ ਆਦਮੀ ਨੂੰ ਪਾਉਣੀ ਆ। ਤੁਹਾਨੂੰ ਪਤਾ ਬੰਦਾ ਇਹ ਕੱਲ੍ਹ ਤੱਕ ਤਾਂ ਕਾਂਗਰਸ ਸੀ, ਉੱਥੇ ਤਾਂ ਕੋਈ ਕਰ ਨਹੀਂ ਸਕਿਆ, ਹੁਣ ਆ ਕੇ ਆਮ ਆਦਮੀ 'ਚ ਕੀ ਕਰ ਲੂਗਾ? ਤੁਸੀਂ ਕਹੋ ਠੀਕ ਹੈ ਜੀ, ਲੜੋ ਨਾ। ਉੱਥੇ ਲੜਨ ਦਾ ਕੋਈ ਫਾਇਦਾ ਨਹੀਂ, ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਘਰ ਦੇ ਵਿੱਚ ਰਿਸ਼ਤੇ ਟੁੱਟ ਜਾਂਦੇ ਆ ਇਲੈਕਸ਼ਨ ਟਾਈਮ ਦੇ ਉੱਤੇ, ਆਪਸ 'ਚ ਬੋਲ ਚਾਲ ਬੰਦ ਹੋ ਜਾਂਦੀ ਆ, ਕੋਈ ਲੋੜ ਨਹੀਂ। ਕਹੋ ਠੀਕ ਹੈ ਜੀ, ਓਕੇ ਜੀ, ਚੁੱਪ ਕਰਕੇ ਜਾ ਕੇ ਉੱਥੇ ਵੋਟ, ਜਿਹੜਾ ਤੁਹਾਨੂੰ ਕੈਂਡੀਡੇਟ ਸਹੀ ਲੱਗਦਾ ਉੱਥੇ ਪਾਓ, ਵਧੀਆ ਲੱਗਦਾ ਉਹਨੂੰ ਵੋਟ ਪਾਓ। ਇਸੇ ਕਰਕੇ ਚੋਣ ਕਮਿਸ਼ਨ ਨੇ ਉਹ ਬੂਥ ਬਣਾਇਆ ਹੋਇਆ ਆ। ਸਾਰੀ ਦੁਨੀਆ ਦੇ ਵਿੱਚ ਉਹ ਬੂਥ ਜਿਹੜਾ ਪ੍ਰਾਈਵੇਟ ਬੂਥ ਕਿਹਾ ਜਾਂਦਾ, ਉੱਥੇ ਕੋਈ ਨਹੀਂ ਦੇਖ ਸਕਦਾ ਤੁਹਾਨੂੰ, ਸਿਰਫ ਤੁਸੀਂ ਦੇਖਣਾ ਤੇ ਤੁਹਾਡੀ ਅੰਤਰਾਤਮਾ ਨੇ ਦੇਖਣਾ। ਸੋ ਕੋਈ ਐਕਸਕਿਊਜ਼ ਨਹੀਂ ਹੁੰਦਾ ਬੋਤਲ ਦੇ ਕੇ, ਜਿਹੜੇ ਕਹਿੰਦੇ ਨਾ ਬੋਤਲ ਦੇ ਨਾਲ ਟਿਕਟ ਖਰੀਦ ਲਈ ਜੀ, ਨਾ, ਫਿਰ ਟਿਕਟ ਨਹੀਂ ਖਰੀਦੀ, ਬੋਤਲ ਨਾਲ ਆਤਮਾ ਖਰੀਦੀ ਗਈ ਆ। ਬੋਤਲ ਨਾਲ ਤੁਹਾਡੀ ਅੰਤਰਾਤਮਾ ਖਰੀਦੀ ਆ, ਨਾ ਕਿ ਟਿਕਟ ਖਰੀਦੀ ਆ। ਜੇ ਉਹ ਜਾਗਦੀ ਆ, ਤੁਸੀਂ ਜਿਹਨੂੰ ਮਰਜ਼ੀ ਪਾਓ, ਕੌਣ ਰੋਕ ਸਕਦਾ ਤੁਹਾਨੂੰ? ਹਾਂਜੀ ਜਗਮੋਹਨ ਸਿੰਘ ਜੀ, ਐਂਡ 'ਚ ਰੈਪ ਅਪ ਕਰ ਦਿਓ। ਹਾਂਜੀ ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ ਜ਼ਮੀਰ ਦੀ, ਜਦੋਂ ਵੋਟ ਜ਼ਮੀਰ ਦੇ ਹਿਸਾਬ ਨਾਲ ਪਵੇ ਫੇਰ ਨਹੀਂ ਖਰਾਬ ਹੋ ਸਕਦੀ, ਕਿਉਂਕਿ ਜਦੋਂ ਬੰਦੇ ਦਾ ਅੰਦਰੋਂ ਜ਼ਮੀਰ ਜਾਗਦਾ ਹੁੰਦਾ ਆ, ਉਦੋਂ ਬੰਦਾ ਹਮੇਸ਼ਾ ਜਿਹੜਾ ਹੈ ਉਹ ਸਹੀ ਡਿਸੀਜ਼ਨ ਲੈ ਸਕਦਾ ਆ। ਦੂਜੀ ਗੱਲ, ਜਿਹੜੇ ਸਾਡੇ ਸਿਆਸੀ ਕੈਦੀ ਅੰਦਰ ਆ, ਚਾਹੇ ਉਹ ਭਾਈ ਜਗਤਾਰ ਸਿੰਘ ਹਵਾਰਾ ਆ, ਚਾਹੇ ਦਵਿੰਦਰ ਸਿੰਘ ਭੁੱਲਰ ਆ, ਵੀਰ ਰਾਜੋਆਣਾ ਆ, ਜਿੰਨੇ ਵੀ ਸਾਡੇ ਇਹ ਭਰਾ, ਹੁਣ ਤਾਂ ਹਾਈ ਕੋਰਟ ਨੇ ਵੀ ਆਰਡਰ ਕਰ ਦਿੱਤਾ ਸੀਗਾ, ਸੁਪਰੀਮ ਕੋਰਟ ਨੇ ਮੇਰਾ ਖਿਆਲ ਆਰਡਰ ਕਰ ਦਿੱਤਾ ਸੀ ਰਿਹਾਈ ਕੀਤੀ ਜਾਵੇ। ਦਿੱਲੀ ਗੌਰਮੈਂਟ ਨੇ, ਕੇਜਰੀਵਾਲ ਨੇ ਸਿਰਫ ਸਾਈਨ ਕਰਨੇ ਆ ਉਹਦੀ ਰਿਲੀਜ਼ ਵਾਸਤੇ, ਭੁੱਲਰ ਸਾਹਿਬ ਦੀ ਲਈ, ਤੇ ਕੇਜਰੀਵਾਲ ਇਹ ਇਲੈਕਸ਼ਨ ਕਰਕੇ ਰਿਫਿਊਜ਼ ਕਰ ਗਿਆ ਵੀ ਕੱਲ ਨੂੰ ਇਹ ਰੌਲਾ ਨਾ ਪੈ ਜਾਵੇ ਵੀ ਜੀ ਕੇਜਰੀਵਾਲ ਨੇ ਭੁੱਲਰ ਸਾਹਿਬ ਨੂੰ ਛੱਡਤਾ ਤੇ ਦੂਜੀਆਂ ਪਾਰਟੀਆਂ ਜਿਹੜਾ ਆ ਦੂਜੇ ਪਾਸੇ ਨੂੰ ਤੁਰ ਪੈਣ, ਇਹ ਅੱਤਵਾਦੀ ਆ, ਇਹ ਉਹ ਫਲਾਨਾ। ਸੋ ਇਹ ਸਾਨੂੰ ਪੰਜਾਬੀਆਂ ਨੂੰ, ਜਾਂ ਆਪਣੇ ਆਪ ਨੂੰ ਜਿਹੜੇ ਪੰਥਕ ਕਹਾਉਂਦੇ ਆ, ਕੱਟੜ ਪੰਥਕ ਕਹਾਉਂਦੇ ਆ, ਕਿਉਂਕਿ ਪੰਥਕ ਤਾਂ ਅਸੀਂ ਵੀ ਆ, ਸਿੱਖ ਅਸੀਂ ਵੀ ਆ, ਸਾਨੂੰ ਕਈ ਵਾਰ ਨਹੀਂ ਸਮਝਦੇ, ਪਰ ਜਿਹੜੇ ਕੱਟੜ ਪੰਥਕ ਵੀ ਕਹਾਉਂਦੇ, ਇਹ ਦੇਖਣਾ ਚਾਹੀਦਾ ਵੀ ਆਮ ਆਦਮੀ ਦੀ ਕਾਰਗੁਜ਼ਾਰੀ ਕੀ ਹੋ ਰਹੀ ਆ। ਜਿਹੜੇ ਸਾਡੇ ਕਈ ਭਰਾ ਜਿਹੜੇ ਸੋਸ਼ਲ ਮੀਡੀਆ ਤੇ ਬਾਹਰ ਬੈਠੇ ਆ, ਜਿਹੜੇ ਕਿਸਾਨ ਮੋਰਚੇ ਦੌਰਾਨ ਰੱਜ ਕੇ ਉਹਨਾਂ ਨੇ, ਕਿਸਾਨ ਜਿਹੜੇ ਲੀਡਰ ਸੀ, ਸਾਡੇ ਬਜ਼ੁਰਗ ਸੀ, ਚਿੱਟੀਆਂ ਦਾੜੀਆਂ ਸੀ, ਉਹਨਾਂ ਨੂੰ ਗਦਾਰ, ਮੋਕ ਮਾਰ ਗਏ, ਇੱਦਾਂ ਦੇ ਸ਼ਬਦ ਯੂਜ਼ ਕਰਦੇ ਰਹੇ ਉਹਨਾਂ ਵਾਸਤੇ। ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਹੁਣ ਆਪਣਾ ਅੰਦਰੋਂ ਜ਼ਮੀਰ ਜਗਾ ਕੇ ਦੇਖੋ ਵੀ ਜਿਹੜੇ ਇਹ ਬੰਦੇ ਖੜਦੇ ਆ, ਜਿਹੜੇ ਸਾਫ਼ ਸੁਥਰੇ ਕੈਂਡੀਡੇਟ ਆ, ਹੁਣ ਹੀ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਸਾਥ ਦੇ ਦਿਓ। ਇੱਕ ਪੋਸਟਰ ਜਿਹਾ ਚੱਲਿਆ ਸੀਗਾ ਵੀ ਜਿੱਤ ਦੀ ਰੈਲੀ ਦਾ ਜਸ਼ਨ, ਫਰੈਜਨੋ,
ਹੁਣ ਜਿਹੜੇ ਫਰਜ਼ ਨੂੰ ਮੇਨ ਕਿਸਾਨਾਂ ਦੇ ਹੱਕ ਸੀਗੇ ਉਹਨਾਂ ਬੰਦਿਆਂ ਨੇ ਤਾਂ ਕੋਈ ਜਿੱਤ ਦਾ ਜਸ਼ਨ ਮਨਾਇਆ ਨਹੀਂ, ਕਿਉਂਕਿ 700 ਤੋਂ ਵੱਧ ਸਾਡੇ ਕਿਸਾਨ ਭਰਾ ਜਿਹੜੇ ਸ਼ਹੀਦ ਹੋ ਕੇ ਆਪਣੇ ਆਪਣੇ ਘਰਾਂ ਨੂੰ ਗਏ ਆ। ਤੇ ਜਿਹੜੇ ਇੱਥੇ ਜਿਨ੍ਹਾਂ ਦਾ ਯੋਗਦਾਨ ਸੀ, ਜਦੋਂ ਪਤਾ ਲੱਗਿਆ ਵੀ ਜਿਨ੍ਹਾਂ ਦਾ ਯੋਗਦਾਨ ਸੀ ਲੱਤਾਂ ਖਿੱਚਣ ਨੂੰ, ਉਹਨਾਂ ਲੋਕਾਂ ਨੇ ਜਿਹੜੇ ਆ ਬਿਲਕੁਲ ਹੀ ਉਹ ਜਿੱਤ ਦਾ ਜਸ਼ਨ ਮਨਾ ਰਿਹਾ। ਜਿਹੜਾ ਇਸ ਕਿਸਾਨ ਮੋਰਚੇ ਦੇ ਬਜ਼ੁਰਗਾਂ ਨੂੰ ਗਦਾਰ ਇਹ ਵੋ ਕਹਿੰਦੇ ਰਹੇ ਤੇ ਆਪਣੇ ਲੀਡਰਾਂ ਨੂੰ ਹੀਰੋ ਬਣਾਉਂਦੇ ਰਹੇ, ਤੇ ਬਾਕੀ ਕਿਸਾਨਾਂ ਦੇ ਹਰ ਗੱਲ ਦੇ ਵਿੱਚ ਉਹ ਐਂਟੀ ਖੜੇ। ਸੋ ਇਸ ਤਰੀਕੇ ਨਾਲ ਆਪਾਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਆਪ ਗੁਰਬਾਣੀ ਹਮੇਸ਼ਾ ਪੜ੍ਹਨ ਦੀ ਕੋਸ਼ਿਸ਼ ਕਰੋ, ਚਾਹੇ ਇੱਕ ਸ਼ਬਦ ਪੜ੍ਹੋ ਚਾਹੇ 2 ਸ਼ਬਦ ਪੜ੍ਹੋ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਤੁਹਾਡਾ ਆਟੋਮੈਟਿਕ ਹੀ ਕੁਛ ਨਾ ਕੁਛ ਸਿਧਾਂਤਕ ਪੱਖ ਕਲੀਅਰ ਹੋ ਕੇ ਗੁਰਬਾਣੀ ਦੇ ਨਾਲ ਕੁਛ ਨਾ ਕੁਛ ਤੁਸੀਂ ਸੋਚੋਗੇ ਬਈ ਬਾਬਾ ਨਾਨਕ ਕਿਹਨਾਂ ਵਾਸਤੇ ਖੜਦਾ ਰਿਹਾ ਆ, ਕਿ ਕਾਰਪੋਰੇਟ ਵਰਲਡ ਲਈ, ਮਲਕ ਭਾਗੋ ਲਈ, ਜਾਂ ਗੁਰੂ ਨਾਨਕ ਪਾਤਸ਼ਾਹ ਜਿਹੜਾ ਆ ਉਹ ਭਾਈ ਲਾਲੋ ਵਾਸਤੇ ਸਟੈਂਡ ਕਰਦਾ ਰਿਹਾ, ਗਰੀਬਾਂ ਵਾਸਤੇ। ਸੋ ਜਿਹੜਾ ਸੰਯੁਕਤ ਸਮਾਜ ਮੋਰਚਾ ਆ ਇਹਦੇ ਵਿੱਚ ਸਾਰੇ ਹੀ ਭਾਈਵਾਲ ਆ, ਚਾਹੇ ਉਹ ਹਿੰਦੂ ਭਾਈਚਾਰਾ, ਚਾਹੇ ਉਹ ਬਹੁਜਨ ਸਮਾਜ ਪਾਰਟੀ ਵਾਲਾ ਜਿਹੜਾ BSP ਵਾਲਾ ਵੀ, ਕਾਫੀ ਲੀਡਰ ਜਿਹੜੇ ਆ ਇਹਨਾਂ ਵਿੱਚ ਆ ਕੇ, ਜਿਹੜੇ ਪੁਰਾਣੇ BSP ਦੇ ਲੀਡਰ ਆ ਜਿਹੜੇ ਦਰਕਨਾਰ ਕਰ ਦਿੱਤੇ, ਜਿਨ੍ਹਾਂ ਨੇ ਗਰਾਊਂਡ ਪੱਧਰ ਤੇ ਕੰਮ ਕਰਕੇ ਦਾ ਮਾਇਆਵਤੀ ਨੇ ਵੀ ਪੈਰਾਸ਼ੂਟਾਂ ਆਪਣੇ ਬੰਦੇ ਸੱਟ ਲਏ, ਉਹ ਵੀ ਜਿਹੜੇ ਆ ਸੰਯੁਕਤ ਸਮਾਜ ਮੋਰਚੇ ਨਾਲ ਮਿਲ ਚੁੱਕੇ ਆ। ਜਿਹੜਾ ਆਪਾਂ ਕਹਿ ਦਿੰਦੇ ਆ ਬਈ ਆਪਣੇ ਹੈਗੇ ਆ ਇੰਡਸਟਰੀਲਿਸਟ ਜਿਹੜੇ ਆ, ਛੋਟੀ ਛੋਟੀ ਇੰਡਸਟਰੀ ਵਾਲੇ ਭਰਾ ਆ, ਉਹ ਵੀ ਉਹਨਾਂ ਨਾਲ ਜੁੜ ਚੁੱਕੇ ਆ। ਸੋ ਮੈਂ ਇਹ ਆਖਰੀ 'ਚ ਬੇਨਤੀ ਕਰੂੰਗਾ, ਜੇ ਕੋਈ ਭੁੱਲ ਚੁੱਕਿਆ ਖਿਮਾ ਦੇ ਜਾਚਕ ਹੈ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸੋ ਸਾਨੂੰ ਜਿੰਨੀ ਕੁ ਸੂਝੀ ਗੁਰੂ ਪਾਤਸ਼ਾਹ ਬਖਸ਼ਦੇ ਆ, ਅਸੀਂ ਉਹਨਾਂ ਕੁ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕਰਦੇ ਹਾਂ, ਤੇ ਤੁਹਾਡੇ ਸੁਝਾਅ ਆਲਵੇਜ਼ ਵੈਲਕਮ ਆ। ਸੋ ਮੈਨੂੰ ਇਹ ਕਹਿਣ ਦਾ ਆਖਰੀ ਦੇ ਵਿੱਚ ਇਹ ਕਹਿਣਾ ਆ ਬਈ ਜੇ ਕੋਈ ਖਿਮਾ ਜਾਂ ਕੋਈ ਗੱਲਬਾਤ ਗਲਤ ਹੁੰਦੀ ਆ ਉਹਦੇ ਵਾਸਤੇ ਖਿਮਾ ਦੇ ਜਾਚਕ ਹੈਗੇ, ਕਿਤੇ ਲੈਂਗੁਏਜ ਵੀ ਸਾਡੀ ਕਿਤੇ ਗਲਤ ਹੁੰਦੀ ਆ ਉਹਦੇ ਵਾਸਤੇ ਵੀ ਖਿਮਾ ਦੇ ਜਾਚਕ ਹੈ, ਸੁਧਾਰ ਕਰਾਂਗੇ। ਸੁਜੈਸ਼ਨ ਦਿਆ ਕਰੋ, ਜ਼ਰੂਰ ਆਪਣੇ ਆਪ ਸੁਧਾਰ ਕਰਾਂਗੇ। ਹਰ ਰੋਜ਼ ਸਿੱਖ ਦਾ ਕੰਮ ਹੈ ਸਿੱਖਣਾ, ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਖਰੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ, ਕਿਸੇ ਹੋਰ ਲੀਡਰ ਨੂੰ ਲੈ ਕੇ ਆਵਾਂਗੇ ਸੈਚਰਡੇ ਦੇ ਪ੍ਰੋਗਰਾਮ 'ਚ। ਸੰਡੇ ਦਾ ਪ੍ਰੋਗਰਾਮ ਦੇਖਾਂਗੇ, ਜੇ ਤੇ ਕੋਈ ਸਾਨੂੰ ਲੱਗਿਆ ਵੀ ਕਿਸੇ ਲੀਡਰ ਨੂੰ ਲਿਆਉਣ ਦੀ ਜ਼ਰੂਰਤ ਆ ਜਾਂ ਕੋਈ ਪੋਲੀਟਿਕਸ 'ਤੇ ਗੱਲ ਕਰਨ ਦੀ ਜ਼ਰੂਰਤ ਆ ਤੇ ਉੱਥੇ ਕਰਾਂਗੇ, ਨਹੀਂ ਤਾਂ ਕੋਈ ਵੀ ਹੋਰ ਮੁੱਦਾ ਹੋਇਆ ਉੱਤੇ ਆਪਾਂ ਗੱਲਬਾਤ ਕਰਾਂਗੇ। ਤੁਹਾਨੂੰ ਜਿਹੜਾ ਪੋਸਟਰ ਆ ਉਹ ਆ ਜਾਂਦਾ ਹੁੰਦਾ ਮੰਗਲਵਾਰ ਬੁੱਧਵਾਰ ਤੱਕ, ਜਿਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਆਪਾਂ ਕਿਹੜਾ ਪ੍ਰੋਗਰਾਮ ਕਰ ਰਹੇ ਹਾਂ। ਸੋ ਬੇਨਤੀ ਇਹੀ ਆ ਕਿ ਖਾਸ ਕਰਕੇ ਜਿਹੜਾ ਅੱਜ ਵਾਲਾ ਪ੍ਰੋਗਰਾਮ ਹੈ ਨਾ, ਜੇ ਜਿਨ੍ਹਾਂ ਵੀਰਾਂ ਨੂੰ ਲੱਗਦਾ ਵਾਕਿਆ ਹੀ ਇਹ ਜਿਹੜਾ ਵੀਰ ਆ ਰਵਨੀਤ ਬਰਾੜ ਇਹ ਸਿੰਸੀਅਰ ਆ ਔਰ ਇਹ ਸਾਡਾ ਕੁਛ ਕਰ ਸਕਦਾ ਆ, ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਪੇਸ਼ ਕਰ ਸਕਦਾ, ਅੱਜ ਵਾਲੇ ਪ੍ਰੋਗਰਾਮ 'ਚ ਛੋਟੇ ਛੋਟੇ 1-1 ਮਿੰਟ ਦੇ ਕਲਿੱਪ ਜ਼ਰੂਰ ਕੱਟੋ, ਜਿੱਥੇ ਉਹਨਾਂ ਨੇ ਗੱਲ ਕੀਤੀ ਸਾਡਾ ਨਾ ਹੋਵੇ ਕੋਈ ਵੀ ਕਲਿੱਪ, ਉਹਦਾ ਕਲਿੱਪ ਹੋਵੇ, ਕਿਉਂਕਿ ਉਹਦੇ ਕੋਲ ਕੋਈ IT ਡਿਪਾਰਟਮੈਂਟ ਨਹੀਂ ਆ, ਉਹਦੇ ਕੋਲ ਹੋਰ ਕੋਈ ਇੰਨੇ ਬੰਦੇ ਨਹੀਂ ਆ ਜਿਹੜੇ ਉਹਦੇ ਹੱਕ 'ਚ ਪ੍ਰਚਾਰ ਕਰ ਸਕਣ। ਜੇ ਤੁਹਾਨੂੰ ਲੱਗਦਾ ਉਹ ਸਹੀ ਆ, ਜੇ ਤੁਹਾਨੂੰ ਲੱਗਦਾ ਉਹ ਸਹੀ ਨਹੀਂ ਆ, ਫਿਰ ਬਿਲਕੁਲ ਨਾ ਕਰਿਓ, ਪਰ ਜੇ ਤੁਹਾਨੂੰ ਲੱਗਦਾ ਸਹੀ ਆ, ਤੁਸੀਂ ਉਹ 'ਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹੋ, ਤੇ ਇੱਕ ਛੋਟੇ ਕਲਿੱਪ ਕੱਟ ਕੇ ਉਹ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰੋ, ਜਿਹਦੇ ਵਿੱਚ ਉਹਨੇ ਗੱਲ ਕੀਤੀ ਆ ਕਿ ਉਹਦੀ ਥਿੰਕਿੰਗ ਕੀ ਆ, ਕਿਵੇਂ ਉਹਨੇ ਪੰਜਾਬ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆ ਸਕਦਾ ਆ। ਮੈਨੂੰ ਬੜੀ ਵਧੀਆ ਗੱਲ ਲੱਗੀ ਕਿ ਜਿਹੜਾ ਡਿਫਰੈਂਸ ਹੋਊਗਾ ਉਹ NRI ਵੀਰ ਕਵਰ ਕਰੂਗੇ। ਹੋਰ ਵੀ ਤਾਂ ਇੰਨੇ ਪੈਸੇ ਦਿੰਦੇ ਆ, ਜੇ 10-20 ਹਜ਼ਾਰ ਇੱਕ ਪਾਣੀ ਨੂੰ ਬਚਾਉਣ ਵਾਸਤੇ ਦੇ ਸਕਦੇ ਪੰਜਾਬ ਦੇ ਨੂੰ, ਤੇ ਵਾਈ ਨਾਟ, ਜੇ ਝੋਨੇ ਜਗ੍ਹਾ ਤੇ ਕੋਈ ਹੋਰ। ਉਹਦੇ ਵਿੱਚ ਭਾਜੀ ਆਪਾਂ ਇਹ ਵੀ ਅੱਜ ਜੇ ਸਾਡੇ NRI ਭਰਾ ਜਿਹੜੇ 50-55 ਹਜ਼ਾਰ ਠੇਕਾ ਦਿੰਦੇ, ਉਹ ਕਹਿੰਦੇ ਯਾਰ ਮੈਂ ਸਾਲ ਦਾ ਜਿਹੜਾ 20,000 ਠੇਕਾ ਹੀ ਛੱਡਿਆ, ਤਾਂ ਵੀ ਉਹਦੇ ਉੱਪਰ ਵੀ ਆ ਕੇ ਆਪਾਂ ਉਸ ਤਰੀਕੇ ਨਾਲ ਵੀ ਉਹਨੂੰ ਪਰਸਿਊ ਕਰ ਸਕਦੇ ਹਾਂ ਉਸ ਚੀਜ਼ ਨੂੰ। ਹਾਂਜੀ ਭਾਜੀ, ਬਿਲਕੁਲ। ਤੇ ਚਲੋ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।